ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਮੇਰੇ ਨਾਲ ਨੇ ਬਲਕਾਰ ਸਿੰਘ। ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਨਿੱਘੀ ਜੀ ਆਇਆਂ ਨੂੰ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਲਗਾਤਾਰ ਅਸੀਂ ਉਹਨਾਂ ਵਿਸ਼ਿਆਂ ਨੂੰ ਲੈਂਦੇ ਹਾਂ ਜਿਹੜੇ ਪੰਜਾਬ ਵਿੱਚ ਵਾਪਰੇ ਨੇ, ਨਾਲ ਦੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਵਾਪਰੇ ਨੇ। ਅਤੇ ਅੱਜ ਇਸ ਪ੍ਰੋਗਰਾਮ ਦੇ ਨਾਲ ਮੇਰੇ ਨਾਲ ਸ਼ਿਰਕਤ ਕਰ ਰਹੇ ਨੇ ਸੰਜੀਵ ਯਸ਼ ਖੰਨਾ ਜੀ। ਅਤੇ ਖੰਨਾ ਜੀ, ਉਹ ਵਿਸ਼ਾ ਲਓ ਜਿਹੜਾ ਸਾਡੇ ਦਰਸ਼ਕ ਉਹਨਾਂ ਨੂੰ ਚਾਹੁੰਦੇ ਨੇ ਕਿ ਉਹ ਵਿਸ਼ਾ ਚਾਹੇ ਬਾਹਰਲੇ ਦੇਸ਼ ਦਾ ਹੋਵੇ ਚਾਹੇ ਇੰਡੀਆ ਦਾ ਹੋਵੇ, ਪਰ ਹੋਵੇ ਬਹੁਤਾ ਇਸ ਵੇਲੇ ਕਰੰਟ ਇਹ ਹੈ ਜੀ ਕਿ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਅਮਰੀਕਾ ਬੈਕ ਕਰ ਰਿਹਾ ਹੈ ਯੂਕਰੇਨ ਨੂੰ। ਯੂਕਰੇਨ ਅਤੇ ਰਸ਼ੀਆ ਦੀ ਵਾਰ ਚੱਲਦੀ ਪਈ ਹੈ ਜੀ, ਪਰ ਇੱਕ ਨਿਊਜ਼ ਹੈ, ਦਬੀ ਨਿਊਜ਼ ਹੈ, ਮਤਲਬ ਹਜੇ ਪਬਲਿਕ ਦੇ ਵਿੱਚ ਜਾਂ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਤਾਂ ਨਹੀਂ ਆਈ, ਪਰ ਫਿਰ ਵੀ ਇਹ ਨਿਊਜ਼ ਪਹੁੰਚਦੀ ਪਈ ਹੈ ਕਿ ਅਮਰੀਕਾ ਨੇ ਨਾਰਵੇ ਦੀ ਮਦਦ ਨਾਲ ਜੋ ਰੂਸ ਤੋਂ ਜਰਮਨੀ ਤੱਕ ਕੁਦਰਤੀ ਗੈਸ ਪਾਈਪਾਂ ਜਾਂਦੀਆਂ ਨੇ ਉਹਨੂੰ ਧਮਾਕੇ ਨਾਲ ਉਡਾਇਆ, ਨਾਰਵੇ ਦੀ ਮਦਦ ਦੇ ਨਾਲ ਅਮਰੀਕਾ ਨੇ। ਸੋ ਇਹ ਰਿਪੋਰਟ ਮਿਲਦੀ ਪਈ ਹੈ ਔਰ ਅਸੀਂ ਜਾਣਦੇ ਹਾਂ ਕਿ ਜਿਹੜਾ ਰੂਸ ਹੈ ਉਹ ਯੂਰਪ ਦੇ ਜੜ੍ਹਾਂ ਤੱਕ ਪਹੁੰਚਿਆ ਹੋਇਆ ਹੈ ਜੀ, ਕਿਉਂਕਿ ਆਪਣੀ ਉਹ ਨੈਚੁਰਲ ਗੈਸ ਲੈ ਕੇ, ਕਿਉਂਕਿ ਉਹ ਬਿਜ਼ਨਸ ਹੈ, ਉਹਦਾ ਟ੍ਰੇਡ ਹੈ। ਹੁਣ ਇੱਥੇ ਨੁਕਸਾਨ ਪਹੁੰਚਾਇਆ ਗਿਆ, ਪਰ ਇੱਦਾਂ ਕੋਈ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਜ਼ਿਕਰ ਨਹੀਂ ਮਿਲਦਾ, ਪਰ ਰਿਪੋਰਟ ਫਿਰ ਵੀ ਮਿਲਦੀ ਪਈ ਹੈ। ਅਮਰੀਕਾ ਨੇ ਨਾਰਵੇ ਦੀ ਮਦਦ ਨਾਲ ਕੁਦਰਤੀ ਗੈਸ ਪਾਈਪਾਂ ਜੋ ਜਰਮਨੀ ਤੱਕ ਜਾਂਦੀਆਂ ਨੇ ਰੂਸ ਤੋਂ, ਉਹਨੂੰ ਧਮਾਕੇ ਨਾਲ ਉਡਾਇਆ। ਹਾਂ, ਇਹ ਵੈਸੇ ਬੜਾ ਵੱਡਾ ਇਹਦਾ ਚਰਚਾ ਹੋ ਰਿਹਾ ਇਸ ਵਿਸ਼ੇ ਦਾ, ਖਾਸ ਤੌਰ 'ਤੇ ਕਿਉਂਕਿ ਇਹਦੇ ਵਿੱਚ ਦੋ ਇਕੱਠੇ ਨੇ ਕੰਟਰੀ, ਅਮਰੀਕਾ ਅਤੇ ਨਾਰਵੇ ਦਾ ਨਾਂ ਲੱਗ ਰਿਹਾ। ਔਰ ਉਹਦੇ 'ਚ ਇਹ ਬੈਲਟਿਕ ਸਾਗਰ ਆ ਜਿਹਦੇ ਵਿੱਚ ਪਾਈਪ ਲਾਈਨਾਂ ਨੈਚੁਰਲ ਵਿਛਾਈਆਂ ਪਈਆਂ ਸੀਗੀਆਂ, ਔਰ ਉਹ ਲਾਈਨਾਂ ਜਿਹੜੀ ਨੈਚੁਰਲ ਗੈਸ ਜਿਹੜੀ ਸੀ ਮੁਹੱਈਆ ਕਰ ਰਹੀ ਸੀ ਯੂਰਪੀਅਨ ਕੰਟਰੀ ਨੂੰ। ਔਰ ਇਹਦੇ ਵਿੱਚ ਦੋਨੇ ਸਾਂਝੀ ਭਾਈਵਾਲ ਸੀਗੇ, ਆਪਣੇ ਰਸ਼ੀਆ ਨਾਲ ਸੀਗੇ ਅਤੇ ਜਰਮਨ ਸੀਗੇ। ਇਹਨਾਂ ਦੋਵਾਂ ਨੇ ਇਕੱਠਿਆਂ ਨੇ ਇਹ ਬਣਾਇਆ ਸੀਗਾ ਸਾਰਾ, ਔਰ ਬੜੀ ਦੇਰ ਤੋਂ ਚੱਲ ਰਿਹਾ ਸੀਗਾ। ਪਰ ਇਸ ਵੇਲੇ ਜਦੋਂ ਦੋ ਗਰੁੱਪ ਬਣ ਗਏ ਲੜਾਈ ਨਾਲ, ਯੂਕਰੇਨ ਔਰ ਰਸ਼ੀਆ ਦੇ ਦੋ ਗਰੁੱਪ ਬਣ ਗਏ, ਔਰ ਉਹ ਦੂਜੇ ਪਾਸੇ ਯੂਰਪੀਅਨ ਕੰਟਰੀ ਹੋ ਗਏ। ਅਮਰੀਕਾ ਚਾਹ ਰਿਹਾ ਸੀਗਾ ਕਿ ਯੂਰਪੀਅਨ ਕੰਟਰੀ ਜਿਹੜੇ ਆ ਉਹਨਾਂ ਨੂੰ ਸਾਰਾ ਕੁਝ ਇਹ ਨਾ ਮੁਹੱਈਆ ਹੋਵੇ, ਨਾ ਪਹੁੰਚਿਆ ਜਾਵੇ ਜਿਹੜੀ ਨੈਚੁਰਲ ਗੈਸ ਹੈ। ਔਰ ਰਸ਼ੀਆ ਦਾ ਗਰੁੱਪ ਸੀ, ਉਹ ਰਸ਼ੀਆ ਉਹਨਾਂ ਕੋਲੋਂ ਹਥਿਆਰ ਵੀ ਲੈ ਰਿਹਾ ਸੀ, ਸਾਰਾ ਕੁਝ ਲੈ ਰਿਹਾ ਸੀਗਾ। ਔਰ ਜਿਹੜਾ ਬ੍ਰਿਟੇਨ ਆ ਇਹਦੇ ਵਿੱਚ ਜਿਹੜਾ ਸ਼ੈਨਗਨ ਜਿਹੜਾ ਇਕੱਠੇ ਸੀ 25 ਦੇਸ਼, ਉਹ ਵੀ ਇਹ ਵੱਖਰਾ ਹੋ ਗਿਆ। ਹੁਣ ਉਹਦੇ ਕੋਲ ਵੀ ਪਾਵਰ ਉਨੀ ਨਹੀਂ ਰਹੀ, ਕਿਉਂਕਿ ਸਾਰੇ ਜਿਸ ਤਰ੍ਹਾਂ ਰਸ਼ੀਆ ਵੀ ਸਕੈਟਰਡ ਰਿਹਾ, ਰਸ਼ੀਆ ਵੀ ਆਪੋ ਵਿੱਚ ਟੁੱਟ ਗਿਆ ਸੀਗਾ। ਔਰ ਇਸੇ ਤਰ੍ਹਾਂ ਹੁਣ ਬ੍ਰਿਟੇਨ ਦੀ ਵੀ ਹਾਲਤ ਇਹ ਹੋ ਗਈ ਕਿ ਉਹਨਾਂ ਨੇ ਜਦੋਂ ਕੋਈ ਤੁਸੀਂ ਵੀਜ਼ਾ ਲਓਗੇ ਤਾਂ ਇਕੱਲਾ ਬ੍ਰਿਟੇਨ ਹੀ ਮਿਲੂਗਾ, ਬਾਕੀ ਕੰਟਰੀ ਦਾ ਨਹੀਂ। ਅੱਗੇ ਤੁਸੀਂ ਦੂਜੇ ਕੰਟਰੀਆਂ 'ਚ ਵੀ ਯੂਰਪੀਅਨ ਕੰਟਰੀਆਂ 'ਚ ਘੁੰਮ ਸਕਦੇ ਜੀ। ਹੁਣ ਜਿਹੜੀ ਆ ਲੜਾਈ ਲੱਗੀ ਹੈ, ਇਸ ਲੜਾਈ ਦਾ ਫਾਇਦਾ ਲੈਣ ਲਈ ਅਮਰੀਕਾ ਨੇ ਨਾਰਵੇ ਨਾਲ ਰਲ ਕੇ ਇਹ ਕੰਮ ਕਰ ਲਿਆ। ਪਰ ਇਹਦੇ ਪਿੱਛੇ ਰਿਪੋਰਟ ਕਿਹਦੀ ਹੈਗੀ ਆ? ਹਰਚ ਨੇ, ਬੜੇ ਵੱਡੇ ਪੱਤਰਕਾਰ, ਔਰ ਉਹਨਾਂ ਨੂੰ ਬੜੇ ਇਨਾਮ ਮਿਲੇ ਆ, ਬੜੀ ਵਾਰੀ ਆਨਰ ਕੀਤਾ ਗਿਆ। ਔਰ ਜਦੋਂ ਵੀਅਤਨਾਮ 'ਤੇ ਇੱਕ ਪਿੰਡ ਸੀ ਵੀਅਤਨਾਮ ਦਾ, ਉਸ ਪਿੰਡ 'ਤੇ ਜਦੋਂ ਉਹਨਾਂ ਨੇ ਇਹ ਹਮਲਾ ਕੀਤਾ, ਅਮਰੀਕਾ ਨੇ ਤਬਾਹ ਕਰਤਾ ਸੀ ਉਹ ਪੂਰੇ ਦਾ ਪੂਰਾ ਹੀ। ਔਰ ਇਹ ਰਿਪੋਰਟ ਕਿਹਨੇ ਸ਼ਾਇਦ ਕੀਤੀ ਸੀ? ਇਸੇ ਪੱਤਰਕਾਰ ਨੇ। ਔਰ ਉਦੋਂ ਦੀ ਔਰ ਉਹਨੂੰ ਇਸੇ ਕਰਕੇ ਇਹਨਾਂ ਨੂੰ ਬੜੇ ਅਵਾਰਡ ਮਿਲੇ ਆ। ਇਹ ਜਿਹੜੀ ਲੁਕੀ ਛਿਪੀ ਨਿਊਜ਼ ਜਿਹੜੀ ਇਹ ਕੱਢ ਕੇ ਲਿਆਉਂਦਾ, ਔਰ ਇਹ 85 ਸਾਲ ਦਾ ਬੜਾ ਪੁਰਾਣਾ ਬੰਦਾ ਹੈਗਾ। ਜੋ ਕੁਛ ਇਹ ਲਿਖ ਦਿੰਦਾ, ਜੋ ਕਰ ਦਿੰਦਾ, ਉਹਦੇ ਪਿੱਛੇ ਅਥੈਂਟਿਸਿਟੀ ਹੁੰਦੀ ਆ, ਉਹਦੇ ਪਿੱਛੇ ਬਹੁਤ ਸੱਚ ਲੁਕਿਆ ਹੁੰਦਾ। ਔਰ ਇਹ ਇਸ ਵੇਲੇ ਅਮਰੀਕਾ ਅਤੇ ਨਾਰਵੇ ਦੇ ਦੋਵੇਂ ਮੁੱਕਰ ਗਏ ਕਿ ਅਸੀਂ ਨਹੀਂ ਇਹ ਕੰਮ ਕੀਤਾ। ਪਰ ਜਦੋਂ ਇਹ ਸਾਰਾ ਆ ਗਿਆ ਲੋਕਾਂ ਦੀ ਨਜ਼ਰ ਦੇ ਵਿੱਚ, ਬੈਲਟਿਕ ਸਾਗਰ ਦੇ ਵਿੱਚ ਇਹਨਾਂ ਨੇ ਉਹਨੂੰ ਧਮਾਕੇ ਕੀਤੇ ਆ ਔਰ ਪਾਈਪਾਂ ਨਕਾਰਾ ਕਰ ਦਿੱਤੀਆਂ। ਔਰ ਉਹਦੇ ਰਾਹੀਂ ਜੋ ਕੁਛ ਅੱਗੇ ਜਾਂਦਾ ਸੀਗਾ, ਰਸ਼ੀਆ ਕੋਲ ਬੜਾ ਕੁਛ ਨੈਚੁਰਲ ਹੈ, ਔਰ ਰਸ਼ੀਆ ਦੇ ਨਾਲ ਜਿਹੜੇ ਬੈਲਟਿਕ ਸਾਗਰ ਨੇ ਉਹਨਾਂ ਦੇ ਵਿੱਚ ਜੋ ਸੀਗੀ ਉਹ ਉਹਨਾਂ ਨੇ ਉਹਨੂੰ ਰੋਕ ਲਾਤੀ। ਰੋਕ ਲਾਉਣ ਨਾਲ ਉਹਨਾਂ ਦੀ ਜਿਹੜੀ ਚੱਲਦੀ ਸੀ ਇਹ ਨੈਚੁਰਲ ਦੇ ਵਿੱਚ ਸੋਲਰ ਐਨਰਜੀ ਨਾਲ ਵੀ ਸੀਗਾ, ਔਰ ਜੋ ਬੱਦਲਾਂ ਤੋਂ ਕਲੈਕਟ ਕਰਦੇ ਉਹਦੇ ਵਿੱਚ ਸੀਗਾ, ਜਿਸ 'ਚ ਤੇਲ ਸੀਗਾ, ਬੜਾ ਕੁਝ ਸੀਗਾ ਇਕੱਠਾ ਹੁੰਦਾ, ਉਹ ਪਾਈਪਾਂ ਰਾਹੀਂ ਜਾ ਰਿਹਾ ਸੀਗਾ। ਪਾਈਪ ਕਿਤੇ ਵੀ ਲੀਕ ਕਰ ਜੇ ਖਤਮ ਹੋ ਜਾਂਦਾ ਸਾਰਾ ਕੰਮ। ਗੱਲ ਇਹ ਹੈ ਨਾ ਸਰ ਕਿ ਠੀਕ ਹੈ, ਮਿਲਟਰੀ ਸਟ੍ਰੈਟਜੀ ਹੋ ਸਕਦੀ ਹੈ ਜੀ ਕਿ ਪਾਈਪਾਂ ਤੋੜ ਦਿਓ, ਨੁਕਸਾਨ ਪਹੁੰਚਾਓ, ਪਰ ਸਫ਼ਰ ਕੌਣ ਕਰਨਗੇ? ਆਮ ਲੋਕ। ਇਹ ਤਾਂ ਗੱਲ ਉਹਨਾਂ ਕੋਲ ਗੈਸ ਪਹੁੰਚਣੀ ਚਾਹੀਦੀ ਹੈ, ਆਮ ਲੋਕਾਂ ਕੋਲ ਗੈਸ ਪਹੁੰਚਣੀ ਚਾਹੀਦੀ ਹੈ। ਸੋ ਇਹ ਸਫ਼ਰ ਉਹ ਕਰਨਗੇ। ਤੁਹਾਡੀ ਆਪਣੀ ਮਿਲਟਰੀ ਸਟ੍ਰੈਟਜੀ ਹੋ ਸਕਦੀ ਹੈ ਕਿ ਮੁਲਕ ਨੂੰ ਕਿਸੇ ਤਰ੍ਹਾਂ ਦੇ ਨਾਲ ਨੁਕਸਾਨ ਪਹੁੰਚਾਓ, ਉਹਨਾਂ ਦੀ ਇਕਨੋਮੀ ਨੂੰ ਨੁਕਸਾਨ ਪਹੁੰਚਾਓ ਕਿ ਉਹਨਾਂ ਦਾ ਉੱਥੇ ਗੈਸ ਨਹੀਂ ਪਹੁੰਚੇਗੀ, ਸੇਲ ਨਹੀਂ ਹੋਏਗੀ ਅਤੇ ਉਹਨਾਂ ਨੂੰ ਪੈਸਾ ਨਹੀਂ ਮਿਲੇਗਾ, ਅਤੇ ਪੈਸਾ ਨਹੀਂ ਮਿਲੇਗਾ ਅਤੇ ਆਪਣੀ ਵਾਰ ਨੂੰ ਸਪੋਰਟ ਕਿਵੇਂ ਕਰਨਗੇ। ਤਰ੍ਹਾਂ ਦੀਆਂ ਸਟ੍ਰੈਟਜੀਆਂ ਹੋ ਸਕਦੀਆਂ ਨੇ। ਕੈਪਿੰਗ ਵੀ ਹੋਈ ਪਿੱਛੇ ਜੇ ਇਹਨਾਂ ਦੀ ਜਿਹੜੀਆਂ ਰਸ਼ੀਆ ਦੇ ਪ੍ਰੋਡਕਟਸ ਨੇ ਨੈਚੁਰਲ ਗੈਸ ਨੂੰ ਲੈ ਕੇ, ਇਹ ਤਾਂ ਵੇਚ ਕੇ ਆਪਣੇ ਪੈਸੇ ਕਮਾਈ ਜਾਂਦਾ ਅਤੇ ਸਾਰਾ ਪੈਸਾ ਯੁੱਧ 'ਤੇ ਲਾਈ ਜਾਂਦਾ ਅਤੇ ਯੁੱਧ ਸਮਾਪਤ ਹੋਣ ਦਾ ਨਾਂ ਨਹੀਂ ਲੈ ਰਿਹਾ। ਤਾਂ ਕੈਪਿੰਗ ਕਰ ਦਿੱਤੀ ਕਿ ਇਸ ਤੋਂ ਵੱਧ ਮੁੱਲ ਦਾ ਤੂੰ ਵੇਚ ਨਹੀਂ ਸਕਦਾ, ਤਾਂ ਕਿ ਵਾਰ ਵਾਸਤੇ ਫੰਡ ਨਾ ਬਚਣ ਰਸ਼ੀਆ ਕੋਲ ਅਤੇ ਵਾਰ ਨੂੰ ਸਟਾਪ ਕਰਨੀ ਪਵੇ। ਸੋ ਇਹ ਵੀ ਹੋਇਆ। ਸੋ ਇਸ ਤਰ੍ਹਾਂ ਪਾਈਪਲਾਈਨ ਤੋੜ ਕੇ ਤੁਸੀਂ ਠੀਕ ਹੈ
ਇੱਕ ਨੁਕਸਾਨ ਪਹੁੰਚਾਇਆ, ਜੇ ਵਾਕਈ ਤੁਸੀਂ ਇਹ ਕੀਤਾ ਹੈ, ਆਹ ਜੇ ਨਿਊਜ਼ ਬਿਲਕੁਲ ਠੀਕ ਹੈ, ਤਾਂ ਫਿਰ ਇਹਦਾ ਖਾਮਿਆਜ਼ਾ ਕੌਣ ਭੁਗਤ ਰਿਹਾ? ਉੱਥੋਂ ਦੀ ਆਮ ਜਨਤਾ, ਕਿਉਂਕਿ ਉਹਨਾਂ ਨੂੰ ਪਹੁੰਚਣੀ ਚਾਹੀਦੀ ਉਹ ਗੈਸ, ਉਹ ਆਮ ਜਨਤਾ। ਪਰ ਇਹ ਮਿਲਟਰੀ ਵਰਤਦੇ ਤਾਂ ਉਹੀ ਸੀ ਨਾ, ਵਰਦੇ ਤਾਂ ਉਹੀ ਸੀਗਾ, ਫੌਜੀ ਤਾਂ ਨਹੀਂ ਜ਼ਿਆਦਾ ਵਰਦੇ, ਆਮ ਪਬਲਿਕ ਜਿਹੜੀ ਉਹਨੂੰ ਵਰਦੇ ਸੀ, ਕੋਈ ਰਸੋਈ 'ਚ ਹੈਗੀ ਆ, ਕੋਈ ਬਾਹਰਲੇ ਹੋਰ ਇਹਨਾਂ ਦੀ ਵਰਤੋਂ 'ਚ ਆਉਣ ਵਾਲੀਆਂ ਚੀਜ਼ਾਂ ਸੀ, ਉਹ ਸਾਰੀਆਂ ਜਿਹੜੀਆਂ ਰੂਟੀਨ ਦੇ ਵਿੱਚ ਵਰਤਦੇ ਸੀ, ਉਹ ਸਾਰੀਆਂ ਇਸ ਵੇਲੇ ਉਹਨਾਂ ਨੂੰ ਸਾਬੋਟਾਜ ਕਰਕੇ ਉਹਦਾ ਨਖੇੜਾ ਪਾਤਾ। ਕਿਆ ਮਤਲਬ ਤੁਸੀਂ ਦੇਖੋ ਸੀਨ ਬਣਿਆ ਹੋਇਆ ਹੈ ਕਿ ਜਿਹੜਾ ਨਾਟੋ ਹੈ ਉਹ ਬੈਕਅਪ ਕਰ ਰਿਹਾ ਹੈ ਔਰ ਪ੍ਰੋਕਸੀ ਵਾਰ ਚੱਲਦੀ ਪਈ ਹੈ, ਯੂਕਰੇਨ ਨੂੰ ਅੱਗੇ ਕੀਤਾ ਹੋਇਆ, ਪਿੱਛੋਂ ਆਪ ਲੜਦੇ ਪਏ ਨੇ, ਉਹਨੂੰ ਸਾਰੀ ਮਦਦ ਕਰਦੇ ਪਏ ਨੇ, ਬੰਦੇ ਮਰਦੇ ਪਏ ਨੇ, ਯੂਕਰੇਨ ਦੇ ਮਰਦੇ ਪਏ ਨੇ, ਹਥਿਆਰ ਤੁਹਾਡੇ ਵਿਕਦੇ ਪਏ ਨੇ, ਪ੍ਰੋਫਿਟ ਤੁਹਾਨੂੰ ਹੁੰਦਾ ਪਿਆ, ਕਿਉਂਕਿ ਜੰਗ ਦੇ ਵਿੱਚ ਨਾ ਜਿੱਤਣ ਵਾਲੇ ਨੂੰ ਫਾਇਦਾ ਹੁੰਦਾ ਹੈ ਨਾ ਹਾਰਨ ਵਾਲੇ ਨੂੰ ਫਾਇਦਾ ਹੁੰਦਾ ਜਿਹਦੇ ਹਥਿਆਰ ਵਿਕਦੇ ਨੇ ਉਹਨੂੰ ਫਾਇਦਾ ਹੁੰਦਾ। ਮਾਰਕੀਟ ਜਿਹੜਾ ਆ ਰਿਹਾ, ਜਿਹੜਾ ਮੰਡੀ 'ਚ ਵੇਚ ਰਿਹਾ, ਸਬਜ਼ੀ ਵੇਚ ਰਿਹਾ, ਜਿਹੜਾ ਉਹਨੂੰ ਫਾਇਦਾ ਹੈਗਾ, ਬੀਜਣ ਵਾਲੇ ਨੂੰ ਫਾਇਦਾ ਹੈਗਾ, ਤੇ ਜਿਹੜਾ ਬੰਦਾ ਲੈ ਰਿਹਾ ਉਹਨੇ ਤਾਂ ਪੈਸਾ ਦੇਣਾ ਹੀ ਆ, ਹੈ ਕਿ ਨਹੀਂ? ਉਹਨੇ ਤਾਂ ਪੈਸਾ ਲੈ ਕੇ ਆਪਣੀ ਸਾਰੀ ਖਰੀਦੋ ਫਰੋਖਤ ਕਰਨੀ ਆ। ਪਰ ਹਥਿਆਰਾਂ ਦੀ ਦੌੜ ਜਿਹੜੀ ਹੈਗੀ ਹੈ, ਇਹਦਾ ਸਿੱਟਾ ਹੀ ਮਾੜਾ ਹੁੰਦਾ। ਜਦੋਂ ਸਿੱਟਾ ਕਿਸੇ ਕੋਲ ਹਥਿਆਰ ਹੋ ਗਿਆ, ਇੱਥੇ ਕਦੀ ਅਮਰੀਕਾ ਦੇ ਗਨ ਕਲਚਰ ਦੀ ਆਪਾਂ ਗੱਲ ਕਰਦੇ ਆ, ਹੁਣ ਵੀ ਆ ਕੁਛ ਏਰੀਆ 'ਚ ਉਹਨਾਂ ਨੇ ਬੰਬਾਰਮੈਂਟ ਕੀਤੀ ਆ, ਕੋਈ ਨਾ ਕੋਈ ਕੁਛ ਨਾ ਕੁਛ ਹੁੰਦਾ ਰਹਿੰਦਾ। ਜਦੋਂ ਕਿਸੇ ਨੂੰ ਕਹਿੰਦੇ ਬਾਂਦਰ ਦੇ ਹੱਥ 'ਚ ਬੰਦੂਕ ਫੜਾ ਦਿਓ ਤਾਂ ਉਹਨੇ ਕਈ ਬੰਦਿਆਂ ਨੂੰ ਮਾਰ ਦੇਣਾ ਹੁੰਦਾ। ਸ਼ਰਾਰਤੀ ਬੰਦੇ ਕੋਲ ਜਦੋਂ ਹਥਿਆਰ ਆ ਗਿਆ, ਉਹਨੇ ਤਰੀਕੇ ਨਾਲ ਬਹਿਣਾ ਨਹੀਂ ਹੈਗਾ। ਨੰਬਰ 1 ਤੇ ਜਿਹੜੀ ਗੱਲ ਹੈਗੀ ਆ, ਅਮਰੀਕਾ 'ਚ ਇਹ ਗੱਲ ਹੈਗੀ ਕਿ ਸੰਵਿਧਾਨ ਦਾ ਰਾਈਟ ਉਹਨਾਂ ਕੋਲ, ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ। ਫੰਡਾਮੈਂਟਲ ਰਾਈਟਸ ਉਹਨਾਂ ਦਾ ਮੁੱਢਲਾ ਅਧਿਕਾਰ ਆ, ਜਦੋਂ ਮਰਜ਼ੀ ਹਥਿਆਰ ਲੈ ਕੇ ਚਲਾ ਦਿੰਦੇ। ਬਸ ਬਿਲਕੁਲ ਸਹੀ ਆ। ਹੁਣ ਇੱਥੇ ਆਮ ਜਨਤਾ, ਫਿਰ ਉਹੀ ਆਮ ਜਨਤਾ, ਗੈਸ ਦੀ ਕਿੱਲਤ ਆਏਗੀ, ਆਮ ਜਨਤਾ ਨੂੰ ਆਏਗੀ। ਸੋ ਇਹ ਸਭ ਗੱਲਾਂ ਨੇ। ਔਰ ਜਿੱਥੋਂ ਪਾਈਪਲਾਈਨ ਤੋੜੀ ਹੈ ਉੱਥੋਂ ਜਿਹੜੀ ਗੈਸ ਰਿਸਦੀ ਪਈ, ਕਿਉਂਕਿ ਪਿੱਛੋਂ ਤੋਂ ਸਪਲਾਈ ਹੋ ਰਹੀ ਹੈ। ਜੇ ਪਿੱਛੋਂ ਸਪਲਾਈ ਬੰਦ ਹੋ ਗਈ ਹੋਵੇ ਗੈਸ ਦੀ, ਤਾਂ ਫਿਰ ਤੇ ਪਾਈਪ ਦੀ ਜ਼ਰੀਏ ਗੈਸ ਨਹੀਂ ਆ ਰਹੀ। ਪਰ ਜੇ ਗੈਸ ਲਗਾਤਾਰ ਆ ਰਹੀ ਹੈ ਤੇ ਤੁਸੀਂ ਪਾਈਪਲਾਈਨ ਤੋੜ ਦਿੱਤੀ ਹੈ ਤਾਂ ਗੈਸ ਤੇ ਵਾਤਾਵਰਣ 'ਚ ਫੈਲੇਗੀ, ਵਾਤਾਵਰਣ ਦੇ ਵਿੱਚ ਗੰਦਲਾ ਚੀਜ਼ ਹੋਏਗੀ, ਕਿਉਂਕਿ ਇਹ ਕੁਦਰਤੀ ਗੈਸ ਹੈ, ਪੈਟਰੋਲੀਅਮ ਗੈਸ ਹੈ, ਸਾਹ ਲੈਣਾ ਮੁਸ਼ਕਿਲ ਹੋ ਜਾਣਾ ਲੋਕਾਂ ਦਾ। ਨੰਬਰ 2 ਆ ਜਿਹੜੀ ਹੈਗੀ ਗੱਲ, ਇੱਕ ਜਦੋਂ ਚਾਈਨਾ ਨੇ ਕਿਹਾ ਕਿ ਇਹਨਾਂ ਦੇ ਸਾਡੇ ਵੱਲ ਆ ਜਾਂਦੇ ਆ ਗਵਾਰੇ, ਤਾਂ ਚਾਈਨਾ ਦਾ ਜਿਹੜਾ ਗਵਾਰਾ ਇਹਨਾਂ ਨੇ ਸੁੱਟਿਆ, ਜਿਹਦੇ ਵਿੱਚ ਸਪੇਸ ਪਤਾ ਕਿੰਨੀ ਹੈ? 3 ਬੱਸਾਂ ਜਿਸ 'ਚ 52 ਸੀਟਾਂ ਹੁੰਦੀਆਂ, ਜਿਸ 'ਚ ਲੋਕ ਬਹਿੰਦੇ ਆ, ਇੰਨੀ ਵੱਡੀ ਸਪੇਸ ਸੀ। ਚਾਈਨਾ ਮੁੱਕਰ ਗਿਆ। ਚਾਈਨਾ ਨੇ ਕਿਹਾ ਇਹ ਤਾਂ ਮੇਰਾ ਵੈਦਰ ਲਈ ਸੀਗਾ, ਵੈਦਰ ਦੀ ਸੂਚਨਾ ਸੀ, ਮੈਟੀਓਰੋਲੋਜੀਕਲ ਡਿਪਾਰਟਮੈਂਟ ਜਿਹੜਾ ਉਹਦੇ ਵੱਲੋਂ ਗਿਆ ਸੀਗਾ। ਔਰ ਅਮਰੀਕਾ ਦਾ ਤੁਹਾਨੂੰ ਪਤਾ ਕਿੰਨਾ ਸੈਂਸਿਟਿਵ ਹੈਗੀ ਏਰੀਆ, ਉਹਨਾਂ ਨੇ ਵੇਖ ਲਿਆ, ਉਹ ਕਹਿੰਦੇ ਨੇ ਇਹ ਜਸੂਸੀ ਗਵਾਰਾ ਸੀਗਾ। ਉਹਨਾਂ ਨੇ ਮਿਜ਼ਾਈਲ ਮਾਰ ਕੇ ਸੁੱਟ ਲਿਆ। ਔਰ ਚਾਈਨਾ ਦਾ ਤਕਰੀਬਨ ਸਾਰੇ ਕੰਟਰੀਆਂ ਨਾਲ ਇਸੇ ਤਰ੍ਹਾਂ ਦਾ ਰੌਲਾ ਰਹਿੰਦਾ। ਔਰ ਦੂਜਾ ਅਮਰੀਕਾ ਦਾ ਆਪਸੀ ਮੰਡੀ ਦਾ ਚੱਕਰ ਹੁੰਦਾ ਹੈ। ਹੁਣ ਅਮਰੀਕਾ ਕਿਉਂ ਇਹਦੇ ਵਿੱਚ ਆ ਗਿਆ? ਕਿਉਂ ਉਹਨੇ ਸਾਬੋਟਾਜ ਕਰਕੇ ਤੋੜ ਦਿੱਤਾ ਪਾਈਪਲਾਈਨ ਨੂੰ? ਉਹ ਇਸ ਕਰਕੇ ਕਰ ਦਿੱਤਾ ਕਿ ਉੱਥੇ ਹਥਿਆਰ ਵਿਕ ਰਹੇ ਉਹਦੇ, ਜਿਹੜਾ ਹੁਣ ਜਿੱਥੇ ਰਸ਼ੀਆ ਦੇ ਨਾਲ ਲੜਾਈ ਆ, ਔਰ ਰਸ਼ੀਆ ਤੋਂ ਬਾਅਦ ਯੂਕਰੇਨ ਦੀ ਹੈਲਪ ਅਮਰੀਕਾ ਕਰ ਰਿਹਾ, ਨਾਰਵੇ ਉਹਦੇ ਨਾਲ ਹੈਗਾ। ਇਹ ਹੁਣ ਬਣੇ ਅੰਡਰਗਰਾਊਂਡ ਜਿਹੜੇ ਗਰੁੱਪ ਬਣੇ। ਐਗਜ਼ੈਕਟਲੀ ਮਤਲਬ ਇਹ ਹੈ ਕਿ ਇੰਡੀਆ ਕਿਸੇ ਪਾਸੇ ਵੀ ਨਹੀਂ, ਕਿਉਂਕਿ ਇੰਡੀਆ ਕੋਲ ਤਾਂ ਹੈ ਹੀ ਕੁਝ ਨਹੀਂ, ਇੰਨਾ ਕੁਛ ਇਹਨੇ ਕੀ ਸਪਲਾਈ ਕਰਨਾ ਹੈਗਾ। ਇਹ ਤਾਂ ਜਿੱਥੇ ਕੋਈ ਭੁਚਾਲ ਹੈਗਾ, ਕੁਛ ਹੋਗਾ, ਉੱਥੇ ਕੰਬਲ ਭੇਜ ਦੋ, ਐਕਚੁਅਲੀ ਇਹਦੀ ਫੋਰਨ ਪਾਲਿਸੀ ਡਿਫਰੈਂਟ ਹੈ। ਇਹਦੀ ਫੋਰਨ ਪਾਲਿਸੀ ਇਹ ਨਹੀਂ, ਕਿਉਂਕਿ ਇੰਡੀਆ ਨੇ ਅੱਜ ਤੱਕ ਕਿਸੇ ਤੇ ਅਟੈਕ ਨਹੀਂ ਕੀਤਾ। ਹਾਂ, ਸੈਲਫ ਡਿਫੈਂਸ ਜ਼ਰੂਰ ਕੀਤੀ ਹੈ। ਇਹਦੀ ਹਿਸਟਰੀ ਹੈ, ਇੰਡੀਆ ਦੀ ਹਿਸਟਰੀ, ਔਰ ਠੀਕ ਹੈ, ਸਾਡੇ ਜੋ ਸੰਸਕਾਰ ਸ਼ੁਰੂ ਤੋਂ ਚੱਲੇ ਆ ਰਹੇ ਨੇ, ਵਧੀਆ ਹੈ ਸਾਡਾ ਕਲਚਰ। ਪਰ ਸਰਪਲਸ ਕੁਛ ਨਹੀਂ ਨਾ, ਬਾਹਰ ਵੇਚਣ ਲਈ ਤਾਂ ਕੁਛ ਹੈ ਨਹੀਂ, ਉਹਨਾਂ ਕੋਲ ਤਾਂ ਹੈਗਾ, ਹਥਿਆਰ ਨਹੀਂ ਹੈਗੇ, ਬਾਕੀ ਤੇ ਚੀਜ਼ਾਂ ਹੈਗੀਆਂ, ਕਣਕ ਵੀ ਦਿੰਦੇ ਆ, ਤੇਲ ਵੀ ਦਿੰਦੇ ਆ। ਹਾਲਾਂਕਿ ਇੰਡੀਆ ਵੀ ਆਪਣੀਆਂ ਪ੍ਰੋਡਕਸ਼ਨਸ ਕਰਨ ਲੱਗ ਪਿਆ ਹੈ ਹਥਿਆਰਾਂ ਦੀਆਂ, ਜਿਹੜੀਆਂ ਹੁਣ ਇਸ ਵਕਤ 26 ਜਨਵਰੀ ਦੀ ਪਰੇਡ ਦੇ ਵਿੱਚ ਕਾਫੀ ਜ਼ਿਆਦਾ ਪ੍ਰਦਰਸ਼ਨੀ ਹੋਈ ਹੈ। ਆਪਣੇ ਦੇਸ਼ ਦੇ ਵਿੱਚ ਹਥਿਆਰ ਬਣਨੇ ਸ਼ੁਰੂ ਹੋ ਗਏ ਨੇ, ਔਰ ਕਿਤੇ ਸਪਲਾਈ ਵੀ ਕਰਦਾ ਪਿਆ ਹੈ। ਜਿਉਂ ਇਹ ਪ੍ਰੋਡਕਸ਼ਨ ਵਧੇਗੀ ਸਪਲਾਈ ਵੀ ਕਰੇਗਾ। ਪਰ ਵਾਰਫੇਅਰ ਹੈ, ਲੜਾਈ ਹੈ। ਕੁਝ ਲੋਕ ਗਲਤੀ ਕਰਦੇ ਨੇ ਔਰ ਉਹਦਾ ਖਾਮਿਆਜ਼ਾ ਸਭ ਨੂੰ ਭੁਗਤਣਾ ਪੈਂਦਾ ਹੈ। ਲੜਾਈ ਦਾ ਤਾਂ ਇਹੀ ਸਿੱਟਾ ਨਿਕਲਦਾ। ਇੰਡੀਆ 'ਚ ਸ਼ਾਂਤੀ ਹੈਗੀ, ਇੰਡੀਆ 'ਚ ਸ਼ਾਂਤੀ ਹੈ, ਪਰ ਹੋਰ ਤਰ੍ਹਾਂ ਦਾ ਖਿੱਚੋਤਾਣੀ ਚੱਲਦੀ ਪਈ ਹੈ। ਤੁਸੀਂ ਸਿਆਸਤੀ ਹੁੰਦੀ ਹੈ, ਉਹ ਤਾਂ ਰਾਜਨੀਤੀ ਦਾ ਔਰ ਪਬਲਿਕ ਜੋ ਭੁਗਤਦੀ ਪਈ ਹੈ ਉਹ ਵੀ ਸਾਹਮਣੇ ਹੈ। ਉਹ ਤਾਂ ਹੈ ਹੀ ਹੈ, ਗਰੀਬੀ, ਭੁੱਖਮਰੀ, ਪਤਾ ਨਹੀਂ ਕੀ ਕੁਝ। ਕੋਈ ਵੀ ਦੇਸ਼ ਜਿਹੜਾ ਹੈਗਾ ਉਹ ਸਤਤ ਉੱਤੇ ਇਸ ਤਰੀਕੇ ਨਾਲ ਨਹੀਂ ਬੈਠਾ ਕਿ ਸ਼ਾਂਤੀ ਨਾਲ ਬੈਠਾ। ਹਰ ਦੇਸ਼ ਦੇ ਵਿੱਚ ਕੋਈ ਗੜਬੜ ਹੈਗੀ। ਬਿਲਕੁਲ ਗੁਆਂਢੀ ਦੇਸ਼ ਪਾਕਿਸਤਾਨ ਆ, ਇਹਦਾ ਹਾਲ ਪੁੱਛ ਲਓ। ਅਗਲੇ ਪਾਸੇ ਪੈਟਰੋਲ ਕਰਕੇ ਮਾਰ ਪਈ ਹੋਈ ਹੈ। ਅਫਗਾਨਿਸਤਾਨ ਨੂੰ ਚੱਲ ਜਾਓ, ਉੱਥੇ ਦੇਖ ਲਓ। ਇਹ ਜਿਹੜਾ ਪਾਕਿਸਤਾਨ ਹੈ, ਮਹਿੰਗਾਈ ਨਾਲ ਜੂਝ ਰਿਹਾ। ਤੇਲ ਦੇਖ ਲਓ ਕਿੰਨਾ ਮਹਿੰਗਾ, ਆਟਾ ਕਿੰਨਾ ਮਹਿੰਗਾ ਹੈਗਾ। ਉੱਥੇ ਰੋਟੀ ਨੂੰ ਤਰਸ ਰਹੇ ਲੋਕ। ਇਹ ਹੈਗਾ ਇੰਡਸਟਰੀ ਹੈ ਹੀ ਨਹੀਂ ਉੱਥੇ, ਸੂਈ ਤੱਕ ਨਹੀਂ ਬਣਦੀ। ਔਰ ਇਸੇ ਤਰ੍ਹਾਂ ਬੰਗਲਾਦੇਸ਼, ਸਾਡਾ ਨੇਪਾਲ, ਇੱਦਾਂ ਦੇ ਦੇਸ਼ ਆ, ਉਹਨਾਂ ਨੂੰ ਤਾਂ ਫਾਰ ਬੈਟਰ ਹੈ ਇੰਡੀਆ, ਫਾਰ ਬੈਟਰ ਹੈ। ਪਰ ਆਪਣੇ ਆਪ ਵਿੱਚ ਹੋਣਾ ਚਾਹੀਦਾ ਸਭ ਕੁਝ ਸਹੀ। ਉਹ ਕਈ ਵਾਰ ਆਪਾਂ ਮਜ਼ਾਕ ਕਹਿੰਦੇ ਆ ਨਾ, ਇੱਕ ਰਿਜ਼ਲਟ ਆਇਆ, ਉਹ ਕਹਿੰਦਾ ਉਹ ਵੀ ਫੇਲ ਹੋ ਗਿਆ, ਉਹ ਵੀ ਫੇਲ ਹੋ ਗਿਆ, ਉਹ ਵੀ ਫੇਲ ਹੋ ਗਿਆ। ਉਹ ਭਾਈ ਤੇਰਾ ਕੀ ਬਣਿਆ? ਕਹਿੰਦਾ ਮੈਂ ਵੀ ਫੇਲ ਹੋ ਗਿਆ। ਪਰ ਉਹਨਾਂ ਦਾ ਨਾਂ ਪਹਿਲੋਂ ਲਊਗਾ। ਹਾਂ, ਉੱਥੇ ਗੜਬੜ ਹੈਗੀ ਹੈ। ਮੇਰੀ ਕੰਪਾਰਟਮੈਂਟ ਆਈ ਤਾਂ ਵੀ ਥੋੜਾ ਬਹੁਤ ਉੱਚਾ ਉਹਨਾਂ ਨਾਲੋਂ, ਤੇ ਜੇ ਫੇਲ ਹੋਇਆ ਤਾਂ ਉਹਨਾਂ ਦਾ ਕੀ ਭੋਗ ਪਾ ਰਿਹਾ? ਆ ਵੀ ਤੇਰਾ ਹਾਲ ਉਹੀ ਆ। ਹਾਂ, ਸੋ ਇਹ ਚੱਲਦਾ ਹੈ। ਚਲੋ ਆਪਾਂ ਅੱਗੇ ਵਧੀਏ ਅਮਰੀਕਾ ਤੋਂ, ਕਿਉਂਕਿ ਜੋ ਵੀ ਹੋਇਆ ਸੁਖਾਵਾਂ ਹੋਣਾ ਚਾਹੀਦਾ ਹੈ। ਮਤਲਬ ਪਬਲਿਕ ਨੂੰ ਕਿਤੇ ਕੋਈ ਨੁਕਸਾਨ ਨਾ ਹੋਵੇ। ਸਹੀ ਗੱਲ ਤੇ ਇੰਨੀ ਹੈ। ਅੱਗੇ ਚਲੋ, BBC ਦਫ਼ਤਰਾਂ ਤੇ ਛਾਪੇ
ਤੀਜੇ ਦਿਨ ਵੀ ਜਾਰੀ ਨੇ, ਕਿਉਂਕਿ BBC ਨੇ ਇੱਕ ਡਾਕੂਮੈਂਟਰੀ ਬਣਾਈ ਹੈ ਜਿਸ ਨੂੰ ਬੈਨ ਕੀਤਾ ਗਿਆ, ਜੋ ਗੁਜਰਾਤ ਦੇ ਦੰਗਿਆਂ ਬਾਰੇ ਹੈ। ਭਾਰਤ ਦੇ ਵਿੱਚ ਬੈਨ ਕੀਤੀ ਗਈ, ਬਾਕੀ ਥਾਂ ਤੇ ਦੇਖੀ ਗਈ ਹੈ। ਕਹਿੰਦੇ ਨੇ ਭਾਰਤ ਵਿੱਚ ਵੀ ਲੁੱਕੇ ਛਿਪੇ ਦੇਖੀ ਗਈ ਹੈ। ਸੋ ਇਹ ਵੀ ਰਿਪੋਰਟਾਂ ਮਿਲਦੀਆਂ ਨੇ, ਕਿਉਂਕਿ ਸਭ ਕੁਝ ਤੇ ਬੈਨ ਨਹੀਂ ਨਾ ਕਰ ਸਕਦੇ, ਪਤਾ ਨਹੀਂ ਕਿੱਥੋਂ ਕਿੱਥੋਂ ਕਿਹੜੇ ਪਲੇਟਫਾਰਮ ਤੋਂ, ਡਿਜੀਟਲ ਹੈ ਸਭ ਕੁਝ, ਉਹ ਡਾਊਨਲੋਡ ਕਰ ਲੈਂਦੇ ਨੇ, ਉੱਥੋਂ ਦੇਖ ਲੈਂਦੇ ਨੇ। ਸੋ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ ਤੇ ਛਾਪੇਮਾਰੀ ਸ਼ੁਰੂ ਹੋ ਗਈ ਹੈ। ਸਰਵੇ ਚੱਲਦੀ ਪਈ ਹੈ ਇਨਕਮ ਟੈਕਸ ਦੀ, ਅੱਜ ਤੀਜਾ ਦਿਨ ਹੈ। BBC ਦੇ ਜਿਹੜੇ ਦਫ਼ਤਰ ਦਿੱਲੀ ਵੀ ਨੇ, ਮੁੰਬਈ ਵੀ ਨੇ, ਜਿੱਥੇ ਭਾਰਤ ਵਿੱਚ ਹੈਗੇ ਨੇ, ਉਹਨਾਂ ਦੀ ਸਰਵੇ ਚੱਲਦੀ ਪਈ ਹੈ। ਵੈਸੇ ਇਹ ਮਸਲਾ ਸਿਰਫ ਇੰਡੀਆ 'ਚ ਨਹੀਂ ਰਹਿ ਗਿਆ, ਬਾਹਰਲੇ ਦੇਸ਼ਾਂ 'ਚ ਵੀ ਫੈਲ ਗਿਆ, ਇਹਦੀ ਚਰਚਾ ਬਣ ਗਈ ਹੈ। ਕਿਉਂਕਿ ਜਿਹੜੀ BBC ਆ, ਇਹ ਜਿਹੜੀ ਇੱਕ ਏਜੰਸੀ ਇਸ ਤਰ੍ਹਾਂ ਦੀ ਹੈਗੀ ਆ, ਸਾਰੇ ਦੇਸ਼ਾਂ 'ਚ ਇਹਦੇ ਆਫਿਸ ਹੈਗੇ ਆ, ਔਰ ਇਹ ਕੰਮ ਵੀ ਜਿਹੜਾ ਕਰ ਰਹੀ ਹੈ ਵਰਲਡ ਵਾਈਡ ਕਰ ਰਹੀ ਕੰਮ। ਇਹਦੇ 'ਤੇ ਇਹ ਨਹੀਂ ਕਿ ਇੰਡੀਆ ਇਕੱਲੇ ਨਾਲ ਕਰ ਰਹੀ ਹੈ। ਪਰ ਆ ਜਿਹੜਾ ਗੁਜਰਾਤ ਦੰਗਿਆਂ ਦੇ ਨਾਲ ਰਿਲੇਟਡ ਡਾਕੂਮੈਂਟਰੀ ਆ, ਜਿਹਦੇ 'ਚ ਜੋ ਤਸ਼ੱਦਦ ਹੋਇਆ ਗੁਜਰਾਤ ਦੇ ਵਿੱਚ, ਉਹਦੇ ਅਕੋਰਡਿੰਗ ਜਿਹੜੀ ਇਹਨਾਂ ਨੇ ਡਾਕੂਮੈਂਟਰੀ ਬਣਾਈ ਆ, ਉਹ ਇੰਡੀਆ 'ਚ ਤਾਂ ਬੈਨ ਹੋਈ ਹੈ, ਬਾਹਰਲੇ ਦੇਸ਼ਾਂ 'ਚ ਵੀ ਇਹਨਾਂ ਕਰ ਦਿੱਤੀ। ਪਰ ਹੁਣ ਉਹਦੇ ਮੁਆਵਜ਼ਾ ਲੈਣ ਲਈ ਉਹਦੇ 'ਚ ਸਾਰਾ ਕੁਝ ਹੁਣ ਚੱਲ ਰਿਹਾ, ਰੇਡ ਪੈ ਗਏ ਆ BBC ਦੇ ਜਿੰਨੇ ਦਫ਼ਤਰ ਹੈਗੇ ਆ। ਪਰ ਉਹਦੇ ਵਿੱਚੋਂ ਇਹ ਨਹੀਂ ਕੀਤਾ, ਦੱਸਿਆ ਇਹਨਾਂ ਨੇ ਅਜੇ ਇਨਕਸ਼ਾਫ ਕੀਤਾ ਕਿ ਕੀ ਕੁਝ ਨਿਕਲਿਆ, ਉਹਨਾਂ ਦੀਆਂ ਕੀ ਗਲਤੀਆਂ ਸੀਗੀਆਂ, ਕਿੱਥੇ ਉਹਨਾਂ ਨੇ ਉਣਤਾਈਆਂ ਨਿਕਲੀਆਂ। ਇਹ ਸਾਰਾ ਕੁਝ ਪਾ ਲਾ ਕੇ ਕੁਝ ਨਹੀਂ ਅਜੇ ਜੇ ਹੈਗੇ ਆ। ਤਾਂ ਬੰਬੇ, ਦਿੱਲੀ ਦੇ ਜਿੱਥੇ ਦਫ਼ਤਰ ਹੈਗੇ, ਉੱਥੇ ਇਹਨਾਂ ਦੇ ਉੱਤੇ ਛਾਪੇ ਮਾਰੇ ਆ। ਪਰ ਉਹਦੇ ਵਿੱਚ ਬਾਹਰਲੇ ਦੇਸ਼ਾਂ, ਅਮਰੀਕਾ ਤੱਕ ਵੀ ਇਹਨਾਂ ਨੇ ਕਹਿ ਦਿੱਤਾ ਕਿ ਜਿਹੜਾ ਇਹ ਹੈਗਾ ਪੱਤਰਕਾਰੀ ਦਾ ਜਾਂ ਜਰਨਲਿਜ਼ਮ ਦਾ ਜਿਹਦੇ ਵਿੱਚ ਹੈਗੇ ਆ, ਉਹ ਲੋਕਤੰਤਰ ਇੰਡੀਆ ਹੈਗਾ, ਇੰਡੀਆ ਨੇ ਇਹ ਗੱਲ ਜਿਹੜੀ ਹੈ ਦੂਜੇ ਪਾਸੇ ਆ ਕੇ ਗਲਤ ਕਰ ਰਿਹਾ। ਕਿ ਉਹਦੇ ਵਿੱਚ ਜੇ ਪੱਤਰਕਾਰੀ ਨੂੰ ਜਿਉਂਦੇ ਰੱਖਣਾ, ਜਦੋਂ ਲੋਕਲ ਪੱਤਰਕਾਰ ਸਾਡੇ 'ਤੇ ਕੋਈ ਇਸ ਤਰ੍ਹਾਂ ਦਾ ਹਮਲਾ ਦਾ ਕੁਝ ਹੁੰਦਾ ਜਾਂ ਤਾਂ ਉਹ ਇੱਕਦਮ ਇਕੱਠੇ ਹੋ ਜਾਂਦੇ, ਯੂਨਾਈਟ ਹੋ ਜਾਂਦੇ ਆ ਕਿ ਸਾਡੇ ਹੱਕ 'ਤੇ ਇਹ ਥੋੜ੍ਹਾ ਜਿਹਾ ਇਹਨਾਂ ਨੇ ਇਸ ਤਰ੍ਹਾਂ ਦਾ ਨੁਕਸਾਨ ਪਹੁੰਚਾ ਰਿਹਾ। ਅਤੇ ਹੁਣ ਜਿਹੜਾ BBC ਹੈ ਅਤੇ ਵਰਲਡ ਵਾਈਡ ਬਹੁਤ ਵੱਡੀ ਪੱਤਰਕਾਰੀ 'ਚ ਅਤੇ ਆਪਣੇ ਨਾਂ 'ਚ ਬਹੁਤ ਵੱਡੀ ਹੈ। ਇਹਦੇ ਰੇਡੀਓ ਵੀ ਹੈਗੇ, ਇਹਦੇ ਕੋਲ ਟੈਲੀਵਿਜ਼ਨ ਵੀ ਹੈਗਾ, ਇਹਦੇ ਕੋਲ ਪੱਤਰਕਾਰੀ ਵੀ ਹੈਗੀ, ਸਾਰਾ ਕੁਝ ਹੈਗਾ ਜੀ। ਔਰ ਉਹਦੇ ਪਾ ਲਾ ਕੇ ਜੇ ਇਹਨਾਂ ਨੇ ਫਿਲਮ ਬਣਾਈ ਆ, ਉਹਨੂੰ ਘੱਟੋ ਘੱਟ ਜੇ ਹੈਗਾ ਤਾਂ ਉਹਨੂੰ ਕ੍ਰਿਟਿਸਾਈਜ਼ ਨਾ ਕਰੋ, ਹੈ ਕਿ ਨਹੀਂ। ਜੇ ਹੈਗਾ ਬਾਹਰਲੇ ਦੇਸ਼ਾਂ 'ਚ ਬੈਨ ਨਾ ਕਰਾਓ। ਔਰ ਉਹਦੇ ਵਿੱਚ ਜਾਚਕਾਂ ਦਾਇਰ ਹੋ ਗਈਆਂ, ਬਹੁਤ ਕੋਰਟ ਦੇ ਵਿੱਚ ਬਹੁਤ ਚਲੇ ਗਈਆਂ ਜਾਚਕਾਂ ਦੇ ਇਹਨੂੰ ਦੁਬਾਰਾ ਚਲਾਉਣ ਲਈ, ਦੀ ਸਕਰੀਨਿੰਗ ਕਰਨ ਲਈ। ਔਰ ਇਹ ਮਸਲਾ ਬੜਾ ਗੁੰਝਲਦਾਰ ਬਣ ਗਿਆ। ਮੰਨ ਲਓ ਜੇ BJP ਗੱਦੀ 'ਤੇ ਨਾ ਹੁੰਦੀ, ਪ੍ਰਧਾਨ ਮੰਤਰੀ ਆਪ ਨਾ ਹੁੰਦੇ ਮੋਦੀ ਜੀ, ਜਿਨ੍ਹਾਂ 'ਤੇ ਇਹ ਬਲੇਮ ਲਾਏ ਇਹਨਾਂ ਨੇ ਡਾਕੂਮੈਂਟਰੀ ਦੇ ਵਿੱਚ, ਔਰ ਜੇ ਕੋਈ ਕਾਂਗਰਸ ਬੈਠੀ ਹੁੰਦੀ ਤਾਂ ਉਸੇ ਵੇਲੇ ਓਪਨ ਕਰ ਦੇਣੀ ਸੀ, ਉਹਨਾਂ ਨੇ ਉਸੇ ਵੇਲੇ ਚਲਾ ਦੇਣੀ। ਪਾਵਰ ਇਹਨਾਂ ਕੋਲ ਹੈਗੀ ਆ। ਇਹਨਾਂ ਕੋਲ ਇਨਫੋਰਮੇਸ਼ਨ ਬ੍ਰੌਡਕਾਸਟ ਮਿਨਿਸਟਰੀ ਜਿਹੜੀ ਇਹਨਾਂ ਦੇ ਅੰਡਰ ਹੈ, ਜਿਹਦੇ 'ਚ ਜਿਹੜਾ ਇਹਨਾਂ ਨੂੰ ਦੇਖ ਰੇਖ ਕਰਦਾ ਕਿ ਕੀ ਚਲਾਉਣਾ ਕੀ ਨਹੀਂ ਚਲਾਉਣਾ। ਜਿੰਨੇ ਚੈਨਲ, ਜਿੰਨੇ ਰੇਡੀਓ, ਜਿੰਨੇ ਸਾਰੇ ਹੈ, ਪ੍ਰਸਾਰ ਭਾਰਤੀ ਦੇ ਅੰਡਰ ਹੈ, ਸਾਰਾ ਕੁਝ ਉਹ ਕਰ ਰਹੀ ਹੈ। ਉਹਦੇ CEO ਦੇਖ ਰਹੇ ਆ। ਪਰ ਜੇ ਦੇਖ ਲਓ, ਜੇ ਉਹਨਾਂ ਨੂੰ ਚੰਗਾ ਨਹੀਂ ਲੱਗਾ, ਉਹਨਾਂ ਨੂੰ ਲੱਗਿਆ ਕਿ ਇਹਦੇ ਵਿੱਚ ਕਈ ਊਣਤਾਈਆਂ ਜਾਂ ਕੁਝ ਹੋ ਸਕਦਾ, ਤਾਂ ਉਹਨਾਂ ਨੇ ਬੰਦ ਕਰ ਦਿੱਤੀ, ਨਹੀਂ ਚੱਲਣ ਦਿੱਤੀ। ਪਰ ਖੰਨਾ ਜੀ ਇੱਕ ਗੱਲ ਹੈਗੀ ਹੈ, ਇਹਦੇ ਨਾਲ ਜੇ ਚੱਲਦੀ, ਇਹਦੇ ਨਾਲ ਕਈ ਕੁਝ ਹੋਣਾ ਸੀ, ਕਈ ਦੀ ਲੜਾਈਆਂ ਹੋਣੀਆਂ ਸੀ, ਤੋੜ ਭੰਨ ਹੋਣੀ ਸੀ, ਗੌਰਮੈਂਟ ਦਾ ਬੜਾ ਨੁਕਸਾਨ ਹੋਣਾ ਸੀਗਾ। ਘੱਟੋ ਘੱਟ ਇਹਦੇ ਨਾਲ ਪੀਸਫੁਲ ਤਾਂ ਹੈਗਾ ਸਾਰਾ ਕੁਝ ਦੇਸ਼, ਕੋਈ ਸ਼ਾਂਤੀ ਤਾਂ ਹੈ ਨਾ, ਉਹ ਤਾਂ ਠੀਕ ਕਿਤੇ ਰੌਲਾ ਤਾਂ ਨਹੀਂ ਨਾ ਹੈਗਾ। ਇਹ ਵੀ ਠੀਕ ਹੈ ਕਿ ਤੁਸੀਂ ਐਡਮਿਨਿਸਟ੍ਰੇਸ਼ਨ ਦੇ ਹਿਸਾਬ ਦੇ ਨਾਲ ਬੈਨ ਕਰ ਦਿੱਤਾ, ਓਕੇ। ਹੁਣ ਇਹ ਕੀ ਮੈਸੇਜ ਆ ਰਿਹਾ ਕਿ ਤੁਸੀਂ ਨਾਲ ਦੀ ਨਾਲ ਇਨਕਮ ਟੈਕਸ ਦਾ ਸਰਵੇ ਸ਼ੁਰੂ ਕਰ ਦਿੱਤਾ? ਇਹ ਗਲਤ, ਇਹ ਮੈਸੇਜ ਜਿਹੜਾ ਨੇ ਇਹ ਜਾ ਰਿਹਾ ਕਿ ਤੁਸੀਂ ਜੋ ਐਕਸਪਰਟਸ ਮੰਨਦੇ ਨੇ, ਇਹ ਨਹੀਂ ਕਰਨਾ ਚਾਹੀਦਾ। ਜੋ ਐਕਸਪਰਟਸ ਮੰਨਦੇ ਨੇ ਕਿ ਇਹ ਜਿਹੜਾ ਸਟੈਪ ਹੈ ਨਾ, ਕਿਤੇ ਨਾ ਕਿਤੇ ਭਾਰਤ ਦੇ ਸਾਖ ਦੇ ਉੱਤੇ ਕੁਐਸਚਨ ਮਾਰਕ ਲੱਗਣਾ ਸ਼ੁਰੂ ਹੋ ਗਿਆ ਕਿ ਆ ਕੀ ਕੀਤਾ, ਕਿ ਸ਼ਾਇਦ ਉਹਨਾਂ ਨੇ ਡਾਕੂਮੈਂਟਰੀ ਬਣਾਈ, ਇਸ ਕਰਕੇ ਤੁਸੀਂ ਇਨਕਮ ਟੈਕਸ ਦੀ ਸਰਵੇ ਕਰਵਾਉਣੀ ਸ਼ੁਰੂ ਕਰ ਦਿੱਤੀ, ਜਿਹੜੀ ਅੱਜ ਤੋਂ ਪਹਿਲਾਂ ਕਦੀ ਹੋਈ ਨਹੀਂ। ਸੋ ਇਹਦਾ ਨਤੀਜਾ ਕੀ ਨਿਕਲਦਾ ਹੈ, ਇਹ ਆਉਣ ਵਾਲਾ ਸਮਾਂ ਦੱਸੇਗਾ। ਜੇ ਬਿਲਕੁਲ ਪਾਕ ਸਾਫ਼ BBC ਨਿਕਲ ਆਉਂਦੀ ਹੈ ਤਾਂ ਫਿਰ ਕੀ ਜਵਾਬ ਹੈ? ਵੇਖੋ, ਜਿੱਦਾਂ ਹੁਣ ਕੇਸ ਹੋ ਰਿਹਾ ਨਾ, ED ਇਨਕੁਆਰੀ ਲਈ, ਪੁੱਛ ਪੜਤਾਲ ਲਈ ਬਿਠਾ ਲੈਂਦੇ ਆ, CBI ਆ ਜਾਂਦੀ ਉਸ ਵੇਲੇ। ਫਿਰ ਪੰਜਾਬ ਤੋਂ ਲਾ ਲਓ, ਪੰਜਾਬ 'ਚ ਵਿਜੀਲੈਂਸ ਕਿੰਨੇ ਕੇਸ ਕੱਢੇ ਨੇ ਸਾਰੇ ਮੰਤਰੀਆਂ ਦੇ, ਚਾਹੇ ਉਹ ਕਾਂਗਰਸ ਦਾ, ਚਾਹੇ ਅਕਾਲੀ ਦਲ ਦਾ ਸੀ, ਸਾਰੇ ਮੰਤਰੀਆਂ ਨੂੰ ਉਹਨਾਂ ਨੇ ਇਸ ਵੇਲੇ ਉਹਨਾਂ ਦਾ ਸੌਣਾ ਜਿਹੜਾ ਨੀਂਦ ਹਰਾਮ ਕਰ ਦਿੱਤੀ ਹੈ। ਔਰ ਉਦੋਂ ਦੇਖੋ, ਉਦੋਂ ਵਿਜੀਲੈਂਸ ਵੀ ਤਾਂ ਇੱਥੇ ਸੀ, ਉਦੋਂ ਵੀ CBI ਇੱਥੇ ਸੀ, ਉਦੋਂ ਵੀ ED ਇੱਥੇ ਸੀਗੇ, ਸਾਰਾ ਕੁਝ। ਇਹ ਹੁੰਦਾ ਵਾ ਕਿਹਦਾ, ਤੁਹਾਡਾ ਗੱਦੀ 'ਤੇ ਕੌਣ ਬੈਠਾ ਹੈਗਾ, ਫਿਰ ਉਹਦਾ ਇਸ਼ਾਰਾ ਕੀ ਹੈਗਾ, ਕਿਹਨਾਂ ਨੂੰ ਫੜਨਾ, ਕਿਹਨਾਂ ਨੂੰ ਲਿਆਉਣਾ। ਇਹ ਵਾਰੀ ਦਾ ਵੱਟਾ ਹੈਗਾ। ਜਿਹੜੇ ਹੁਣ ਅੰਦਰ ਹੈਗੇ, ਜਦੋਂ ਬਾਹਰ ਆ ਗਏ, ਉਹ ਮੰਤਰੀ ਬਣ ਗਏ, ਜਦੋਂ ਮੁੱਖ ਮੰਤਰੀ ਬਣ ਗਏ, ਉਹਨਾਂ ਨੇ ਕਰ ਲੈਣਾ ਸਾਰਾ ਕੁਝ ਹੈ। ਉਹਨਾਂ ਨੂੰ ਪਤਾ ਵੀ ਇਹ ਵੀ ਭ੍ਰਿਸ਼ਟ ਹੈਗੇ ਲੋਕ, ਇਹ ਵੀ ਪੰਜਾਬ ਦੇ ਰਹਿਣ ਵਾਲੇ ਹੈਗੇ, ਇਹ ਵੀ ਇਹੋ ਕੰਮ ਕਰਦੇ ਆ। ਔਰ ਕਈ ਇਨਸੀਡੈਂਟ ਇੱਦਾਂ ਦੇ ਜਿਹੜੀ ਮੌਕੇ ਦੀ ਸਰਕਾਰ ਇਹਦੇ ਕੋਲ ਵੀ ਹੈਗੇ ਆ, ਜਿਹੜੀ ਸਰਕਾਰਾਂ ਚਲ ਗਈਆਂ ਉਹਨਾਂ ਦੇ ਵੀ ਹੈਗਾ। ਕੋਈ ਦੁੱਧ ਨਾਤਾ ਨਹੀਂ ਹੈਗਾ ਇੱਥੇ, ਚਾਹੇ ਪੂਰਾ ਅਮਰੀਕਾ ਤੋਂ ਲੈ ਕੇ ਤੁਸੀਂ ਪੂਰੀ ਦੁਨੀਆ ਦੇ ਦੇਸ਼ਾਂ ਦੀ ਪੁੱਛ ਪੜਤਾਲ ਕਰ ਲਓ, ਸਾਰਿਆਂ ਦੇ ਵਿੱਚ ਹੇਰਾਫੇਰੀ ਹੈਗੀ ਹੈ। ਔਰ ਬਾਕਾਇਦਾ ਤੌਰ 'ਤੇ ਅਸੀਂ ਆਪ ਇਸ ਚੈਨਲ 'ਤੇ ਕਰਦੇ ਹਾਂ, ਔਰ ਉਹਦੇ ਵਿੱਚ ਸਾਰੀਆਂ ਘਟਨਾਵਾਂ ਨੂੰ ਅਸੀਂ ਮੱਦੇਨਜ਼ਰ ਰੱਖ ਕੇ ਉਹ ਰੱਖਦੇ ਵੀ ਕੌਣ ਬੰਦਾ ਕੀ ਕਰ ਰਿਹਾ ਹੈਗਾ, ਉਹ ਸਾਰਾ ਕੁਝ ਪੂਰੀ ਦੁਨੀਆ ਦੇ ਵਿੱਚ ਜਿੱਥੇ ਮਰਜ਼ੀ ਚਲੇ ਜਾਓ, ਪੋਲੀਟੀਸ਼ੀਅਨਸ ਇੱਕੋ ਜਿਹੇ ਹੁੰਦੇ। ਸਹੀ ਗੱਲ, ਇੱਕੋ ਜੀ ਸੋਚ, ਇੱਕੋ ਜੀ ਆ, ਕਿਉਂਕਿ ਉਹ ਇੱਕ ਵੱਖਰੀ ਕੈਟਾਗਰੀ ਹੈ।
ਪੋਲੀਟੀਸ਼ੀਅਨਸ ਤਕਰੀਬਨ ਇੱਕੋ ਜਿਹੇ ਇੱਕੋ ਜਿਹੇ ਨੇ, ਕੋਈ ਖਾਸ ਫਰਕ ਨਹੀਂ ਹੁੰਦਾ। ਬੋਲਣਾ, ਸੱਚ ਦੇ ਨੇੜੇ ਨਹੀਂ ਜਾਣਾ ਇਹਨਾਂ ਨੇ, ਹੈ ਨਾ। ਜੋ ਕਰਨਾ, ਜੋ ਕਹਿਣਾ ਉਹ ਕਰਨਾ ਨਹੀਂ, ਜੋ ਕਰਨਾ ਵਾ ਉਹ ਕਹਿੰਦੇ ਨਹੀਂ ਗੇ, ਕਰ ਕੁਝ ਹੋਰ ਹੀ ਜਾਂਦੇ ਆ। ਕਹਿਣੀ ਤੇ ਕਥਨੀ ਦਾ ਸੁਮੇਲ ਨਹੀਂ ਗਾ। ਔਰ ਕਈ ਵਾਰ ਜਦੋਂ ਇਹਨਾਂ ਦੀ ਭਾਸ਼ਣਬਾਜ਼ੀ ਤੁਸੀਂ ਸੁਣਦੇ ਹੁੰਦੇ ਹੋ ਨਾ, ਹਾਂ, ਤੁਹਾਨੂੰ ਪਤਾ ਹੁੰਦਾ ਹੈ ਕਿ ਝੂਠ ਬੋਲ ਰਿਹਾ, ਸਹੀ, ਤੁਹਾਨੂੰ ਪਤਾ ਹੁੰਦਾ ਸੱਚ ਕੀ ਹੁੰਦਾ ਹੈ। ਔਰ ਉਸ ਵਕਤ ਤੁਹਾਨੂੰ ਬੜਾ ਅਜੀਬ ਜਿਹਾ ਮਹਿਸੂਸ ਹੋ ਰਿਹਾ ਹੁੰਦਾ ਹੈ ਕਿ ਸਰੇਆਮ ਝੂਠ ਬੋਲ ਰਿਹਾ ਹੈ ਔਰ ਅਸੀਂ ਸੁਣ ਰਹੇ ਹਾਂ, ਅਸੀਂ ਐਕਸੈਪਟ ਵੀ ਕਰ ਰਹੇ ਹਾਂ। ਔਰ ਇਹ ਆਪਣੀ ਜੋ ਸਾਰੀ ਕਾਰਵਾਈ ਹੈ ਉਹਨੂੰ ਕਿੱਦਾਂ ਕਵਰ ਅਪ ਕਰਨ ਲੱਗੇ ਹੋਏ ਨੇ। ਅਸੀਂ ਸਭ ਸਮਝਦੇ ਹੁੰਦੇ ਹਾਂ, ਸਾਰੇ ਲੋਕ ਸਮਝਦੇ ਹੁੰਦੇ ਨੇ, ਅਸੀਂ ਕਿਹੜਾ ਵੱਖਰੇ ਹਾਂ ਸਭ ਨਾਲੋਂ, ਸਭ ਸਮਝਦੇ ਹਾਂ ਤੇ ਅਸੀਂ ਵੀ ਸਮਝਦੇ ਹਾਂ, ਦੇਖਦੇ ਹੁੰਦੇ ਹਾਂ, ਬੈਠੇ ਹੁੰਦੇ ਹਾਂ ਭਈ ਸਰੇਆਮ ਝੂਠ ਬੋਲ ਰਹੇ ਨੇ ਤਾਂ ਅਸੀਂ ਸੁਣ ਰਹੇ ਹਾਂ, ਠੀਕ ਹੈ, ਐਕਸੈਪਟ ਹੋ ਰਿਹਾ। ਔਰ ਜਿਹੜੀ ਗੱਲ ਇਹ ਹੈ ਕਿ ਪਹਿਲਾਂ ਵੀ ਕਈ ਵਾਰ ਗਵਰਨਮੈਂਟ ਦੇ ਉੱਤੇ ਗੱਲ ਕਹੀ ਗਈ ਹੈ ਕਿ ਈਡੀ ਨੂੰ ਇਸਤੇਮਾਲ ਕੀਤਾ ਜਾਂਦਾ ਹੈ, ਇਨਕਮ ਟੈਕਸ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਉਹਨਾਂ ਲੋਕਾਂ ਨੂੰ ਸਬਕ ਸਿਖਾਉਣ ਲਈ ਜੋ ਵੀ ਕੋਈ ਸੱਚ ਬੋਲਣ ਦੀ ਕੋਸ਼ਿਸ਼ ਕਰਦਾ ਹੈ ਜਾਂ ਵੀ ਜੋ ਵੀ ਕੋਈ ਸਵਾਲ ਪੁੱਛਣ ਦੀ ਕੋਸ਼ਿਸ਼ ਕਰਦਾ ਹੈ। ਇਹ ਆਲਰੇਡੀ ਐਕਸਪਰਟਸ ਜਿਹੜੇ ਨੇ ਆਪਸ ਦੇ ਵਿੱਚ ਚਰਚਾ ਕਰਦੇ ਨੇ ਕਿ ਇਹ ਡੈਮੋਕ੍ਰੇਸੀ ਦਾ ਕੀ ਹਾਲ ਬਣਿਆ ਪਿਆ ਭਾਰਤ ਦੇ ਅੰਦਰ, ਇਹ ਗੱਲ ਹੁੰਦੀ ਹੈ। ਔਰ ਉਸ ਤੋਂ ਉੱਤੇ ਜੋ ਇਹ BBC ਦੇ ਦਫ਼ਤਰਾਂ ਦੇ ਉੱਤੇ ਹੁਣ ਇਨਕਮ ਟੈਕਸ ਦੀ ਸਰਵੇ ਚੱਲਦੀ ਪਈ ਹੈ, ਇਹ ਫਿਰ ਉਸੇ ਵੱਲ ਗੱਲ ਸੋਲਿਡ ਹੋਣ ਜਾ ਰਹੀ ਹੈ ਕਿ ਵਾਕਈ ਤੁਸੀਂ ਇੱਦਾਂ ਇਨਕਮ ਟੈਕਸ ਦਾ ਸਰਵੇ ਕਰਵਾਉਂਦੇ ਹੋ। ਐਕਸਪਰਟਸ ਕਹਿੰਦੇ ਨੇ ਦੱਸੋ ਹੁਣ ਕੀ ਰਾਏ ਦਈਏ ਅਸੀਂ ਇਸ ਬਾਰੇ। ਮੇਰਾ ਖਿਆਲ ਹੈ ਇਹ ਪਹਿਲੀ ਵਾਰ ਹੋਇਆ ਜਦੋਂ ਇੰਡੀਆ 'ਚ ਉਹਨਾਂ 'ਤੇ ਇਹ ਬੈਨ ਕਰ ਦਿੱਤਾ ਉਹਨਾਂ ਦੀ ਡਾਕੂਮੈਂਟਰੀ 'ਤੇ। ਇਹ ਫਿਲਮ ਡਿਵੀਜ਼ਨ ਜਿੱਦਾਂ ਆਪਣੀਆਂ ਇਹਨਾਂ ਦੀ ਆਪਣੀਆਂ ਪੰਜਾਬ ਦੀਆਂ ਤੇ ਰਹੀਆਂ, ਸੈਂਟਰ ਦਾ ਵੀ ਹੈਗਾ ਫਿਲਮ ਡਿਵੀਜ਼ਨ, ਉਹ 'ਚ ਵੀ ਡਾਕੂਮੈਂਟਰੀ ਬਣਦੀਆਂ। ਔਰ BBC ਦੀ ਜਿੰਨੀਆਂ ਵੀ ਫਿਲਮਾਂ ਬਣੀਆਂ ਕੋਈ ਅਜੇ ਤੱਕ ਰੋਕੀ ਨਹੀਂ ਗਈ, ਇਹ ਰੋਕੀ ਗਈ ਆ, ਇਹਦੇ 'ਤੇ ਇਹਨਾਂ ਨੇ ਬੈਨ ਲਾ ਦਿੱਤਾ। ਹਾਲਾਂਕਿ ਜਿਹੜੀ ਇਹ ਸੱਚ 'ਤੇ ਆਧਾਰਿਤ ਹੁੰਦੀ ਆ। ਆਪਾਂ ਇੱਕ ਦਿਨ ਗੱਲ ਕਰ ਰਹੇ ਸੀ, ਜਿਹੜੀ ਫੀਚਰ ਫਿਲਮ ਆ ਉਹ ਕ੍ਰੀਏਟ ਕੀਤੀ ਗਈ ਹੁੰਦੀ ਆ, ਉਹ ਕ੍ਰੀਏਸ਼ਨ ਹੁੰਦੀ ਆ, ਉਹਦੇ ਪਿੱਛੇ ਸਟੋਰੀ ਹੁੰਦੀ ਆ, ਲਵ ਸਟੋਰੀ ਹੁੰਦੀ ਆ, ਜਜ਼ਬਾਤ ਹੁੰਦੇ ਆ, ਉਹਦੇ ਵਿੱਚ ਸੈਂਟੀਮੈਂਟਲ ਜੋੜਿਆ ਹੁੰਦਾ, ਇੰਟਰਟੇਨਮੈਂਟ ਹੁੰਦਾ। ਜਿਹੜੀ ਡਾਕੂਮੈਂਟਰੀ ਆ ਇਟ ਇਜ਼ ਬੇਸਡ ਔਨ ਫੈਕਟ, ਜੋ ਫੈਕਟ ਹੁੰਦੇ ਆ ਉਹਨਾਂ ਨੂੰ ਲੈ ਕੇ ਤੇ ਫਿਰ ਉਹਨਾਂ ਨੇ ਬਣਾਇਆ ਹੁੰਦਾ। ਔਰ ਸਟੇਟਮੈਂਟਾਂ ਹੁੰਦੀਆਂ ਲੋਕਾਂ ਦੀਆਂ ਜਿਹੜੇ ਜੀਂਦੇ ਜਾਗਦੇ ਲੋਕ ਹੈਗੇ ਆ। ਔਰ ਉਹ ਵੀ ਫਿਲਮ ਹੈ, ਇਹ ਵੀ ਫਿਲਮ ਹੈ, ਇਹ ਡਾਕੂਮੈਂਟਰੀ ਫਿਲਮ ਹੈ ਜਿਹਨੂੰ ਪੰਜਾਬੀ ਵਿੱਚ ਦਸਤਾਵੇਜ਼ੀ ਫਿਲਮ ਕਹਿੰਦੇ, ਬੇਸਡ ਔਨ ਡਾਕੂਮੈਂਟਸ। ਉਹੀ ਹੈ, ਡਾਕੂਮੈਂਟਸ ਹਨ ਜਿਹੜੇ ਉਹਦੇ ਅਕੋਰਡਿੰਗ ਹੁੰਦੀ ਹੈ। ਔਰ ਉਹਦੇ ਵਿੱਚ ਕੌਣ ਕਹੂਗਾ ਇਹ ਝੂਠ ਹੈ, ਸਾਰਾ ਕੁਝ ਹੈਗਾ। ਫਿਰ ਇੰਡੀਆ ਕਿੰਨਾ ਕੁ ਵੱਡਾ ਹੈਗਾ। ਔਰ BBC ਦੀ ਕ੍ਰੈਡੀਬਿਲਿਟੀ ਅਸੀਂ ਸਾਰੇ ਮੰਨਦੇ ਹਾਂ ਕਿ BBC ਵਿਦਆਊਟ ਰਿਸਰਚ ਕੁਝ ਨਹੀਂ ਕਰਦੀ ਇੱਦਾਂ ਦਾ ਕਿ ਜਿਹੜਾ ਤੁਸੀਂ ਕਹੋ ਕਿ ਇਤਰਾਜ਼ਯੋਗ ਹੈ, ਉਹਨੇ ਪੂਰੀ ਰਿਸਰਚ ਕੀਤੀ ਹੁੰਦੀ ਹੈ। ਫਿਰ ਵੀ ਗੁੰਜਾਇਸ਼ ਹੈ, ਸਕੋਪ ਹੈ, ਕਿਉਂਕਿ ਹਿਊਮਨ ਐਰਰ ਹੋ ਸਕਦੀ ਹੈ, ਇਨਸਾਨ ਬਣਾਉਂਦੇ ਨੇ, ਕਿਤੇ ਨਾ ਕਿਤੇ ਗਲਤੀ ਹੋ ਸਕਦੀ ਹੈ ਤੇ ਉਹਦੇ ਉੱਤੇ ਡਿਬੇਟ ਹੋਵੇ, ਉਹਦੇ ਉੱਤੇ ਗੱਲਬਾਤ ਹੋਵੇ, ਸਾਰੇ ਤੱਥ ਪੇਸ਼ ਕੀਤੇ ਜਾਣ ਕਿ ਕੀ ਗੱਲ ਹੈ, ਕੀ ਬਾਤ ਹੈ, ਕਿਉਂ ਇਹ ਇਦਾਂ ਕਰ ਰਹੇ ਨੇ। ਦੂਜੀ ਗੱਲ ਇਹ ਕਹੀ ਜਾ ਰਹੀ ਹੈ ਕਿ ਭਾਰਤ ਦੇ ਵਿੱਚ ਹੁਣ G20 ਹੋਣ ਵਾਲਾ ਹੈ, ਇਲੈਕਸ਼ਨਸ ਹੋਣ ਵਾਲੀਆਂ ਨੇ ਔਰ ਇਕਨੋਮੀ ਸਟਰੋਂਗ ਹੋ ਰਹੀ ਹੈ ਔਰ ਇਸ ਕਰਕੇ ਇਕਨੋਮੀ ਦੇ ਉੱਤੇ ਅਟੈਕ ਮਾਰਨ ਵਾਸਤੇ ਅਡਾਨੀ ਗਰੁੱਪ ਦੇ ਖਿਲਾਫ ਹਿੰਡਨਬਰਗ ਦੀ ਰਿਪੋਰਟ ਆਉਣੀ, ਉਹ ਵੀ ਇੱਕ ਗੱਲ ਵੱਡੀ ਘਟਨਾ ਕਹੀ ਜਾ ਰਹੀ ਹੈ। ਔਰ BBC ਦੀ ਡਾਕੂਮੈਂਟਰੀ ਉੱਤੇ ਵੀ ਇਹ ਗੱਲ ਹੋ ਜਾ ਰਹੀ ਹੈ ਕਿ ਭਾਰਤ ਦੀ ਸਾਖ ਨੂੰ ਵਿਸ਼ਵ ਪੱਧਰ ਤੇ ਖਤਮ ਕਰਨ ਵਾਸਤੇ ਜਾਂ ਖਰਾਬ ਕਰਨ ਵਾਸਤੇ ਇਹ ਚੀਜ਼ਾਂ ਹੋ ਰਹੀਆਂ ਨੇ। ਤੇ ਕਿਉਂਕਿ G20 ਹੋਣ ਜਾ ਰਿਹਾ ਇੱਥੇ, ਭਾਰਤ ਉਹਨੂੰ ਹੋਸਟ ਕਰ ਰਿਹਾ, ਸੋ ਭਾਰਤ ਦੀ ਇਮੇਜ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ। ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ। ਇਸ ਵੇਲੇ ਜਿਹੜੀ ਮੌਕੇ ਦੀ ਹੁਕੂਮਤ ਹੈ ਕੇਂਦਰ ਦੀ, ਉਹਦੇ ਤੇ ਦੋ ਜਿਹੜੀਆਂ ਚੀਜ਼ਾਂ ਜਿਹੜੀਆਂ ਉਹਦਾ ਇਮੇਜ ਡਾਊਨ ਕਰਨੀ ਆ ਗਈਆਂ। ਅਡਾਨੀ ਵਾਲਾ ਬਹੁਤ ਵੱਡੀ ਘਟਨਾ ਵਾਪਰ ਗਈ ਹੈ, ਇੱਕ BBC ਵਾਲੀ। ਇਹ ਇਸ ਵੇਲੇ ਸੈਂਟਰ 'ਚ ਲੋਕਾਂ ਦੇ ਨਜ਼ਰ ਦੇ ਵਿੱਚ ਹੈਗੀ ਹੈ। ਲੋਕ ਚਾਹ ਰਹੇ ਆ ਕਿ ਇਹਦੇ ਵਿੱਚ ਕੌਣ ਝੂਠਾ ਤੇ ਕੀ ਸੱਚ ਹੈਗਾ। ਔਰ ਉਹਦੇ ਵਿੱਚ ਓਪੋਜੀਸ਼ਨ ਨੇ ਰੌਲਾ ਪਾਇਆ ਸੀਗਾ ਕਿ ਇਹਦੇ ਵਿੱਚ ਚਰਚਾ ਕਰਾਈਏ, ਉਹਦਾ ਚਰਚਾ ਨਹੀਂ ਹੋਈ। ਉਸ ਤੋਂ ਬਾਅਦ ਜਾਚਕਾਂ ਦਾਇਰ ਹੋ ਗਈਆਂ, ਸੁਪਰੀਮ ਕੋਰਟ ਤੱਕ ਚਲੇ ਗਿਆ। ਕੇਂਦਰ ਨੂੰ ਸੁਪਰੀਮ ਕੋਰਟ ਨੇ ਪੁੱਛਿਆ ਕਿ ਤੁਸੀਂ ਦੱਸੋ ਇਹਦੇ ਵਿੱਚ ਆ ਕੀ ਕੁਛ ਹੈਗਾ, ਕੀ ਲਕੂਨਾ ਹੈਗਾ, ਕੀ ਇਹਦੇ ਵਿੱਚ ਹੈਗਾ, ਇਹਦਾ ਜਵਾਬ ਦਿਓ। ਔਰ ਉਹ ਸਾਰਾ ਕੁਛ ਸੈਂਟਰ ਔਰ ਕਲੈਸ਼ ਜੁਡੀਸ਼ਰੀ 'ਚ। ਇੱਕ ਹੋਰ ਚੀਜ਼, ਜਿਹੜਾ ਪ੍ਰਾਈਮ ਮਿਨਿਸਟਰ ਰਿਲੀਫ ਫੰਡ ਹੈ ਉਹਦੇ ਉੱਤੇ ਵੀ ਕੁਐਸਚਨ ਮਾਰਕ ਲੱਗਦੇ ਪਏ ਨੇ, ਉਹ ਵੀ ਗੱਲ ਹੋ ਰਹੀ ਹੈ। ਹੋਰ ਵੀ ਕਈ ਇਸ਼ੂਜ਼ ਨੇ। ਇੱਕ ਹੋਰ ਬੜਾ ਬਰਨਿੰਗ ਹੈ ਕਿ ਜਿਹੜੀ ਪੈਨਸ਼ਨ ਮਿਲਦੀ ਹੈ ਇੰਪਲੋਈਜ਼ ਨੂੰ, ਰਿਟਾਇਰਮੈਂਟ ਪੈਨਸ਼ਨ, ਉਹਦੇ ਉੱਤੇ ਇੱਕ ਪੁਰਾਣੀ ਸਕੀਮ, ਨਵੀਂ ਸਕੀਮ, ਉਹ ਦੋਨਾਂ ਨੂੰ ਲੈ ਕੇ ਉਹ ਵੀ ਇੱਕ ਰੇੜਕਾ ਪਿਆ ਹੋਇਆ ਕਿ ਇਹ ਕਿਸ ਪਾਸੇ ਗੱਲ ਜਾ ਰਹੀ ਹੈ। 2004 ਵਾਲੀ ਜਿਹੜੀ ਸੀ ਨਾ ਪੈਨਸ਼ਨ, ਕੁਝ ਸਟੇਟਾਂ ਨੇ ਕਰ ਦਿੱਤੀ ਸ਼ੁਰੂ, ਸੈਂਟਰ ਨੇ ਨਹੀਂ ਕੀਤੀ। ਔਰ ਕੀ ਇਵਨ ਪੰਜਾਬ ਵਿੱਚ ਵੀ ਨਹੀਂ ਹੋਈ। ਔਰ ਜਦੋਂ ਦੂਜੇ ਸਟੇਟ ਕਰੀ ਜਾਂਦੇ ਆ ਤਾਂ ਪੰਜਾਬ ਨੂੰ ਕੀ ਗੱਲ, ਇਹ ਕਿਉਂ ਨਹੀਂ ਕਰਦੇ? ਉਹੀ ਬੱਚੇ ਆ, ਉਹਨੇ ਪੜ੍ਹੇ ਲਿਖੇ ਆ, ਉਹੀ ਜੌਬ ਹੈਗੀ ਆ, ਉਹਨੇ ਘੰਟੇ ਕੰਮ ਕਰਦੇ ਆ, ਇਹ ਕੀ ਲੋਕਤੰਤਰ। ਔਰ ਉਸੇ ਗੱਲ ਦੇ ਉੱਤੇ ਹੀ ਇਹ ਵੀ ਗੱਲਾਂ ਹੋ ਰਹੀਆਂ ਨੇ ਕਿ ਇਹ ਵੀ ਇਲੈਕਸ਼ਨਸ ਦੇ ਉੱਤੇ ਇਫੈਕਟ ਕਰਨ ਜਾ ਰਹੀ ਹੈ। ਅਗਨੀਵੀਰ ਯੋਜਨਾ, ਜਿਹਦੇ ਵਿੱਚ ਆਰਮੀ ਆਉਂਦੀ ਹੈ ਕਿ ਤੁਸੀਂ ਆਰਮੀ ਦੀ ਜਿਹੜੀ ਗਿਣਤੀ ਹੈ ਘਟਾਉਣਾ ਚਾਹੁੰਦੇ ਹੋ ਕਿ ਠੇਕੇ ਦੇ ਉੱਤੇ ਆਰਮੀ ਕੀਤੀ ਜਾਵੇ, ਆਰਮੀ ਦੇ ਉੱਤੇ ਖਰਚਾ ਨਹੀਂ ਕਰਨਾ, ਆਰਮੀ ਦੇ ਵਾਸਤੇ ਖਰਚਾ ਕਰਨ ਵਾਸਤੇ ਸਾਡੇ ਕੋਲ ਪੈਸਾ ਨਹੀਂ ਹੈ। ਤੇ ਫਿਰ ਕਾਰਪੋਰੇਟਸ ਦੇ ਇੰਨੇ ਹਜ਼ਾਰਾਂ ਕਰੋੜਾਂ ਦੇ ਕਰਜ਼ੇ ਕਿਵੇਂ ਮਾਫ ਹੋ ਜਾਂਦੇ ਨੇ? ਮਤਲਬ ਇਹ ਵੀ ਐਕਸਪਰਟਸ ਕਹਿੰਦੇ ਨੇ ਕਿ ਦੇਸ਼ ਦੀ ਸਿਕਿਉਰਿਟੀ ਹੈ ਤੇ ਤੁਸੀਂ ਇਹ ਕਿੱਦਾਂ ਜਿਹੜਾ ਲੈ ਸਕਦੇ ਹੋ। ਔਰ ਤੁਸੀਂ ਆਪਣੀ ਹਰ ਗੱਲ ਨੂੰ ਜਸਟੀਫਾਈ ਕਰਦੇ ਹੋ ਕਿ ਜੋ ਅਸੀਂ ਕਰ ਰਹੇ ਹਾਂ ਉਹੀ ਠੀਕ ਹੈ।
370 ਦਾ ਮਸਲਾ ਕਿੰਨਾ ਟੇਢਾ ਮਸਲਾ, ਜਿਹੜਾ ਮਸਲੇ ਨੂੰ ਇਹ ਤਮਾਮ ਗੱਲਾਂ ਨੇ ਯੂਟੀ ਬਣਾਤਾ, ਜਿਹਦੇ ਵਿੱਚ JNK ਦੇ 2 ਜਿਹੜੇ ਬਣਾ ਕੇ ਏਰੀਆ ਉਹਨਾਂ ਨੂੰ ਯੂਟੀ ਡਿਕਲੇਅਰ ਕਰਤਾ, ਕੇਂਦਰ ਸ਼ਾਸਿਤ ਪ੍ਰਦੇਸ਼ ਕਰ ਦਿੱਤਾ। ਉੱਥੋਂ ਦੇ ਲੋਕ ਰੋ ਰਹੇ ਆ ਕਿ ਸਾਡਾ ਸਟੇਟ ਹੈ, ਸਾਨੂੰ ਸਟੇਟ ਦਿਓ, ਅਸੀਂ ਵਿਧਾਨ ਸਭਾ ਚਾਹੁੰਦੇ ਹਾਂ, ਸਾਡੀ ਇਲੈਕਸ਼ਨ ਹੋਣੀ ਚਾਹੀਦੀ ਤੇ 370 ਦਾ ਆਰਟੀਕਲ ਬੰਦ ਕਰਕੇ ਜਿੱਥੇ ਯੂਨਿਟ ਟੈਰੀਟਰੀ ਹੁੰਦੀ ਹੈ ਇਹਦਾ ਮਤਲਬ ਉਹ ਕੇਂਦਰ ਨਾਲ ਹੈਗਾ, ਉਹ ਇਹਨਾਂ ਨੇ ਆਪਣੇ ਹੱਥ 'ਚ ਰੱਖ ਲਿਆ। ਜਿਸ ਤਰ੍ਹਾਂ ਚੰਡੀਗੜ੍ਹ ਪੰਜਾਬ ਦਾ ਤਾਂ ਨਹੀਂ ਹੈਗਾ, ਸੈਂਟਰ ਕੋ ਯੂਟੀ ਹੈ, ਯੂਨੀਅਨ ਟੈਰੀਟਰੀ ਦਾ ਏਰੀਆ ਹੈ ਸਾਰਾ ਕੁਝ। ਇਸੇ ਤਰ੍ਹਾਂ ਬਾਕੀ ਜਿਹੜੇ ਕੇਂਦਰ ਪ੍ਰਦੇਸ਼ ਨੇ ਉਹਨਾਂ ਨੂੰ ਇਹ ਹੁਣ 370 ਇੱਥੇ ਲਾਗੂ ਕਰਕੇ ਉਹ ਕੰਮ ਕਰ ਲਿਆ। ਇੱਦਾਂ ਦੇ ਮਸਲੇ ਬੜੇ ਟੇਢੇ ਮਸਲੇ ਜਿਨ੍ਹਾਂ ਤੋਂ ਲੋਕ ਤੰਗ ਆ ਚੁੱਕੇ ਆ। ਬਿਲਕੁਲ ਜੀ, ਮਤਲਬ ਜੋ ਮਾਹਿਰ ਇਹੀ ਕਹਿੰਦੇ ਨੇ ਕਿ ਡੈਮੋਕ੍ਰੇਸੀ ਦਾ ਕੀ ਹਾਲ ਹੋ ਗਿਆ, ਮਤਲਬ ਸੁਣਨਾ ਹੀ ਨਹੀਂ, ਜੋ ਅਸੀਂ ਕਰ ਦਿੱਤਾ ਉਹੀ ਫਾਈਨਲ, ਜੋ ਅਸੀਂ ਕਰ ਦਿੱਤਾ ਉਹੀ ਠੀਕ। ਜੇ ਕੋਈ ਬੰਦਾ ਕਵੇ ਵੀ ਇਹ ਗਲਤ ਹੈ ਜਾਂ ਇਹ ਕਿਉਂ ਹੈ, ਅੱਗੋਂ ਸਵਾਲ ਪੁੱਛੇ ਤਾਂ ਉਹ ਪਸੰਦ ਨਹੀਂ ਆਉਂਦਾ ਕਿ ਇਹ ਸਵਾਲ ਕਿਉਂ ਪੁੱਛਦਾ ਪਿਆ, ਅੱਗੋਂ ਇਹ ਬੋਲਦਾ ਕਿਉਂ ਪਿਆ। ਬਾਕੀ ਗੱਲਾਂ ਨੂੰ ਸਭ ਕੁਝ ਗੱਲਾਂ ਹੀ ਗੱਲਾਂ। ਇਹ ਡੈਮੋਕ੍ਰੇਸੀ ਨਹੀਂ, ਇਹ ਡਿਕਟੇਟਰਸ਼ਿਪ, ਇਹ ਡਿਕਟੇਟਰਸ਼ਿਪ ਹੈ। ਤਾਨਾਸ਼ਾਹੀ ਜਦੋਂ ਆਪ ਹੀ ਕਹੋ ਬਹੁਤ ਵਧੀਆ ਕਰਤਾ ਹੈ, ਤੁਸੀਂ ਇਹਨੂੰ ਓਬੇ ਕਰੋ, ਇਹਦਾ ਉਹਦੀ ਉਲੰਘਣਾ ਨਾ ਕਰੋ, ਹੈ ਕਿ ਨਹੀਂ। ਜੇ ਉਲੰਘਣਾ ਕਰੋਗੇ ਤਾਂ ਅਸੀਂ ਤੁਹਾਨੂੰ ਸਜ਼ਾ। ਪੂਰੇ ਵਰਲਡ ਦੇ ਵਿੱਚ ਡਿਸਕਸ਼ਨ ਹੈ ਕਿ ਇੰਡੀਆ ਦੀ ਜਿਹੜੀ ਲਾਰਜੈਸਟ ਡੈਮੋਕ੍ਰੇਸੀ ਹੈ ਉਹਦਾ ਇਸ ਵਕਤ ਹਾਲ ਕੀ ਹੈ, ਕਿਉਂਕਿ ਅਮਰੀਕਾ ਦੀ ਓਲਡੈਸਟ ਡੈਮੋਕ੍ਰੇਸੀ ਔਰ ਇੰਡੀਆ ਦੀ ਲਾਰਜੈਸਟ ਡੈਮੋਕ੍ਰੇਸੀ, ਲਾਰਜੈਸਟ ਇਨ ਵਰਲਡ, ਦੁਨੀਆ 'ਚ ਸਭ ਤੋਂ ਵੱਡੇ ਡਿਬੇਟ ਬਣਿਆ ਹੋਇਆ। ਸੰਵਿਧਾਨ ਸਾਡਾ ਲਿਖਤੀ ਸੰਵਿਧਾਨ ਹੈ, ਔਰ ਜਿਹੜੀ ਡੈਮੋਕ੍ਰੇਸੀ ਹੈ ਲੋਕਤੰਤਰ, ਪਹਿਲਾ ਲੋਕਤੰਤਰ ਹੈ ਜਿਹਨੂੰ ਦੁਨੀਆ ਪਾਪੂਲਰਿਟੀ ਇਹਦੀ ਇੰਨੀ ਹੈਗੀ, ਲੋਕ ਜਾਣਦੇ ਆ, ਮੰਨਦੇ ਆ ਕਿ ਇੰਡੀਆ ਦਾ ਜਿਹੜਾ ਲੋਕਤੰਤਰ ਹੈ ਬਹੁਤ ਅੱਗੇ ਇਸ ਗੱਲ ਦੇ। ਤੇ ਇਹਦਾ ਹਾਲ ਦੇਖ ਲਓ, ਕਾਗਜ਼ਾਂ ਦਾ ਲੋਕਤੰਤਰ। ਇਹੀ ਡਿਸਕਸ਼ਨਸ ਦਾ ਸਾਰਾ ਹਿੱਸਾ ਬਣਿਆ ਹੋਇਆ, ਇਹੀ ਡਿਬੇਟਸ ਹੋ ਰਹੀਆਂ ਨੇ ਕਿ ਇੰਡੀਆ ਦੇ ਵਿੱਚ ਡੈਮੋਕ੍ਰੇਸੀ ਦਾ ਇਸ ਵਕਤ ਸਟੇਟਸ ਕੀ ਹੈ। ਸੋ ਆਪਾਂ ਜੀ ਅੱਗੇ ਚੱਲੀਏ ਜੀ। ਜ਼ਰੂਰ। ਅੱਗੇ ਪੰਜਾਬ ਸਰਕਾਰ ਨੇ ਕੇਂਦਰੀ ਫੰਡ ਆਮ ਆਦਮੀ ਕਲੀਨਿਕਾਂ ਤੇ ਖਰਚੇ ਨੇ, ਇਹ ਅਸ਼ਵਨੀ ਸ਼ਰਮਾ ਜੀ ਦੀ ਸਟੇਟਮੈਂਟ ਹੈ। ਇਹ ਜਿਹੜੇ ਪਬਲਿਕ ਫੰਡ ਨੇ ਉਹ ਪਹਿਲਾਂ ਵੀ ਕਿਹਾ ਗਿਆ ਕਿ ਜਿਹੜੀਆਂ ਅਸੀਂ ਸਿਹਤ ਸੁਵਿਧਾਵਾਂ ਵਾਸਤੇ ਫੰਡ ਦੇਣਾ ਹੈ ਪੰਜਾਬ ਨੂੰ, ਉਹ ਸਟਾਪ ਕੀਤਾ ਜਾ ਸਕਦਾ ਹੈ ਕਿਉਂਕਿ ਤੁਸੀਂ ਮੁਹੱਲਾ ਕਲੀਨਿਕਾਂ ਦੇ ਉੱਤੇ ਖਰਚ ਰਹੇ ਹੋ ਔਰ ਆਮ ਆਦਮੀ ਪਾਰਟੀ ਦਾ ਨਾਮ ਲਿਖਿਆ ਹੋਇਆ। ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਇਹਦੇ ਬਾਰੇ। ਹਾਂਜੀ, ਵੈਸੇ ਕੇਂਦਰ ਦੇ ਇਹ ਪ੍ਰਧਾਨ ਨੇ ਪੰਜਾਬ ਦੇ, ਅਸ਼ਵਨੀ ਸ਼ਰਮਾ ਜੀ ਨੇ ਕਿਹਾ ਕਿ ਜਿਹੜਾ ਕੇਂਦਰ ਤੋਂ ਪੈਸਾ ਆ ਰਿਹਾ ਉਹਨੂੰ ਲਾ ਰਹੇ ਆ ਇਹ ਜਿਹੜੇ ਕਲੀਨਿਕ ਨੇ ਆਪ ਵਾਲੇ, ਜਿਹੜੇ ਮੁਹੱਲਾ ਕਲੀਨਿਕ ਉਹਨਾਂ ਵਿੱਚ। ਪਰ ਇੱਥੇ ਖੰਨਾ ਜੀ ਇੱਕ ਗੱਲ ਹੈ ਕਿ ਜੇ ਤੁਸੀਂ ਕੇਂਦਰ ਨੇ ਫੰਡ ਦੇ ਦਿੱਤਾ, ਪੰਜਾਬ ਨੂੰ ਫੰਡ ਦੇ ਦਿੱਤਾ, ਅਤੇ ਜਦੋਂ ਉਹਨੂੰ ਵਰਤ ਰਹੇ ਆ, ਸਿਰਫ ਗਲਤ ਇਹ ਆਪਾਂ ਜਿੱਤੇ ਕੀਤਾ ਵੀ ਨੁਕਤਾਚੀਨੀ ਕਿ ਉਹਨਾਂ ਆਪਣਾ ਨਾਂ ਕਿਉਂ ਲਿਖਿਆ ਹੈ, ਤਾਂ ਸਿਹਤ ਸਹੂਲਤਾਂ 'ਤੇ ਲਾ ਰਹੇ, ਗਰੀਬਾਂ ਨੂੰ ਫਾਇਦਾ ਹੀ ਦੇ ਰਹੇ ਆ, ਜਿਸ 'ਚ ਪੈਸਾ ਲਾ ਰਹੇ ਲੋਕਾਂ ਲਈ। ਕਲੀਨਿਕ ਬਣਾਤੇ ਆ, ਮੈਨ ਟੂ ਮੈਨ, ਡੋਰ ਟੂ ਡੋਰ ਲੋਕ ਘਰਾਂ ਦੇ ਵਿੱਚ ਬਣਾਤੇ ਆ, ਔਰ ਰੂਰਲ ਏਰੀਆ ਵਿੱਚ ਲਾਤੇ ਆ। ਅਸਲ 'ਚ ਇਹ ਕਸ਼ਮਕਸ਼ ਇਸ ਤਰ੍ਹਾਂ ਦੀ ਹੁੰਦੀ ਹੈ, ਜੇ ਤੁਸੀਂ ਪੈਸਾ ਰੋਕ ਲਿਆ ਉਹਨਾਂ ਨੇ, ਹੁਣ ਪੈਸਾ ਉਹਨਾਂ ਨੇ ਅੱਗੇ ਜਿਹੜਾ ਦੇਣਾ ਸੀ ਨਹੀਂ ਦੇ ਰਹੇ, ਉਹ ਕਹਿੰਦੇ ਇੱਥੇ ਕਿਉਂ ਲਾ ਰਹੇ, ਜਾਂ ਤਾਂ ਆਇਡੈਂਟੀਫਾਈ ਕਰ ਦੇਣ ਕਿ ਅਸੀਂ ਤੁਹਾਨੂੰ ਪੈਸਾ ਸੜਕਾਂ ਲਈ ਦਿੱਤਾ, ਪਾਣੀ ਲਈ ਦਿੱਤਾ, ਹੈ ਕਿ ਨਹੀਂ, ਉੱਤੇ ਕਿਉਂ ਨਹੀਂ ਲਾ ਰਹੇ। ਸਿਰਫ ਉਹਨਾਂ ਕਿਹਾ ਵੀ ਕੇਂਦਰ ਦਾ ਜਿਹੜਾ ਪੈਸਾ ਹੈ ਇੱਧਰ ਕਿਉਂ ਲਾ ਰਹੇ ਜੀ, ਅਤੇ ਉਹ ਦੱਸਣ ਵੀ ਲਾਉਣਾ ਕਿਹੜੇ ਪਾਸੇ, ਉੱਧਰ ਲਾਓ ਜੇ ਫੰਡ ਹੈਗਾ, ਜੇ ਦਿੱਤਾ ਹੈਗਾ। ਔਰ ਅੱਗੇ ਇਹਨਾਂ ਨੇ ਇਸੇ ਤਰ੍ਹਾਂ ਰੋਕਿਆ ਸੀ ਕੇਂਦਰ ਨੇ, ਜਿੱਥੇ ਸੈਂਟਰ ਦਾ ਪੈਸਾ ਜਿਹੜਾ ਸੀਗਾ, ਜਿਹਦੇ 'ਚ ਰੂਰਲ ਏਰੀਆ ਦੀਆਂ ਸਕੀਮ ਸੀਗੀਆਂ, ਉਹਨਾਂ ਕਿਹਾ ਉਹ ਨਹੀਂ, ਸਕੀਮ ਵਾਲੀ ਪੈਸਾ ਨਹੀਂ ਆਊਗਾ, ਫੌਰੀ ਤੌਰ 'ਤੇ ਬੰਦ ਹੈਗਾ, ਜੇ ਪੰਜਾਬ ਚਾਹੁੰਦਾ ਤਾਂ ਕਰੇ, ਨਹੀਂ ਚਾਹੁੰਦਾ ਤਾਂ ਨਾ ਕਰੇ। ਪਰ ਹੁਣ ਜਿਹੜਾ ਬਾਹਰਲੇ ਦੂਜੇ ਸੂਬਿਆਂ ਨੂੰ ਜਾਂਦਾ ਉਹਦਾ ਕਦੀ ਨੁਕਤਾਚੀਨੀ ਸੁਣੀ ਨਹੀਂ, ਉਹਦਾ ਕੋਈ ਪਤਾ ਨਹੀਂ ਲੱਗਦਾ ਵੀ ਕੇਂਦਰ ਕੀ ਦੇ ਰਿਹਾ ਕੀ ਨਹੀਂ ਦੇ ਰਿਹਾ। ਹਰਿਆਣਾ ਨਾਲ ਲੈ ਲਓ, ਹਰਿਆਣੇ 'ਚ ਵੀ ਤਾਂ ਪੈਸਾ ਆਉਂਦਾ ਹੀ ਹੈ ਸੈਂਟਰ ਦਾ, ਉਹਦਾ ਕਦੀ ਜ਼ਿਕਰ ਸੁਣਿਆ ਤੁਸੀਂ? ਹਰਿਆਣੇ ਦੀਆਂ ਖਬਰਾਂ ਬਾਕੀ ਤਾਂ ਆਉਂਦੀਆਂ, ਬਾਕੀ ਮੀਡੀਆ 'ਤੇ ਆਉਂਦੀਆਂ, ਉਹਦੇ 'ਚ ਇਹ ਨਹੀਂ ਸਮਝ ਆਈ ਕਦੀ ਕਿ ਜਿਹੜਾ ਪੈਸਾ ਸੈਂਟਰ ਦੇ ਰਹੀ ਆ ਉਹ ਹਰਿਆਣਾ ਕਿੱਥੇ ਲਾ ਰਿਹਾ। ਹਰਿਆਣਾ ਵੀ ਇੰਨਾ ਡਿਵੈਲਪ ਨਹੀਂ ਹੈਗਾ ਜਿੰਨਾ ਮਤਲਬ ਆਪਾਂ ਸਮਝਦੇ ਵੀ ਪੰਜਾਬ ਉਦੋਂ ਪਿੱਛੇ ਹੈਗਾ। ਫਿਰ ਪੰਜਾਬ ਦੇ ਫੰਡਾਂ 'ਤੇ ਕਿਉਂ ਰੋਕ ਲਾਈ ਜਾਂਦੀ? ਹਾਂ, ਬਸ ਇਹੀ ਕੁਛ ਹੈ। ਉੱਧਰੋਂ ਇਹ ਵੀ ਇੱਕ ਡਿਸਕਸ਼ਨ ਦਾ ਪੁਆਇੰਟ ਬਣਦਾ ਹੈ ਕਿ ਸਾਡੇ ਗਵਰਨਰ ਸਾਹਿਬ ਫਾਈਲਸ ਦੇ ਉੱਤੇ ਵੀ ਆਬਜੈਕਸ਼ਨਸ ਕਰਦੇ ਨੇ, ਉਹ ਫਾਈਲ ਅੱਗੇ ਨਹੀਂ ਚੜ੍ਹਨ ਦਿੰਦੇ। ਅਤੇ ਫਿਰ ਕਿ ਦੂਜੀ ਸਰਕਾਰ ਕੀ ਕਰੂਗੀ ਜਦੋਂ ਫਾਈਲ ਦੇ ਉੱਤੇ ਨਾ ਨੌਕਰ ਲੱਗ ਗਈ ਹੈ ਨਾ। ਜਦੋਂ ਵਾਈਸ ਚਾਂਸਲਰ ਚੁਣਨਾ, ਉਹਦੀ ਸਿਲੈਕਸ਼ਨ ਹੁੰਦੀ ਆ। ਫਰੀਦਕੋਟ ਯੂਨੀਵਰਸਿਟੀ ਦੇ ਵੀ ਰੌਲਾ ਪੈ ਗਿਆ ਕਿ ਪੰਜਾਬ ਐਗਰੀਕਲਚਰ ਜਿਹੜੇ ਬਾਹਰ ਟੀਚਰਸ ਗਏ ਨੇ, ਹਾਂ ਉਹਨਾਂ ਬਾਰੇ ਵੀ ਗੱਲ ਹੋ ਰਹੀ ਹੈ, ਉਹਨਾਂ ਬਾਰੇ ਵੀ ਹੋ ਗਈ। ਜਿਹੜੇ ਅਧਿਆਪਕ ਗਏ, ਟੀਚਰ ਗਏ ਤੇ ਪੰਜਾਬ ਦੇ ਹੀ ਆ, ਪਾਕਿਸਤਾਨ 'ਚੋਂ ਪ੍ਰਿੰਸੀਪਲ ਤਾਂ ਨਹੀਂ ਗਏ ਤੇ ਪੰਜਾਬ ਦੇ ਹੀ ਆ। ਮਤਲਬ ਕਈ ਸਿਆਣੇ ਜਿਹੜੇ ਬੈਠੇ ਨੇ ਮਾਹਿਰ, ਉਹ ਕਹਿੰਦੇ ਨੇ ਕਿ ਸ਼ਾਇਦ ਇਹ ਮਨਸ਼ਾ ਚੱਲਦੀ ਪਈ ਹੈ ਕਿ ਪੰਜਾਬ ਨੂੰ ਚੱਲਣ ਨਹੀਂ ਦੇਣਾ, ਪੰਜਾਬ ਨੂੰ ਕੰਮ ਗੱਲ ਉਹੀ ਨਿੱਕੀ ਗੱਲ ਤਾਂ ਜਦੋਂ ਨੁਕਤਾਚੀਨੀ ਕਰਨੀ ਹੈ, ਇਹਦਾ ਮਤਲਬ ਕਿ ਪੰਜਾਬ ਅੱਗੇ ਨਾ ਵੱਜੇ। ਇਹ ਛੋਟੀਆਂ ਛੋਟੀਆਂ ਗੱਲਾਂ ਗਈਆਂ। ਪ੍ਰਿੰਸੀਪਲ ਜਿਹੜੇ ਗਏ ਪੰਜਾਬ ਦੇ ਹੀ ਆ, ਹੈੱਡ ਹੈਗੇ ਆ, ਉਹ ਗਏ ਸਿੱਖਣ ਗਏ, ਉਹਦੇ ਬਾਅਦ ਦੂਜਾ ਬੈਚ ਆ ਰਿਹਾ ਉਹ ਵੀ ਜਾਊਗਾ ਹੀ। ਪਰ ਇਹਦੇ ਵਿੱਚ ਇਹ ਨਹੀਂ ਹੁੰਦਾ ਕਿ ਤੁਸੀਂ ਐਜੂਕੇਸ਼ਨ ਵਾਲੇ ਪਾਸੇ ਵੀ ਲੱਤਾਂ ਅੜਾਓ ਅਤੇ ਦੂਜੇ ਪਾਸੇ ਵੀ। ਹੁਣੇ ਮਹਾਰਾਸ਼ਟਰ ਦੇ ਰੌਲੇ 'ਚ ਵੀ ਰਿਹਾ, ਜਿਹਦੇ 'ਚ ਮਹਾਰਾਸ਼ਟਰ ਦੇ ਗਵਰਨਰ 'ਤੇ ਜਿਹੜੀ ਗੱਲ ਹੋਈ ਆ, ਉਹ 'ਚ ਉਹਨਾਂ ਨੇ ਕਹਿਤਾ ਸੁਪਰੀਮ ਕੋਰਟ ਨੇ ਅਤੇ ਉਹਨਾਂ ਨੂੰ, ਗਵਰਨਰ ਸਾਹਿਬ ਨੂੰ, ਕਿ ਤੁਸੀਂ ਜਿਹੜੀ ਸਿਆਸਤ ਵਾਲੇ ਪਾਸੇ ਨਾ ਆਓ। ਸਿਆਸਤ ਵਾਲੇ ਪਾਸੇ ਗਵਰਨਰ ਨੂੰ ਨਹੀਂ ਆਉਣਾ ਚਾਹੀਦਾ, ਜਿੱਥੇ ਹੈਗਾ ਲੋਕ ਭਲਾਈ ਦੇ ਕੰਮ ਕਰਨੇ ਚਾਹੀਦੇ ਆ। ਸਿਰਫ ਟੈਂਟਾ ਪੰਜਾਬ 'ਚ ਨਹੀਂ ਹੈਗਾ, ਮਹਾਰਾਸ਼ਟਰ 'ਚ ਵੀ ਪਿਆ।
ਹਰ ਥਾਂ ਤੇ ਹਾਂ ਹਰ ਥਾਂ ਤੇ ਤੁਸੀਂ ਇੱਕ ਵਾਰੀ ਗੱਲ ਕੀਤੀ ਹੈ ਨਾ ਕਿ ਉਹ ਕਹਿੰਦਾ ਵੀ ਸਾਰੇ ਪਾਸੇ ਇਹੀ ਹੈ, ਅਮਰੀਕਾ ਤੱਕ ਵੀ ਰੌਲਾ ਉਹੀ ਹੈ, ਸਿਆਸਤ ਦਾ, ਕੁਰਸੀ ਦਾ, ਲੋਕਾਂ ਦੇ ਆਪਣੇ ਇੰਡੀਵਿਜੂਅਲ ਬੈਨੀਫਿਟ ਦਾ, ਇਹ ਹਰ ਪਾਸੇ ਰੌਲਾ ਹੁੰਦਾ। ਕੇਵਲ ਪੰਜਾਬ 'ਚ ਨਹੀਂ, ਸਾਡੇ ਉਹਨਾਂ ਨਹੀਂ ਗਾ, ਅਸੀਂ ਥੋੜ੍ਹੀਆਂ ਗੱਲਾਂ ਵੈਸੇ ਕਰਦੇ ਨਾ ਵਾਧੂ ਜਿਹੜੀਆਂ ਹੁੰਦੀਆਂ ਲੋਕ ਕਰਦੇ ਆ, ਪਰ ਜਿੰਨਾ ਮਸਲਾ ਅਸੀਂ ਬਾਹਰ ਦੇਖਦੇ ਹਾਂ, ਗਨ ਕਲਚਰ ਆ, ਰੌਲਾ ਵਾ, ਮਰ ਰਹੇ ਹੈਗੇ ਆ, ਤਲਾਕ ਹੋ ਰਹੇ ਆ, ਬੱਚੇ ਮਰ ਰਹੇ ਆ, ਉਹ ਪੰਜਾਬ 'ਚ ਇੰਨਾ ਕੁਝ ਨਹੀਂ ਹੈਗਾ। ਫਿਰ ਵੀ ਪੰਜਾਬ ਇੱਥੇ ਹੱਸਦਾ ਵਸਦਾ। ਕਾਰਨ ਇਹ ਹੈ ਨਾ, ਇੱਥੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੇ, ਹਾਂ ਉਹ ਸਾਡੇ ਤੇ ਅਸਰ ਜ਼ਰੂਰ ਪਾਉਂਦੀਆਂ ਨੇ, ਸਾਡੇ ਮਨ ਦੇ ਉੱਤੇ ਪ੍ਰਭਾਵ ਜ਼ਰੂਰ ਪਾਉਂਦੀਆਂ ਨੇ। ਛੋਟੇ ਮੋਟੇ ਲੜਾਈ ਝਗੜਾ ਤਾਂ ਹੋਣਾ ਚਾਹੀਦਾ, ਹੁੰਦਾ ਵਾ, ਹਰ ਘਰ 'ਚ ਹੈਗਾ। ਕਿਸੇ ਕਿਹੜੇ ਕਹਿੰਦੇ ਜਿੱਥੇ ਚਾਰ ਭਾਂਡੇ ਹੋਣਗੇ ਉਹ ਖੜਕਣਗੇ, ਉਹ ਲੜਨਗੇ, ਆਪਸ ਵਿੱਚ ਡਿੱਗਣਗੇ, ਹੈ ਨਾ। ਉਹਦੇ ਵਿੱਚ ਇਹ ਹੁੰਦਾ ਕਿ ਉਹਦੇ ਵਿੱਚ ਰੌਲਾ ਰੱਪਾ ਰਹਿਣਾ ਹੀ ਰਹਿਣਾ। ਇੱਕ ਸਾਡੇ ਪੰਜਾਬੀਆਂ ਦਾ ਜਿਹੜਾ ਸੁਭਾਅ ਵੀ ਹੈ ਥੋੜ੍ਹਾ ਗਰਮ, ਇਹ ਗੱਲ ਨੂੰ ਜਿਹੜਾ ਨਾ ਵਧਾ ਚੜ੍ਹਾ ਕੇ ਵੀ ਦੱਸਦੇ ਆ, ਰੌਲਾ ਪਾ ਕੇ ਵੀ ਦੱਸਦੇ ਆ। ਮਨ 'ਚ ਇਹਨਾਂ ਦਾ ਕੁਛ ਨਹੀਂ ਹੈਗਾ, ਪਰ ਉਹ ਠਾਹ ਸੋਟਾ ਮਾਰਦੇ ਹੈਗੇ ਨਾ। ਅਗਲੇ ਦੀ ਭਾਵੇਂ ਧੌਣ ਟੁੱਟ ਜੇ, ਇਹਨਾਂ ਕਹਿਣਾ ਫਿਰ ਹੱਸਣ ਲੱਗ ਪੈਣਾ। ਜਦ ਜੱਫੀ ਵੀ ਪਾਉਣਗੇ ਨਾ ਘੁੱਟ ਕੇ, ਅਗਲੇ ਦੀ ਹੱਡੀਆਂ ਕੜਕਾ ਦੇਣਗੇ, ਸਾਹ ਬੰਦ ਕਰ ਦਿੰਦੇ ਅਗਲੇ ਦਾ। ਮੈਂ ਤਾਂ ਕੋਈ ਨਹੀਂ, ਤੂੰ ਇਹ 'ਚ ਪਿਆਰ ਆ ਮੇਰਾ ਅੰਦਰ, ਤੈਨੂੰ ਸਾਹ ਆਵੇ ਨਾ ਆਵੇ, ਇਹ 'ਚ ਮੇਰਾ ਪਿਆਰ ਆ। ਹੱਥ 'ਚ ਸੁੱਟਣਾ, ਉਹਦਾ ਮੋਢਾ ਦੁਖਦਾ, ਕੋ ਐਂ ਕਰਨਾ ਜ਼ੋਰ ਦੀ, ਉਹ ਵਿਚਾਰਾ ਹਾਏ ਕਰਦਾ, ਕਹਿੰਦੇ ਬੱਲੇ ਤੈਨੂੰ ਵਧੀਆ ਪਿਆਰ ਜਾਗ ਗਿਆ। ਜਿਹੜਾ ਤੇਰੀ ਦਰਦ ਸੀ, ਦਰਦ ਠੀਕ ਕਰਦਾ ਪਿਆ, ਮੈਂ ਝਟਕੇ ਮਾਰ ਕੇ। ਉਹ ਝਟਕੇ ਪਿਆਰ ਨਾਲ ਹੀ, ਮੁਹੱਬਤ ਨਾਲ ਹੀ ਜੀ। ਪਿਆਰ ਮੁਹੱਬਤ ਅੱਗੇ ਵਧੇ ਤੇ ਆਪਾਂ ਕਹਿੰਦੇ ਆ ਕਿ ਪੂਰੇ ਭਾਰਤ ਨੂੰ ਜੋੜਨ ਵਾਸਤੇ ਭਾਰਤ ਜੋੜੋ ਯਾਤਰਾ ਚੱਲਦੀ ਪਈ ਹੈ। ਤੇ ਹੁਣ ਰਾਜਾ ਵੜਿੰਗ ਕਹਿੰਦੇ ਨੇ, ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ, ਕਿ ਪੰਜਾਬ ਦੇ ਵਿੱਚ ਹੱਥ ਨਾਲ ਹੱਥ ਜੋੜੋ ਮੁਹਿੰਮ ਜਲਦੀ ਸ਼ੁਰੂ ਕਰਾਂਗੇ। ਇਹ ਕਿਹੜੀ ਮੁਹਿੰਮ ਹੈ ਜੀ? ਜਿੱਦਾਂ ਭਾਰਤ ਜੋੜੋ ਯਾਤਰਾ ਰਹੀ ਆ, ਇਹ ਲੈਟਰ ਉੱਤੋਂ ਆਇਆ ਇਹਨਾਂ ਨੂੰ। ਇਹ ਰਾਹੁਲ ਗਾਂਧੀ ਜੀ ਨੇ ਉਹਨਾਂ ਨੂੰ ਕਿਹਾ ਕਿ ਹੁਣ ਪੰਜਾਬ 'ਚ ਵੀ ਤੁਸੀਂ ਥੋੜ੍ਹਾ ਜਿਹਾ ਇੱਕਮਿਕ ਹੋ, ਹਿਲਜੁਲ ਕਰੋ, ਇਕੱਠੇ ਹੋ ਜਾਓ। ਪ੍ਰਤਾਪ ਸਿੰਘ ਬਾਜਵਾ ਜਿਹੜੇ ਸੀਨੀਅਰ ਆਗੂ ਨੇ, ਉਹਨਾਂ ਨੇ ਵੀ ਕਿਹਾ ਇਕੱਠੇ ਹੋ ਕੇ ਅਸੀਂ ਇਹ ਕਰੀਏ। ਹੱਥ ਜੋੜੋ ਦਾ ਮਤਲਬ, ਹੱਥ ਮਿਲਾਓ ਦਾ ਮਤਲਬ ਇਹ ਹੈਗਾ ਕਿ ਇਹਨਾਂ ਦਾ ਚੋਣ ਨਿਸ਼ਾਨ ਹੀ ਹੱਥ ਹੈਗਾ, ਔਰ ਹੱਥ ਦਾ ਪੰਜਾ। ਔਰ ਉਹਨਾਂ ਨੇ ਇਹ ਕਿਹਾ ਕਿ ਹੁਣ ਜਦੋਂ ਲੋਕਾਂ ਨਾਲ ਮਿਲਾਂਗੇ, ਹੱਥ ਜੋ ਇੱਕ ਦੂਜੇ ਨਾਲ ਮਿਲਾਵਾਂਗੇ, ਅਤੇ ਉਹ ਅਸੀਂ ਡੋਰ ਟੂ ਡੋਰ ਜਾਵਾਂਗੇ, ਲੋਕਾਂ ਨਾਲ ਗੱਲ ਕਰਾਂਗੇ। ਰਾਜਾ ਵੜਿੰਗ ਨੇ ਕਹਿ ਤਾ ਕਿ ਅਸੀਂ ਮੁਹਿੰਮ ਸ਼ੁਰੂ ਕਰ ਰਹੇ ਹਾਂ, ਜਿਸ ਮੁਹਿੰਮ ਨੂੰ ਇਹਨਾਂ ਨੇ ਆਪ ਜਿਹੜੇ ਆਗੂ ਨੇਤਾ ਨੇ, ਉਹਨਾਂ ਨੇ ਆਪਣੇ ਸੈੱਲ ਬਣਾ ਦਿੱਤੇ ਆ, ਜਿਹਦੇ ਵਿੱਚ ਯੂਥ ਕਾਂਗਰਸ, ਜਿਹਦੇ ਵਿੱਚ ਬਾਕੀ ਸੈੱਲ ਨੇ ਜਿਹੜੇ ਜ਼ਿਲ੍ਹੇ ਦੇ ਸੀਨੀਅਰ ਜਿਹੜੇ ਹੈਗੇ ਨੇ, ਇਹਨਾਂ ਦੇ ਨਾਲ ਚੋਣ ਅਧਿਕਾਰੀ, ਉਹਨਾਂ ਨਾਲ ਗੱਲ ਕਰਤੀ ਹੈ। ਕਿਉਂਕਿ ਇਹ ਆਉਣ ਵਾਲੀਆਂ ਇਲੈਕਸ਼ਨ ਦਾ ਇਹ ਪੈਂਤੜਾ ਹੈਗਾ ਕਿ ਆਉਣ ਵਾਲੇ ਸਮੇਂ 'ਚ ਫਿਰ ਨਾ ਅਸੀਂ 3-3 ਜਾਂ 4-4 ਸੀਟਾਂ ਲੈ ਕੇ ਨੁਕਰੋ ਨੁਕਰੀ ਲੱਗ ਜਾਈਏ। ਐਤਕੀ ਇਹਨਾਂ ਨੇ ਬੜੇ ਵੱਡੇ ਪੜੋਲ ਤੋਂ ਛਾਲ ਮਾਰ ਕੇ ਲੱਗ ਦਿੱਤਾ, ਕਰ ਦੇਣਾ ਇਹਨਾਂ ਨੇ। ਅਕਾਲੀ ਦਲ ਵੀ ਇਸ ਤਰੀਕੇ ਨਾਲ ਹੁਣ ਬੜਾ ਕੁਝ ਕਰ ਰਿਹਾ, ਨੁਕਤਾਚੀਨੀ ਵੀ ਕਰੀ ਜਾਂਦਾ ਨਾਲ ਨਾਲ। ਸੁਖਬੀਰ ਬਾਦਲ ਜੀ, ਮਜੀਠੀਆ ਸਾਹਿਬ ਨੇ, ਉਹਦੇ 'ਚ ਹਰਸਿਮਰਤ ਕੌਰ ਬਾਦਲ ਨੇ, ਔਰ ਵੱਡੇ ਬਾਦਲ ਸਾਹਿਬ ਤਾਂ ਇਸ ਵੇਲੇ ਉਹਨਾਂ ਦੀ ਉਮਰ ਇੰਨੀ ਜ਼ਿਆਦਾ, ਬਾਹਰ ਆਉਣਾ ਜਾਣਾ ਔਖਾ ਹੁੰਦਾ, ਪਰ ਸਲਾਹ ਮਸ਼ਵਰਾ ਜੇ ਉਹਨਾਂ ਦਾ ਹੀ ਆ, ਸਿਆਸਤ ਉਹਨਾਂ ਕੋਲ ਹੀ ਹੈਗਾ। ਉਹ ਬੜੇ ਧਨੀ ਨੇ ਇਸ ਗੱਲ ਦੇ ਵਿੱਚ, ਜੋ ਕਹਿੰਦੇ ਨੇ, ਜੋ ਅਬਜ਼ਰਵ ਕਰਦੇ ਆ, ਉਹਨਾਂ ਦੀ ਅਬਜ਼ਰਵੇਸ਼ਨ ਜਿਹੜੀ ਹੁੰਦੀ ਪੰਜਾਬ ਬਾਰੇ ਬਿਲਕੁਲ ਐਕੂਰੇਟ ਹੁੰਦੀ ਹੈ। ਔਰ ਉਹਦੇ ਵਿੱਚ ਇਹ ਨਹੀਂ ਹੁੰਦਾ ਕਿ ਇਹ ਐਂ ਹੋ ਗਏ ਅਤੇ ਐਂ ਹੋ ਗਏ ਤਾਂ ਤੁਹਾਨੂੰ ਮਿਲਣਾ ਨਹੀਂ। ਉਹਨਾਂ ਨੇ ਐਤਕੀ ਕਹਿ ਦਿੱਤਾ ਕਿ ਜਿੱਥੇ ਜਿੱਥੇ ਇਲੈਕਸ਼ਨ ਹੋਏਗੀ, ਜਿੱਥੇ ਜਿੱਥੇ ਹੋਊਗੀ, ਉਹ ਪੈਂਤੜਾ ਆਪਣੇ ਤਰੀਕੇ ਨਾਲ ਬੰਨ੍ਹਿਆ ਜਾਊਗਾ। ਔਰ ਉਹ 'ਚ ਸੁਖਬੀਰ ਬਾਦਲ ਸਾਹਿਬ ਨੂੰ ਸਮਝਾਤਾ, ਸਾਰਾ ਕੁਝ ਕਰ ਦਿੱਤਾ ਉਹਨਾਂ ਨੇ। ਇਹੀ ਜ਼ਿਆਦਾ ਜਿਹੜੀ ਸਿਆਸਤ ਹੁਣ ਕਾਂਗਰਸ ਨੇ ਵੀ ਉਸੇ ਤਰ੍ਹਾਂ ਕਰ ਲਿਆ। ਉਹਦੇ ਵਿੱਚ ਉਹਨਾਂ ਨੂੰ ਜੋ ਹਾਈ ਕਮਾਂਡ ਕਹਿ ਰਹੀ ਉੱਤੋਂ, ਉਹਦੇ ਵਿੱਚ ਇਹਨਾਂ ਨੇ ਹੁਣ ਕਹਿ ਦਿੱਤਾ ਕਿ ਆਹ ਜਿਹੜਾ ਹੱਥ ਮਿਲਾਓ ਯਾਤਰਾ ਹੈ, ਦੁਬਾਰਾ ਸ਼ੁਰੂ ਕਰਕੇ ਅਸੀਂ ਮਿਲੀਏ। ਕਿਉਂਕਿ ਪਹਿਲੋਂ ਰਾਹੁਲ ਗਾਂਧੀ ਜੀ ਪੰਜਾਬ 'ਚ ਆ ਚੁੱਕੇ ਆ, ਉਹਨਾਂ ਨੇ ਇੱਥੋਂ ਦਾ ਜੋ ਪੁਸ਼ਾਕਾਂ ਵੀ ਇੱਧਰ ਦੀਆਂ ਪਾਈਆਂ ਹੈਗੀਆਂ, ਔਰ ਸਾਰੇ ਧਾਰਮਿਕ ਸਥਾਨ ਨੇ ਉਹਨਾਂ ਨੂੰ ਨਤਮਸਤਕ ਹੋਏ, ਆਏ ਵੀ ਗਏ ਵੀ, ਲੋਕਾਂ ਨਾਲ ਮਿਲੇ ਵੀ। ਔਰ ਉਦੋਂ ਬਾਅਦ ਹੁਣ ਉਹਨਾਂ ਨੇ ਇਹਨਾਂ ਨੂੰ ਦੁਬਾਰਾ ਪੈਗਾਮ ਦੇ ਦਿੱਤਾ ਵੀ ਮਿੱਤਰੋ, ਹੁਣ ਆਹ ਸਿੱਧੇ ਹੋ ਜਾਓ, ਅਤੇ ਅਗਲੀ ਇਲੈਕਸ਼ਨ ਆ ਰਹੀ ਹੈ, ਉਹਦੇ ਵਿੱਚ ਇਹ ਨਾ ਹੋਵੇ ਕਿ ਤੁਸੀਂ 2 ਸੀਟਾਂ ਲੈ ਕੇ ਬਹਿ ਜਾਓ। ਐਤਕੀ ਜਿਹੜੀ ਆ ਵੱਡੇ ਪੜੋਲ ਤੋਂ ਛਾਲ ਮਾਰ ਕੇ ਦੱਸ ਦਿਓ ਕਿ ਕਾਂਗਰਸ ਕੀ ਹੈ, ਨੈਸ਼ਨਲ ਪਾਰਟੀ ਹੈ, ਇਹਨੂੰ ਕੀ ਚਾਹੀਦਾ ਅਤੇ ਕੀ ਕਰਨਾ ਚਾਹ ਰਹੀ ਹੈ। ਸੋ ਪੰਜਾਬ ਦੇ ਵਿੱਚ ਇੱਕ ਨਵਾਂ ਤਜਰਬਾ ਕਰਨ ਜਾ ਰਹੇ ਨੇ, ਹੱਥ ਨਾਲ ਹੱਥ ਜੋੜੋ। ਵੈਸੇ ਤੇ ਦਿਲ ਮਿਲੇ ਹੋਣੇ ਚਾਹੀਦੇ ਨੇ ਸਾਰੀ ਦੁਨੀਆ ਦੇ ਵਿੱਚ ਹੀ ਸਭ ਦੇ, ਕਿਉਂਕਿ ਅਸੀਂ ਮਾਨਵਤਾਵਾਦੀ ਹਾਂ, ਅਸੀਂ ਮਾਨਵ ਹਾਂ ਸਾਰੇ, ਹੈ ਨਾ। ਅਸੀਂ ਪ੍ਰੈਕਟੀਕਲ ਲਾਈਫ ਲੈ ਕੇ ਚੱਲਦੇ ਹਾਂ। ਸਿਆਸਤ ਵਿੱਚ ਕੋਈ ਮਾਨਵਤਾ ਨਹੀਂ ਹੁੰਦੀ, ਸਿਆਸਤ ਵਿੱਚ ਕੋਈ ਹਿਊਮੈਨਿਟੀ ਨਹੀਂ ਹੁੰਦੀ। ਸਿਆਸਤ ਵਿੱਚ ਔਰੰਗਜ਼ੇਬ ਦਾ ਹਿਸਟਰੀ ਪੜ੍ਹੋ, ਔਰੰਗਜ਼ੇਬ ਨੇ ਆਪਣੇ ਸਾਰੇ ਭਰਾ ਹੀ ਮਰਵਾਤੇ, ਸਿਰਫ ਆਪ ਹਿੰਦੁਸਤਾਨ ਦਾ ਰਾਜਾ ਬਣ ਲਏ। ਖੂਨ ਵੀ ਉਦੋਂ ਸਫੈਦ ਹੋ ਜਾਂਦਾ, ਉਦੋਂ ਲਹੂ ਜਿਹੜਾ ਚਿੱਟਾ ਹੋ ਜਾਂਦਾ। ਇਹ ਸਿਆਸਤ ਹੁੰਦੀ ਹੈ। ਸ਼ਰੀਫ ਆਦਮੀ, ਜਿਹੜਾ ਭਰੋਸੇਯੋਗ ਆਦਮੀ ਆ, ਇੰਟਲੈਕਚੁਅਲ ਆਦਮੀ ਆ, ਜਿਹੜਾ ਬੁੱਧੀਮਾਨ ਆਦਮੀ, ਉਹ ਕਦੀ ਇੱਧਰ ਆਉਂਦਾ ਹੀ ਘੱਟ ਹੁੰਦਾ, ਕਿਉਂਕਿ ਇਹ 'ਚ ਤਸ਼ੱਦਦ, ਬਲੱਡ ਸ਼ਬਦ, ਲੜਾਈ ਝਗੜਾ, ਝੂਠ ਤੂਫਾਨ, ਬੜਾ ਕੁਛ ਹੁੰਦਾ। ਇਹ ਹੈ
ਹਾਂ ਸਕਸੈਸ ਐਟ ਐਨੀ ਕਾਸਟ, ਆਹ ਬਸ ਕੁਝ ਵੀ ਕਰੋ ਕਾਮਯਾਬ ਹੋਣਾ। ਕਾਮਯਾਬ। ਚਲੋ ਦੇਖੋ ਹੱਥ ਨਾਲ ਹੱਥ ਜੋੜੋ ਮੁਹਿੰਮ ਕਿੱਦਾਂ ਚੱਲਦੀ ਹੈ, ਇਹਦੇ ਵਿੱਚ ਕੀ ਨਵੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ। ਜੀ ਜੀ ਜੀ। ਸੁਖਬੀਰ ਬਾਦਲ ਕਹਿ ਰਹੇ ਨੇ ਕਿ ਜਲੰਧਰ 'ਚ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਨੇ, ਹੁਣ ਸਾਰੇ ਭੁਲੇਖੇ ਦੂਰ ਹੋ ਜਾਣਗੇ। ਉਹ ਗੱਲ ਹੋ ਗਈ ਨਾ ਜਿਹੜੀ ਆਪਾਂ ਹੁਣੇ ਕੀਤੀ ਹੈ ਕਿ ਭੁਲੇਖੇ ਦੂਰ ਕਰ ਲਈ ਇਹਨਾਂ ਨੇ। ਜਿਮਨੀ ਚੋਣਾਂ ਸ਼ੁਰੂ ਹੋਣੀਆਂ ਇੱਥੇ ਪੰਜਾਬ 'ਚ, ਔਰ ਇਹ ਕਿਸੇ ਵੱਡੇ ਸਮਾਗਮ 'ਤੇ ਸੀਗੇ ਬੈਠੇ, ਉੱਥੇ ਇਹਨਾਂ ਨੇ ਗੱਲ ਕੀਤੀ ਆ ਕਿ ਪਿਛਲੀ ਵਾਰ ਤਾਂ ਅਸੀਂ 3 ਸੀਟਾਂ ਲੈ ਕੇ ਬੈਠ ਗਏ ਹਾਂ, ਪਰ ਐਤਕੀ ਜਿਹੜਾ ਆ ਸਾਰਾ ਭੁਲੇਖਾ ਦੂਰ ਕਰ ਦਾਂਗੇ ਵੀ ਇਹ ਆਪ ਕੀ ਕਰ ਰਹੀ ਹੈ, ਸਾਨੂੰ ਲੋਕ ਕਿਸ ਤਰ੍ਹਾਂ ਸਮਝ ਰਹੇ ਆ, ਔਰ ਉਹਦੇ ਬਾਅਦ ਦੂਜੀਆਂ ਪਾਰਟੀਆਂ ਕੀ ਕਰ ਰਹੀਆਂ। ਇਹ ਉਹਨਾਂ ਨੇ ਆਪਣਾ ਇੱਕ ਸੰਕੇਤ ਦੇ ਦਿੱਤਾ ਕਿ ਹੁਣ ਜਾਗਦੇ ਰਹੋ, ਜਾਗੋ ਆ ਰਹੀ ਆ, ਢੋਲ ਢਮੱਕਾ ਆਉਣਾ ਵਾ, ਨੱਚਣਾ ਗਾਉਣਾ ਵਾ, ਔਰ ਲੋਕਾਂ ਨੂੰ ਭਰਮਾਉਣਾ ਵਾ, ਅਤੇ ਲੋਕਾਂ ਨੇ ਵੋਟ ਇਹਨਾਂ ਨੂੰ ਫਿਰ ਪਾਉਣਾ। ਔਰ ਇਹਦੇ ਬਾਅਦ ਦੇਖਿਓ ਜਿਹੜਾ ਅਕਾਲੀ ਦਲ ਦਾ ਜਿਹੜਾ ਹੈ ਨਾ ਬੋਲ ਤੋਲ ਆ, ਇਹ ਪੂਰਾ ਹੋ ਜਾਏਗਾ। ਔਰ ਇਹਦੇ ਵਿੱਚ ਐਤਕੀ ਇਹਨਾਂ ਨੇ ਬੜੇ ਤਰੀਕੇ ਨਾਲ ਚੋਣ ਲੜਨਗੇ, ਔਰ ਜੇ ਜਿਮਨੀ ਚੋਣ ਲੈ ਗਏ ਇਹਨਾਂ ਦਾ ਬੇਸ ਬਣ ਗਿਆ, ਬੁਨਿਆਦ ਬਣ ਜਾਣੀ। ਔਰ ਉਦੋਂ ਬਾਅਦ ਦੇਖੋ ਕੀ ਕੁਛ ਹੁੰਦਾ, ਕਿਉਂਕਿ ਆਪ ਜਿਹੜੀ ਗੌਰਮੈਂਟ ਆ, ਜਿਹੜੀ ਆਪ ਸਰਕਾਰ ਹੈ, ਇਹਦੀ ਵੀ ਨੁਕਤਾਚੀਨੀ ਹੋ ਰਹੀ ਹੈ, ਬੜਾ ਕੁਛ ਹੁੰਦਾ। ਸਾਰੇ ਲੋਕਾਂ ਨੂੰ ਖੁਸ਼ ਕਰਨਾ ਔਖਾ ਵੀ ਹੁੰਦਾ। ਹੁਣ ਐਤਕੀ ਰਸੂਖ ਦੇਖਦੇ ਆ ਜਿਹੜੀ ਜਿਮਨੀ ਚੋਣਾਂ ਆ ਰਹੀਆਂ। ਵੈਸੇ ਗੱਲ ਸਹੀ ਕੀਤੀ ਹੈ ਸੁਖਬੀਰ ਬਾਦਲ ਜੀ ਨੇ ਕਿ ਇਹ ਜਿਹੜਾ ਇਸ ਵੇਲੇ ਟੀਜ਼ਰ ਜੋ ਇਹਦਾ ਚੱਲੂਗਾ, ਜੋ ਇਹਦੇ ਵਿੱਚ ਐਤਕੀ ਸੈਂਪਲ ਦੇ ਤੌਰ 'ਤੇ ਹੋਊਗਾ, ਭਾਵੇਂ ਛੋਟੀ ਇਲੈਕਸ਼ਨ ਹੀ ਆ, ਪਰ ਅੰਦਾ ਇਹਦੇ ਤੋਂ ਪਤਾ ਲੱਗ ਜੂਗਾ ਕਿ ਅਸੀਂ ਕਿਸ ਘਰਾਟ 'ਤੇ ਬੈਠੇ ਹਾਂ ਔਰ ਇਹ ਕਿਸ ਪਾਣੀ 'ਚ ਬੈਠੇ ਆ। ਉਦੋਂ ਤੱਕ ਪਤਾ ਲੱਗ ਜੂਗਾ ਕਿ ਪਾਣੀ ਅੱਗੇ ਕਿੰਨਾ ਡੂੰਘਾ ਹੈਗਾ। ਇਹ ਹੁਣ ਅਗਲੀ ਜਿਹੜੀ ਹੈਗੀ ਪਾਣੀ ਲੰਘਣ ਦੀ ਜਿਹੜੀ ਹੈ ਨਾ, ਜਦੋਂ ਕੋਈ ਦਰਿਆ ਲੰਘਣਾ ਉਹ ਹੈਗਾ। ਔਰ ਜੇ ਅਕਾਲੀ ਦਲ ਜਿੱਤ ਗਿਆ ਤਾਂ ਫਿਰ ਇਹਨਾਂ ਦਾ ਫੈਸਲਾ ਬਣ ਗਿਆ। ਫਿਰ ਅਗਲੇ ਪਾਸੇ ਇਹਨਾਂ ਦੇ ਆਉਣ 2024 ਵਾਲੀਆਂ ਇਲੈਕਸ਼ਨਾਂ 'ਚ ਦੇਖੋ ਕੀ ਕੁਛ ਹੈਗਾ। ਸੁਖਬੀਰ ਬਾਦਲ ਜੀ ਨੇ ਹੋਰ ਵੀ ਕਿਹਾ, ਕਹਿੰਦਾ BSP ਜਿਹੜੀ ਸਾਡੇ ਨਾਲ ਹੈਗੀ ਆ, ਜਿਹਦੇ ਨਾਲ ਮਾਇਆਵਤੀ ਜੀ ਨਾਲ ਇਹਨਾਂ ਦਾ ਸਮਝੌਤਾ ਹੋ ਗਿਆ, ਔਰ ਆਂਦੇ ਪੰਜਾਬ ਦੇ ਵਿੱਚ ਉਹਦੀਆਂ ਜੜ੍ਹਾਂ ਬਹੁਤ ਡੂੰਘੀਆਂ। ਇਹਨਾਂ ਨੂੰ ਇਹ ਪਤਾ ਤਾਂ ਉਦੋਂ ਬਾਅਦ ਕਿਸ ਨੇ ਕਿਹਾ ਕਿ ਤੁਸੀਂ BSP ਦਾ ਤਾਂ ਗੱਲ ਕਰ ਰਹੇ ਅਤੇ BJP ਦਾ ਕੀ ਗੱਲ ਹੈਗੀ, ਉਹ ਵੀ ਦੱਸੋ। ਤੁਹਾਡੇ ਸਾਂਝੀਵਾਲ ਰਹੇ ਆ, ਤੁਹਾਡੇ ਨਾਲ ਰਹੇ ਆ, ਤੁਸੀਂ ਗੱਠਜੋੜ ਨਾਲ ਸਰਕਾਰ ਬਣਾਉਂਦੇ ਰਹੇ ਜੇ। ਤੁਹਾਡੇ ਪ੍ਰਕਾਸ਼ ਸਿੰਘ ਬਾਦਲ ਜੀ ਉਹਨਾਂ ਦੀ ਹਮਾਇਤ ਨਾਲ ਹੀ ਮੁੱਖ ਮੰਤਰੀ ਪੰਜਾਬ ਬਣਦੇ ਰਹੇ। ਉਹ ਕਹਿੰਦੇ ਨਹੀਂ, ਹੁਣ ਉਹਨਾਂ ਨਾਲ ਸਾਡਾ ਕੋਈ ਗੱਠਜੋੜ ਨਹੀਂ, ਉਹਨਾਂ ਨਾਲ ਸਾਡਾ ਕੋਈ ਉਹ ਨਹੀਂ ਹੈਗਾ ਸਿਆਸੀ ਗੱਠਜੋੜ। ਜੋ ਅਸੀਂ ਕਰਾਂਗੇ BSP ਨਾਲ ਮਿਲ ਕੇ ਗੱਲ ਕਰਾਂਗੇ, ਔਰ ਉਹਦੇ ਨਾਲ ਉਹ ਸਾਡੇ ਨਾਲ ਨੇ। ਉਹਨਾਂ ਨੇ ਉਸ ਹਕੂਮਤ ਨੇ ਆਂਦਾ ਉਹਨਾਂ ਸਾਨੂੰ ਕਹਿ ਦਿੱਤਾ ਕਿ ਤੁਸੀਂ ਸਾਡੇ ਜੇ ਤਾਂ ਅਸੀਂ ਤੁਹਾਡੇ ਹਾਂ, ਹੁਣ ਰਲ ਕੇ ਕਰਾਂਗੇ ਗੱਲਬਾਤ। ਕਿਉਂਕਿ ਜਲੰਧਰ ਦੇ ਵਿੱਚ ਵੀ ਏਰੀਆ ਉਹਨਾਂ ਦਾ ਬਹੁਤ ਹੈਗਾ, ਔਰ ਇਹਨਾਂ ਨੇ ਹੋ ਸਕਦਾ ਉਹਨਾਂ ਦਾ ਕਰਕੇ ਇਹ ਗੱਲ ਵੱਡੀ ਕਰ ਦਿੱਤੀ ਵੇ, ਕਿਉਂਕਿ ਉਹਨਾਂ ਨੂੰ ਅੱਗੇ ਵਿਜ਼ਨ ਨਜ਼ਰ ਆ ਗਿਆ ਕਿ ਅਸੀਂ ਅੱਗੇ ਕੀ ਬਣਨਾ ਤੇ ਕੀ ਹੋ ਸਕਦਾ। ਸਿਆਸਤ ਦੇਖੋ ਸਿਆਸਤ ਹੈ, ਔਰ ਹਰ ਪਾਸੇ ਆਪਣਾ ਫਾਇਦਾ ਦੇਖਿਆ ਜਾਂਦਾ ਹੈ। ਬਿਲਕੁਲ ਬਿਲਕੁਲ। ਔਰ ਆਪਣਾ ਫਾਇਦਾ ਦੇਖ ਕੇ ਸਾਰੀ ਕੈਲਕੂਲੇਸ਼ਨਸ ਹੁੰਦੀਆਂ, ਤਾਂ ਤੁਰਿਆ ਜਾਂਦਾ ਹੈ। ਕਿਉਂਕਿ ਮਾਲਵੇ 'ਚ ਇਹਨਾਂ ਕੋਲ ਬਹੁਤ ਗੜ੍ਹ ਹੈ ਇਹਨਾਂ ਦਾ, ਮਾਝੇ 'ਚ ਮਜੀਠੀਆ ਸਾਹਿਬ ਬੈਠੇ ਆ, ਉਹਨਾਂ ਕੋਲ ਵੀ ਬਹੁਤ ਜ਼ਿਆਦਾ ਪੈਂਤਲਾ ਵੱਡਾ। ਔਰ ਦੁਆਬੇ 'ਚ ਥੋੜ੍ਹੀ ਜਿਹੀ ਇਹਨਾਂ ਦੀ ਥੋੜ੍ਹੀ ਜਿਹੀ ਕਮਜ਼ੋਰੀ ਹੁੰਦੀ ਹੈ। ਐਤਕੀ ਇਹ ਪਰਪੱਕ ਹੋ ਗਏ, ਪੱਕੇ ਹੋ ਗਏ। ਜਿਮਨੀ ਚੋਣਾਂ 'ਚ ਇਹਨਾਂ ਦੱਸ ਦੇਣਾ ਕਿ ਅਸੀਂ ਵੀ ਅਕਾਲੀ ਦਲ ਆ, ਸਾਡੀ ਬਹੁਤ ਵੱਡੀ ਪਾਰਟੀ ਆ, ਔਰ ਸਾਡੇ ਕੋਲ ਵੀ ਸਾਡੀਆਂ ਡੂੰਘੀਆਂ ਜੜ੍ਹਾਂ ਹੈਗੀਆਂ ਅਤੇ ਬ੍ਰਾਂਚਾਂ ਟਾਹਣੀਆਂ ਸਾਡੀਆਂ ਸਾਰੇ ਪਾਸੇ ਖਿਲ ਰਹੀਆਂ। ਆਮ ਲੋਕਾਂ ਦੇ ਵਿੱਚ ਇਹ ਧਾਰਨਾ ਕਿਉਂ ਹੈ ਕਿ ਕਿਸੇ ਨੇ ਸਾਡਾ ਕੁਝ ਨਹੀਂ ਕਰਨਾ, ਆਪੇ ਆਪਣਾ ਇੰਤਜ਼ਾਮ ਕਰਨਾ ਪੈਣਾ, ਇਸ ਕਰਕੇ ਆਪੇ ਹਮਲਾ ਮਾਰੋ, ਆਪੇ ਮਿਹਨਤ ਕਰੋ ਅਤੇ ਆਪਣੇ ਪਰਿਵਾਰ ਨੂੰ, ਆਪਣੇ ਆਉਣ ਵਾਲੇ ਜੀਵਨ ਨੂੰ ਦੇਖੋ। ਇਹਨਾਂ ਸਿਆਸਤਦਾਨਾਂ ਦੇ ਭਰੋਸੇ ਨਾ ਰਹੋ, ਇਹਨਾਂ ਸਿਆਸੀ ਪਾਰਟੀਆਂ ਦੇ ਭਰੋਸੇ ਨਾ ਰਹੋ। ਆਪੇ ਆਪਣਾ ਬੰਦੋਬਸਤ ਕਰੋ ਰੋਟੀ ਪਾਣੀ ਦਾ, ਆਪੇ ਆਪਣਾ ਇੰਤਜ਼ਾਮ ਕਰੋ, ਰੱਬ ਦੇ ਸਹਾਰੇ ਚੱਲੋ, ਰੱਬ ਦੇ ਆਸਰੇ ਚੱਲੋ। ਇਹ ਸੋਚ ਕਿਉਂ ਬਣੀ ਹੋਈ ਹੈ ਆਮ ਲੋਕਾਂ ਦੀ? ਇਹ ਗੱਲ ਅਸਲ 'ਚ ਲੋਕਾਂ ਨੇ ਟੋਹ ਕੇ ਦੇਖ ਲਿਆ। ਕਹਿੰਦੇ ਨਾ ਦੇਗ ਹੁੰਦੀ ਹੈ, ਦੇਗ ਬਣ ਗਈ ਹੈ। ਜਦੋਂ ਵੇਖਦੇ ਹਾਂ ਤਾਂ ਇੱਕ ਦਾਣਾ ਕੱਢ ਕੇ ਵੇਖ ਲੈਂਦੇ ਵੀ ਯਾਰ ਇਹਦਾ ਮਤਲਬ ਬਣ ਗਈ ਹੈ। ਦੇਗ ਦਾ ਦਾਣਾ ਚਾਵਲਾਂ ਦਾ ਵੇਖਦੇ ਆ ਵੀ ਗਲ ਗਿਆ। ਹੁਣ ਇਹ ਇੰਨੀਆਂ ਪਾਰਟੀਆਂ, ਇੰਨੇ ਲੋਕ, ਇੰਨਾ ਸਾਰਾ ਕੁਛ ਹੈਗਾ। ਸਿਆਣੇ ਲੋਕ 1947 ਤੋਂ ਲੈ ਕੇ ਹੁਣ ਤੱਕ ਆ ਰਹੇ ਆ, ਇਹਨਾਂ ਨੂੰ ਵੋਟਾਂ ਪਾਉਂਦੇ, ਸਾਰਾ ਕੁਝ ਵੇਖਦੇ ਰਹੇ। ਉਹਨਾਂ ਵੇਖ ਲਿਆ ਵੀ ਕਿਹੜੀ ਪਾਰਟੀ ਕਿੱਥੇ ਖੜੀ ਹੈ, ਉਹਦਾ ਮਨਸ਼ਾ ਕੀ ਹੈ, ਉਹਦਾ ਮਤਲਬ ਕੀ ਹੈ, ਉਹ ਕੀ ਚਾਹੁੰਦੀ ਹੈ। ਲੋਕਾਂ ਨੂੰ ਇਹ ਸਾਰਾ ਕੁਝ ਪਤਾ। ਲੋਕ ਕਹਿੰਦੇ ਵੀ ਜੋ ਕੁਝ ਕਰਨਾ ਹੈ ਕਰੀ ਜਾਣ, ਇਹਨਾਂ ਦੀ ਤਾਂ ਸਿਆਸਤ ਆ। ਅਸੀਂ ਜੋ ਕੰਮ ਕਰਨਾ, ਆਪਣੇ ਬੱਚਿਆਂ ਨੂੰ ਪੜ੍ਹਾਓ, ਲਿਖਾਓ, ਅਫਸਰ ਬਣਾਓ, ਬਾਹਰਲੇ ਦੇਸ਼ਾਂ 'ਚ ਭੇਜੋ, ਜ਼ਮੀਨ ਜਿਹੜੀ ਹੈਗੀ ਉਹਨੂੰ ਵਾਹੋ, ਜਿੰਨਾ ਕੁਛ ਹੁੰਦਾ ਉਹ ਬੀਜੋ, ਖਾਓ, ਹੈ ਕਿ ਨਹੀਂ, ਜੋ ਕੁਛ ਹੁੰਦਾ। ਔਰ ਉਹਦੇ ਵਿੱਚ ਕਰਜ਼ੇ ਤੋਂ ਬਚੋ। ਉਹ ਲੋਕ ਆਪ ਜਿਉਣਾ ਆਪ ਸਿੱਖ ਰਹੇ। ਉਹਨਾਂ ਨੂੰ ਪਤਾ ਵੀ ਜੇ ਸਰਕਾਰ ਬਿਜਲੀ ਦੇ ਦੂ ਤਾਂ ਵਰਤ ਲਾਂਗੇ, ਨਹੀਂ ਤਾਂ ਨਾ ਅਸੀਂ ਦੀਵੇ ਜਗਾ ਲਾਂਗੇ। ਪਾਣੀ ਦਿੰਦੀ ਹੈ ਤਾਂ ਪੀ ਲਾਂਗੇ, ਨਹੀਂ ਤਾਂ ਪਾਣੀ ਆਪਣਾ ਹੈਗਾ ਆਪ ਕੱਢ ਲਾਂਗੇ। ਲੋਕਾਂ ਨੂੰ ਪਤਾ ਸਰਕਾਰਾਂ ਨੇ 3 ਚੀਜ਼ਾਂ ਦੇਣੀਆਂ ਹੁੰਦੀਆਂ, ਬਾਕੀ ਕੱਪੜੇ ਉਹਨਾਂ ਨੂੰ ਚਾਹੀਦੇ ਆਪ, ਦਾਣਾ ਫੱਕਾ ਆਪ ਉਹਨਾਂ ਲਿਆਉਣਾ, ਤੇਲ ਉਹਨਾਂ ਨੇ ਆਪ ਵਰਤਣਾ, ਹੈ ਨਾ। ਸਾਰਾ ਕੁਛ ਜੋ ਕੁਛ ਉਹਨਾਂ ਨੂੰ ਚਾਹੀਦਾ ਰੋਜ਼ਮਰ੍ਹਾ ਦੀ ਜ਼ਿੰਦਗੀ ਨੂੰ ਚਲਾਉਣ ਲਈ ਉਹਨਾਂ ਨੂੰ ਆਪ ਹੀ ਸਾਰਾ ਕੁਝ ਚਾਹੀਦਾ ਕਰਨਾ। ਔਰ ਇਹ ਨਹੀਂ ਦੇਣਗੇ ਮੁੱਖ ਮੰਤਰੀ ਵੀ ਭਗਵੰਤ ਮਾਨ ਜੀ ਉੱਧਰ ਬੋਰੀਆਂ ਦਾਣਿਆਂ ਦੀ ਸੁੱਟ ਆਏ ਆ,
ਉਹਨਾਂ ਨੂੰ ਕੱਪੜੇ ਦੇ, ਉਹਨਾਂ ਦੀ ਕੁੜੀ ਦਾ ਵਿਆਹ ਸੀ, ਆਹ ਕਰੇ, ਕੋਈ ਨਹੀਂ ਕਰਦਾ, ਲੋਕਾਂ ਨੂੰ ਆਪ ਹੀ ਕਰਨਾ। ਆਪ ਕਰਨਾ ਪੈਂਦਾ। ਮੈਂ ਦੇਖਿਆ ਸਰਵੇ ਕਰਦੇ ਨੇ ਨਾ, ਜਦੋਂ ਆਹ। ਇਲੈਕਸ਼ਨਸ ਹੋਣੀਆਂ ਹੁੰਦੀਆਂ ਉਦੋਂ ਸਰਵੇ ਕਰਨ ਵਾਸਤੇ ਜਿਹੜੇ ਗਰੁੱਪ ਜਾਂਦੇ ਨੇ, ਮੀਡੀਆ ਹਾਊਸ ਤੋਂ ਜਾਂਦੇ ਨੇ, ਉਹ ਪੁੱਛਦੇ ਨੇ ਪਬਲਿਕ ਤੋਂ। ਔਰ ਇੱਕ ਵਾਰੀ ਇਦਾਂ ਦੇ ਮੈਂ ਇਨਸੀਡੈਂਟ ਦੇਖੇ ਨੇ, ਪੁੱਛੇ ਉਹਨਾਂ ਨੇ, ਤੁਹਾਨੂੰ ਕੀ ਲੱਗਦਾ ਮੁੱਖ ਮੰਤਰੀ ਕੌਣ ਬਣੇਗਾ, ਤੁਹਾਨੂੰ ਕੀ ਲੱਗਦਾ ਗ੍ਰਹਿ ਮੰਤਰੀ ਕੌਣ ਬਣੇਗਾ, ਤੁਹਾਨੂੰ ਕੀ ਲੱਗਦਾ ਪ੍ਰਧਾਨ ਮੰਤਰੀ ਕੌਣ ਬਣੇਗਾ, ਤੁਹਾਨੂੰ ਕੀ ਲੱਗਦਾ ਵਿੱਤ ਮੰਤਰੀ ਕੌਣ ਬਣੇਗਾ, ਤੁਹਾਨੂੰ ਕੀ ਲੱਗਦਾ ਰੱਖਿਆ ਮੰਤਰੀ ਕੌਣ ਬਣੇਗਾ। ਕਹਿੰਦੇ ਕੋਈ ਬਣੇ, ਕੁਝ ਵੀ ਬਣੇ, ਅਸੀਂ ਤੇ ਮਿਹਨਤ ਕਰਾਂਗੇ ਤੇ ਰੋਟੀ ਖਾਵਾਂਗੇ। ਉਹਨੇ ਗੱਲ ਹੀ ਮੁਕਾ ਦਿੱਤੀ। ਔਰ ਦੇਖਿਆ ਜਾਵੇ ਤਾਂ ਸਹੀ ਗੱਲ ਹੈ। ਕਿਸੇ ਮਾਂ ਨੂੰ ਪੁੱਛ ਰਿਹਾ ਸੀ ਮੁੰਡਾ, ਕਹਿੰਦਾ ਮਾਤਾ ਜਦੋਂ ਗੁਰਮੁਖ ਸਿੰਘ ਨੰਬਰਦਾਰ ਇਹ ਆਪਣੇ ਪਿੰਡ ਦਾ ਜਦੋਂ ਮਰ ਗਿਆ ਤੇ ਫਿਰ ਕੌਣ ਬਣੂ? ਉਹ ਆਂਦੀ ਘਸੀਟਾ ਸਿੰਘ। ਕਹਿੰਦਾ ਮਾਤਾ ਜਦੋਂ ਘਸੀਟਾ ਸਿੰਘ ਮਰ ਗਿਆ ਫਿਰ ਆਂਦੀ ਮੱਘਰ ਸਿੰਘ। ਆਂਦਾ ਜਦੋਂ ਮੱਘਰ ਸਿੰਘ ਬਣ ਗਿਆ ਆਂਦੀ ਹਰਬੰਸ ਸਿੰਘ। ਤਾਂ ਆਂਦਾ ਮਾਤਾ ਇਹ ਫਿਰ ਉਹ ਕੀ ਬਾਕੀ? ਆਂਦੀ ਬਾਕੀ ਭਾਵੇਂ ਸਾਰਾ ਪਿੰਡ ਮਰ ਜੇ, ਤੇਰੀ ਵਾਰੀ ਨਹੀਂ ਆਉਣੀ। ਇਹ ਗੱਲ ਹੈਗੀ ਆ ਕਿ ਜਦੋਂ ਜਿਹੜੇ ਬੰਦੇ ਖਾਨਦਾਨੀ ਲੀਡਰ ਨੇ ਉਹਨਾਂ ਦੇ ਬੱਚੇ ਉਹ ਆਪ ਹੀ ਬਣਨੇ ਆ, ਉਹ ਤੋਂ ਬਾਅਦ ਦੂਜਾ ਬੰਦਾ ਨਹੀਂ ਆ ਸਕਦਾ। ਹੁਣ ਅਕਾਲੀ ਦਲ ਆ, ਸਾਰਾ ਉਹਨਾਂ ਦਾ ਆਪਣਾ ਹੀ ਆ। ਜੇ ਕਾਂਗਰਸ ਆ, ਸਾਰਾ ਉੱਥੇ ਹੈ, ਪਰਿਵਾਰ 'ਤੇ ਹੈ। ਜੇ ਆਪ ਆ, ਆਪ ਦੇ ਵਿੱਚ ਤਾਂ ਜੇ ਚਲੋ ਖਾਨਦਾਨੀ ਤਾਂ ਨਹੀਂ ਹੈਗੀ, ਪਰ ਬਣ ਜੂਗੀ ਹੌਲੀ ਹੌਲੀ, ਇਹਦੇ ਵਿੱਚ ਵੀ ਆ। ਸਾਡੀ ਪਾਰਟੀ ਸਿਸਟਮ ਜਿਹੜਾ ਇਹ ਪਰਿਵਾਰਵਾਦ ਵਾਲਾ, ਸਾਰਾ ਪਰਿਵਾਰਵਾਦ ਇਹਦੇ 'ਚ ਹੈਗਾ। ਸਰਪੰਚ ਦਾ ਮੁੰਡਾ ਸਰਪੰਚ ਬਣਨ ਨੂੰ ਤਾਂ ਮੈਂਬਰ ਤਾਂ ਹੈ ਹੀ ਆ, ਹੈ ਕਿ ਨਹੀਂ? ਮੰਤਰੀ ਦਾ ਮੁੰਡਾ ਮੰਤਰੀ ਨਹੀਂ ਬਣਦਾ, ਚੇਅਰਮੈਨ ਤਾਂ ਹੈਗਾ ਹੀ ਆ। ਇਹ ਆਪਣੇ ਆਪਣੇ ਘਰਾਂ ਦੇ ਆ। ਤੁਹਾਡੀ ਗੱਲ ਸਹੀ ਆ। ਜਦੋਂ ਲੋਕਾਂ ਨੂੰ ਪੁੱਛਦੇ, ਜਿਹੜੇ ਆਮ ਜਨਤਾ ਹੈਗੀ ਆ, ਉਹ ਆਂਦੇ ਸਾਨੂੰ ਨਹੀਂ ਪਤਾ, ਜਿਹੜਾ ਮਰਜ਼ੀ ਬਣ ਜੇ, ਸਾਡੀ ਜ਼ਮੀਨ ਸਾਡੇ ਕੋਲ ਆ, ਅਸੀਂ ਵਾਹੀ ਕਰਦੇ ਮਿਹਨਤ ਕਰਾਂਗੇ ਤਾਂ ਰੋਟੀ ਖਾਵਾਂਗੇ, ਸਾਡਾ ਤੋਰੀਆ ਉੱਗਾ ਆ, ਸਰੋਂ ਹੋ ਗਿਆ, ਆ ਗਈ ਆ, ਸਾਗ ਆਪਣਾ ਬਣਨਾ, ਹੈ ਕਿ ਨਹੀਂ? ਅਸੀਂ ਸਾਰੇ ਖੇਤਾਂ 'ਚ ਕਣਕ ਬੀਜੀ। ਸਰਕਾਰਾਂ ਇੰਨਾ ਹੀ ਕਰਨ ਕਿ ਮਿਹਨਤ ਕਰਨ ਵਾਸਤੇ ਨਾ ਸਭ ਨੂੰ ਨੌਕਰੀਆਂ ਦੇ ਦੇਣ, ਸਹੀ ਕੰਮ ਦੇ ਦੇਣ, ਤਾਂ ਕਿ ਆਪਣਾ ਕੰਮ ਕਰਨ ਤੇ ਆਪਣੀ ਰੋਟੀ ਰੱਜਵੀਂ ਖਾਣ, ਇੱਜ਼ਤ ਦੀ ਰੋਟੀ ਖਾਣ। ਤੇ ਜੇ ਦਵਾ ਦਾਰੂ ਦੀ ਲੋੜ ਪੈਂਦੀ ਹੈ ਉਹ ਵੀ ਇੰਤਜ਼ਾਮ ਹੋਵੇ, ਸਿਹਤ ਸੁਵਿਧਾਵਾਂ ਵੀ ਮਿਲਣ। ਮਤਲਬ ਸਭ ਨੂੰ ਰੋਜ਼ਗਾਰ ਦੇ ਦਿਓ, ਸਭ ਆਪੇ ਆਪਣਾ ਆਪਣਾ ਪਾਲਣ ਪੋਸ਼ਣ ਕਰੀ ਜਾਂਦੇ। ਕੰਮ ਜਿਹੜਾ ਮਿਲਦਾ ਯੋਗਤਾ ਦੇ ਆਧਾਰ 'ਤੇ ਨਹੀਂ ਮਿਲਦਾ, ਕੁਆਲੀਫਿਕੇਸ਼ਨ ਦੇ ਆਧਾਰ 'ਤੇ ਨਹੀਂ ਮਿਲਦਾ। ਕੰਮ ਫਿਰ ਆਪਣੇ ਨੂੰ ਮਿਲਦਾ, ਜਿਹੜੇ ਉਹਨਾਂ ਦੇ ਆਪਣੇ ਬੰਦੇ ਆ। ਤੁਹਾਨੂੰ ਪਤਾ ਕਾਂਗਰਸ ਦੇ ਟਾਈਮ 'ਤੇ ਵਿਧਾਨ ਸਭਾ 'ਚ ਤੇ ਇੱਧਰ ਉੱਧਰ ਜਿਹੜੇ ਲਾਏ ਮੁੰਡੇ, ਉਹ ਆਪਣਿਆਂ ਦੇ ਸੀ। ਉਹਨਾਂ ਦੇ ਉਹਦਾ ਚਰੌਲਾ ਪੈ ਗਿਆ ਸੀਗਾ ਵੀ ਆਹ ਜਿਹੜੇ ਬੱਚੇ ਲੱਗੇ ਆ ਕੁਆਲੀਫਾਈਡ ਆ ਤੇ ਦੂਜੇ ਕਿਉਂ ਨਹੀਂ ਹੈਗੇ। ਔਰ ਇੱਕ ਸੂਬੇ ਤੋਂ ਦੂਜੇ ਸੂਬੇ ਦੇ ਨੂੰ ਦਿੰਦੇ। ਪੰਜਾਬ 'ਚ ਰਾਜਸਥਾਨ ਦੇ ਮੁੰਡੇ ਆ ਜਾਂਦੇ, ਹਰਿਆਣੇ ਦੇ ਆ ਜਾਂਦੇ ਆ, ਤੇ ਸਾਡੇ ਵਿਹਲੇ ਬੈਠੇ ਰਹਿੰਦੇ। ਇਹ ਵੰਡ ਵੰਡਾਈ ਜਿਹੜੀ ਹੈ, ਇਹਦੇ ਵਿੱਚ ਜੋ ਕੁਛ ਕੈਂਚੀ ਚੱਲਦੀ ਹੈ, ਇਹ ਮੰਤਰੀਆਂ ਨੂੰ ਪਤਾ, ਮੁੱਖ ਮੰਤਰੀ ਤੱਕ ਪਤਾ ਹੁੰਦਾ। ਤੇ ਦੂਜੇ ਪਾਸੇ ਕਹਿੰਦੇ ਅਸੀਂ ਅਪਾਇੰਟਮੈਂਟ ਲੈਟਰ ਦੇ ਦਿੱਤੇ, ਨੌਕਰੀਆਂ ਪੱਕੀਆਂ ਕਰਤੀਆਂ, ਪੁਲਿਸ 'ਚ ਵੀ ਮੁੰਡੇ ਲਾ ਦਿੱਤੇ, ਹੈ ਨਾ, ਡਰਾਈਵਰ ਲਾ ਦਿੱਤੇ ਰੋਡਵੇਜ਼ 'ਚ, ਤੇ ਲੋਕ ਫਿਰ ਭੁੱਖੇ ਮਰ ਰਹੇ, ਵਿਹਲੇ ਆ, ਨਸ਼ਿਆਂ ਵੱਲ ਤਾਂ ਦੇ ਵੱਧ ਰਹੇ ਵਿਚਾਰੇ। ਰਿਓੜੀਆਂ ਵੰਡਣੀਆਂ ਨੇ ਨਾ, ਮੁੜ ਆਪਣਿਆਂ ਨੂੰ, ਮੁੜ ਆਪਣਿਆਂ ਨੂੰ ਰਿਓੜੀਆਂ ਹੀ ਦੇਈ ਜਾਣੀਆਂ ਨੇ। ਰਿਓੜੀਆਂ ਹੀ ਨੇ। ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਤੇ ਰੇਤਾ ਮਾਈਨਿੰਗ ਕਪਲਾ ਕਰਨ ਦੇ ਦੋਸ਼। ਇਹ ਰੇੜੀਆਂ ਗੁੜ ਵਾਲੀਆਂ ਕਿ ਵਿਕਰਮ ਸਿੰਘ ਮਜੀਠੀਆ? ਰੇੜੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ, ਇੱਕ ਤਾਂ ਤਿਲ ਲੱਗੇ ਹੁੰਦੇ ਆ ਗੁੜ ਵਾਲੀ ਨੂੰ, ਇੱਕ ਹੁੰਦੀ ਆ ਜਿਹੜੇ ਖੰਡ ਵਾਲੀਆਂ ਬਣਾ ਕੇ ਰੇੜੀਆਂ, ਉਹ 'ਚ ਵੀ ਤਿਲ ਹੁੰਦੇ ਆ। ਤੇ ਮੇਰਾ ਖਿਆਲ ਇਹ ਗੁੜ ਵਾਲੀਆਂ ਜ਼ਿਆਦਾ ਸਵਾਦ ਹੋਣੀਆਂ, ਸ਼ਾਇਦ ਗੁੜ ਵਾਲੀਆਂ ਜ਼ਿਆਦਾ ਸਵਾਦ ਹੋਣ। ਔਰ ਵੈਸੇ ਵੀ ਪੰਜਾਬੀਆਂ ਨੂੰ ਗੁੜ ਜ਼ਿਆਦਾ ਪਸੰਦ ਹੈ, ਚੀਨੀ ਦੀ ਬਜਾਏ ਜ਼ਿਆਦਾ ਪਸੰਦ ਗੁੜ ਆਉਂਦਾ ਹੈ। ਚਲੋ ਫਿਰ ਇਹਨੂੰ ਕਰੋ ਮਸਲਾ ਹੱਲ। ਇਹ ਵੀ ਇਹ ਕਹਿ ਰਹੇ ਕਿ ਜਿੱਦਾਂ ਬਾਹਰੋਂ ਆ ਰਹੀ ਹੈ ਨਾ ਰੇਤਾ ਦੇ ਟਰੱਕ ਆ ਰਹੇ, ਆਂਦੇ ਡੇਲੀ 2-2000 ਟਰੱਕ ਆਉਂਦਾ, ਉਹਦੇ ਵਿੱਚ ਇਹਨਾਂ ਦਾ ਆਪਣਾ ਪੈਸਾ ਲਿਆ ਹੁੰਦਾ, ਕਮਿਸ਼ਨ ਹੁੰਦਾ ਪੰਜਾਬ ਸਰਕਾਰ ਦਾ। ਬਾਹਰੋਂ ਆ ਰਹੇ ਆ ਰੇਤਾ, ਅਤੇ ਉਹਦੇ ਵਿੱਚ ਉਹ ਪੈਸਾ ਲੈ ਕੇ ਅਤੇ ਆਪਣੇ ਬੋਝਾਂ 'ਚ ਪਾ ਦਿੰਦੇ ਆ। ਔਰ ਉਹਦੇ ਵਿੱਚ ਜਿੱਥੇ ਜਿੱਥੇ ਉਹਨਾਂ ਦੇ ਅੰਦਰ ਟਰੱਕਾਂ ਦੇ ਜਿਹੜੇ ਨੰਬਰ ਪੜ੍ਹ ਕੇ ਵੇਖੋ, ਬਾਹਰਲੇ ਸੂਬਿਆਂ 'ਚੋਂ ਆਉਂਦੇ ਆ। ਔਰ ਇੱਕ ਪਾਸੇ ਤਾਂ ਇਹਨਾਂ ਨੇ ਰੇਤਾ ਦੇ ਸਸਤੀ ਕਰਤੀ ਹੈ, ਅਤੇ ਦੂਜੇ ਪਾਸੇ ਦਾ ਪੈਸਾ ਫਿਰ ਜੇਬਾਂ 'ਚ ਜਾ ਰਿਹਾ। ਔਰ ਉਹਦੇ ਵਿੱਚ ਖਨਨ ਜਿਹੜੀ ਕਰ ਰਹੇ ਆ, ਕੁਝ ਏਰੀਆ ਅਨੰਦਪੁਰ ਦੇ ਏਰੀਏ 'ਚ ਕੁਝ ਫੜੇ ਵੀ ਗਏ ਸੀ, ਕੁਝ ਮੰਤਰੀ ਸੀ, ਉਹਦੇ 'ਤੇ ਵੀ ਇਹ ਰੌਲਾ ਪਿਆ ਸੀਗਾ ਕਿ ਉਹਨਾਂ ਨੇ ਖਨਨ ਕਰਨ ਦੇ ਵਿੱਚ ਜਿੱਥੇ ਜਿੱਥੇ ਹੈਗਾ ਸੀ ਪੈਸਾ ਆਪ ਆਪਣੇ ਜੇਬ 'ਚ ਪਾ ਲਿਆ। ਔਰ ਪਠਾਨਕੋਟ ਦਾ ਏਰੀਆ, ਇਹਦੇ 'ਚ ਦਰਿਆ ਦਾ ਕੁਝ ਏਰੀਆ ਜਿਹੜਾ ਹੈਗਾ, ਉਹਦੇ ਵਿੱਚ ਕੁਝ ਏਰੀਏ ਨੂੰ ਮਾਰ ਕਰ ਦਿੰਦੇ ਆ, ਉਹ 'ਚੋਂ ਰੇਤਾ ਮਿਲਦੀ ਆ। ਰੇਤਾ ਦਾ ਵੀ ਰੇਟ ਇਸ ਵੇਲੇ ਜਿੰਨਾ ਕੁ ਸੀਮੈਂਟ ਮਹਿੰਗਾ, ਉਨਾ ਕੁ ਰੇਤਾ ਦਾ ਹੈਗਾ। ਔਰ ਕੌਣ ਨੁਕਸਾਨ ਉਠਾ ਰਿਹਾ ਇਹਦਾ? ਆਮ ਲੋਕ, ਜਿਹਨੇ ਵਿਚਾਰੇ ਨੇ ਛੱਤ ਬਣਾਉਣੀ ਹੈ, ਘਰ ਬਣਾਉਣਾ, ਉਹਨੇ ਪੈਲੇਸ ਨਹੀਂ ਬਣਾਉਣੇ, ਮਹੱਲ ਨਹੀਂ ਬਣਾਉਣੇ, ਉਹਨੇ ਤਾਜ ਮਹਿਲ 'ਤੇ ਨਹੀਂ ਬਣਾਉਣਾ, ਉਹਨੇ ਆਪਣੇ ਰਹਿਣ ਲਈ ਜਗ੍ਹਾ ਬਣਾਉਣੀ ਹੈ, ਉਹਨੂੰ ਵਿਚਾਰੇ ਨੂੰ ਰੇਤਾ ਨਹੀਂ ਮਿਲਦੀ। ਮਿੱਟੀ ਵੀ ਪੰਜਾਬ ਵਿੱਚ ਮਹਿੰਗੀ, ਹੁਣ ਮਿੱਟੀ ਵੀ ਮੁੱਲ ਮਿਲਦੀ ਹੈ, ਪਾਣੀ ਵੀ ਮੁੱਲ ਮਿਲਦਾ ਕਿ ਜਦੋਂ ਘਰ ਬਣਾਊਗਾ। ਲੇਬਰ ਤਾਂ ਹੈ ਹੀ ਲੇਬਰ, ਉਹਨਾਂ ਦਾ ਪੈਸਾ ਲੈਣਾ ਹੀ ਲੈਣਾ ਗਾ। ਸੀਮੈਂਟ ਤਾਂ ਮੁੱਲ ਹੈ ਹੀ ਹੈ, ਕਿਉਂਕਿ ਕੰਪਨੀਆਂ ਜਿਹੜੀਆਂ ਬਣਾ ਰਹੀਆਂ ਉਹਨਾਂ ਵੱਲੋਂ ਆ ਰਿਹਾ। ਪਰ ਰੇਤਾ ਦਾ ਤਾਂ ਪਹਿਲਾਂ ਅੱਜ ਤੋਂ 10-20 ਸਾਲ ਪਿਛਾਂਹ ਚੱਲ ਜਾਓ, ਰੇਤਾ ਮੁੱਲ ਨਹੀਂ ਸੀ ਹੁੰਦੀ। ਨਹਿਰਾਂ 'ਚ ਲੋਕ ਕੱਢ ਲੈਂਦੇ ਸੀ, ਦਰਿਆਵਾਂ 'ਚੋਂ ਕੱਢ ਲੈਂਦੇ ਸੀ, ਅਤੇ ਘਰ ਬਣਾਉਂਦੇ ਸੀ ਆਪਣੇ। ਹੁਣ ਰੇਤਾ ਵਾਲੇ ਪਾਸੇ ਤੋਂ ਤਦੇ ਘਰ ਵੀ ਮਹਿੰਗੇ ਹੋ ਗਏ ਇੱਥੇ। ਤੁਸੀਂ ਜੇ ਅਮਰੀਕਾ ਦੇ ਕਿਤੇ ਏਰੀਏ 'ਚ ਕੁਝ ਦੇਖੋਗੇ ਜਾਂ ਕੈਨੇਡਾ 'ਚ ਆ ਕੇ ਵੇਖੋਗੇ, ਘਰਾਂ ਦੇ ਬੜੇ ਮਹਿੰਗੇ ਹੈਗੇ, ਉੱਥੇ ਜੀ ਆਹ ਚੀਜ਼ ਬੜੀ ਮਹਿੰਗੀ ਹੋ ਗਈ ਹੈ। ਅਤੇ ਇੰਡੀਆ 'ਚ ਕਿਹੜੀਆਂ ਸਸਤੀਆਂ ਹੈਗੀਆਂ?
ਜਿੱਥੇ ਰੇਤ ਪਾਣੀ ਹੈ ਨਾ ਸੀਮੈਂਟ ਬਿਜਲੀ ਜਿਹੜੀ ਉੱਥੇ ਚੱਲਣੀ ਹੈ ਉਹ ਨਾਲ ਸਾਰਾ ਕੁਝ ਉਹ ਸਾਰਾ ਕੁਝ ਪਾ ਕੇ ਜਿਹੜਾ ਕੰਮ ਕਰ ਰਿਹਾ ਜਿਹਨੇ ਮਕਾਨ ਬਣਾਉਣਾ ਉਹ ਸਾਰਾ ਹੀ ਬਜਟ ਉੱਚ ਆਊਗਾ ਹੈ ਕਿ ਨਹੀਂ ਤਾਂ ਪਾਣੀ ਤਾਂ ਅੱਗੇ ਇੰਨਾ ਨਹੀਂ ਸੀ ਹੁੰਦਾ ਪਾਣੀ ਵੀ ਉਹਨਾਂ ਨੂੰ ਮਿਲ ਜਾਂਦਾ ਫ੍ਰੀ 'ਚ ਮਿਲ ਜਾਂਦਾ ਹੁੰਦਾ ਬਿਜਲੀ ਵੀ ਆਮ ਜਿਹੜੀ ਹੁੰਦੀ ਸੀ ਉਹਨਾਂ ਨੂੰ ਮਿਲ ਜਾਂਦੀ ਸੀ ਔਰ ਨਾ ਤਾਂ ਕੱਚੀਆਂ ਤਾਰਾਂ ਲਾ ਕੇ ਕਰ ਲੈਂਦੇ ਸੀ ਘਰ ਹੁਣ ਜਿਹੜੀ ਕਾਰਪੋਰੇਸ਼ਨ ਆ ਉਹਦੇ ਆ ਕੇ ਜਿਹੜੇ ਇੰਸਪੈਕਟਰ ਆ ਉਹ ਪੁੱਛ ਲੈਂਦੇ ਆ ਨਕਸ਼ਾ ਦਿਖਾ ਲਓ ਬਣਾਇਆ ਉਹ ਕਹਿੰਦੇ ਨਹੀਂ ਜੀ ਪੰਚਾਇਤ ਦੇ ਸਾਈਨ ਹੈਗੇ ਪੰਚਾਇਤ 'ਚ ਆਉਂਦੀ ਆ ਆਂਦਾ ਲੋਨ ਕਿੱਥੋਂ ਲਿਆ ਬੈਂਕ ਤੋਂ ਲਿਆ ਜੀ ਉਹ ਕਰਕੇ ਉਹ ਛਾਪਾ ਮਾਰਦੇ ਆ ਉਹ ਵੀ ਆਪਣੀ ਜੇਬ ਭਰ ਕੇ ਲੈ ਜਾਂਦੇ ਆ ਉਹਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਆਮ ਆਦਮੀ ਨੁਕਸਾਨ ਉਠਾ ਰਿਹਾ ਜਿਹੜੇ ਬੰਦੇ ਦਾ ਅੱਗੇ ਹੱਥ ਆ ਜਿਹੜਾ ਅੱਗੇ ਖਜ਼ਾਨੇ 'ਚ ਹੱਥ ਉਹਨੂੰ ਕੋਈ ਡਰ ਨਹੀਂ ਉਹਦੇ ਤੋਂ ਤਾਂ ਡਰਦੇ ਹੀ ਆ ਨਾ ਤਾਂ ਕਾਰਪੋਰੇਸ਼ਨ ਦੇ ਇੰਸਪੈਕਟਰ ਨੇ ਆਉਣਾ ਨਾ ਮੇਅਰ ਨੇ ਪੁੱਛਣਾ ਨਾ ਕਿ ਕੌਂਸਲਰ ਨੇ ਪੁੱਛਣਾ ਉਹਦੀ ਸਾਰੇ ਪਾਸੇ ਚਾਂਦੀ ਜਿੱਧਰ ਹੱਥ ਲਾਤਾ ਚਾਂਦੀ ਚਾਂਦੀ ਹੈ ਸੋਨਾ ਹੀ ਸੋਨਾ ਦਾ ਉਹ ਤੁਸੀਂ ਕਹਿੰਦੇ ਹੁੰਦੇ ਨਾ ਪੰਜੇ ਉਂਗਲਾਂ ਘਿਓ 'ਚ ਨੇ ਸਿਰ ਪੀਪੇ 'ਚ ਨੇ ਲੱਤਾਂ ਕੜਾਈ 'ਚ ਨੇ ਲੱਤਾਂ ਕੜਾਈ 'ਚ ਆਵਾਜ਼ ਆ ਰਹੀ ਹੈ ਵਿੱਚੋਂ ਆਵਾਜ਼ ਆ ਰਹੀ ਉਹਦੀ ਮੈਨੂੰ ਇਹ ਗੱਲ ਬੜੀ ਪਿਆਰੀ ਲੱਗੀ ਕਹਿੰਦੇ ਆਮ ਆਦਮੀ ਨੇ ਕਿਹੜਾ ਤਾਜ ਮਹਿਲ ਬਣਵਾਉਣਾ ਹੁੰਦਾ ਹੈ ਇੱਕ ਵਾਰੀ ਇੱਕ ਲੇਡੀ ਨੇ ਨਾ ਆਪਣੇ ਹਸਬੈਂਡ ਨੂੰ ਪੁੱਛਿਆ ਕਿ ਸ਼ਾਹਜਹਾਨ ਨੇ ਨਾ ਆਪਣੀ ਘਰਵਾਲੀ ਵਾਸਤੇ ਤਾਜ ਮਹਿਲ ਬਣਵਾਇਆ ਤੁਸੀਂ ਮੇਰੇ ਵਾਲੇ ਕੀ ਬਣਵਾਓਗੇ ਮੇਰੇ ਵਾਸਤੇ ਕੀ ਬਣਵਾਓਗੇ ਕਹਿੰਦੇ ਅਸੀਂ ਤੁਹਾਡੇ ਵਾਸਤੇ ਰਾਸ਼ਨ ਕਾਰਡ ਬਣਵਾਵਾਂਗੇ ਆਧਾਰ ਕਾਰਡ ਬਣਵਾਵਾਂਗੇ ਪੈਨ ਕਾਰਡ ਬਣਵਾਵਾਂਗੇ ਵੋਟਰ ਕਾਰਡ ਬਣਵਾਵਾਂਗੇ ਜਿਹੜੇ ਪਰ ਚੱਲਦਾ ਅਸੀਂ ਤੁਹਾਡੇ ਵਾਸਤੇ ਇਹੀ ਬਣਾ ਸਕਦੇ ਬਣਨਾ ਵੀ ਉਹਨਾਂ ਲਈ ਤਾਜ ਮਹਿਲ ਹੀ ਹੈ ਜਿਹਦੇ 'ਚ ਆਧਾਰ ਕਾਰਡ ਹਰ ਜਗ੍ਹਾ ਜਾਊਗਾ ਤੁਹਾਡੇ ਜਿਹਦੇ ਗਰੀਬ ਲੋਕ ਹੈਗੇ ਉਹ ਜਿਹੜੀ ਕਲਿਆਣਮਈ ਜਿਹੜੀਆਂ ਯੋਜਨਾਵਾਂ ਉਹਨਾਂ 'ਚ ਜੇ ਆਟਾ ਲੈਣਾ ਉਹਨਾਂ ਨੇ ਆਧਾਰ ਕਾਰਡ ਵੇਖਣਾ ਜੇ ਉਹਦੇ 'ਚ ਕੋਈ ਯੋਜਨਾ ਆ ਗਈ ਦਾਲਾਂ ਲੈਣੀਆਂ ਆਧਾਰ ਕਾਰਡ ਲਿਆਓ ਜੀ ਕਿੱਥੇ ਹੈਗਾ ਹੈ ਨਾ ਜੇ ਉਹਨਾਂ ਨੇ ਤੇਲ ਲੈਣਾ ਆਧਾਰ ਕਾਰਡ ਲਿਆਓ ਜੇ ਬੈਂਕ 'ਚ ਅਕਾਊਂਟ ਖੁਲਾਉਣਾ ਵਿਚਾਰਿਆਂ ਨੇ ਹੈ ਨਾ ਜਿਹਦੇ 'ਚ ਪੈਸਾ ਆਊਗਾ ਸਰਕਾਰ ਦਾ ਤਾਂ ਵੀ ਆਧਾਰ ਕਾਰਡ ਹੈ ਉਹ ਇਹ ਉਹਨਾਂ ਦਾ ਤਾਜ ਮਹਿਲ ਹੀ ਹੈ ਆ ਲਓ ਜੀ ਫਿਰ ਤਾਜ ਮਹਿਲ ਬਣਾਉਣ ਵਾਲੇ ਹੁਣ ਜਿਹੜੇ ਹੈਗੇ ਨੇ ਉਹਨਾਂ ਦੀ ਗੱਲ ਕਰੀਏ ਕਿਉਂਕਿ ਜਿਹੜੇ ਵੱਡੇ ਵੱਡੇ ਸੁਪਨੇ ਦਿਖਾਉਂਦੇ ਨੇ ਕਿ ਤਾਜ ਮਹਿਲ ਬਣਾਉਣਾ ਹੈ ਰੰਗਲਾ ਪੰਜਾਬ ਬਣਾਉਣਾ ਇਹ ਸਭ ਗੱਲਾਂ ਕਰਦੇ ਨੇ ਹੁਣ ਆਪ ਦਾ ਇੱਕ ਵਿਧਾਇਕ ਹੈ ਬਠਿੰਡਾ ਦਾ ਉਹਦੇ ਜਿਹੜੇ ਪੀਏ ਸਾਹਿਬ ਨੇ ਉਹਨਾਂ ਨੂੰ ਰਿਸ਼ਵਤ ਲੈਂਦਿਆਂ ਨੂੰ ਵਿਜੀਲੈਂਸ ਨੇ ਕਾਬੂ ਕਰ ਲਿਆ ਹੁਣ ਇਹ ਆਪਣੇ ਬੰਦੇ ਨਹੀਂ ਸਾਂਭ ਹੁੰਦੇ ਇਹਨਾਂ ਕੋਲੋਂ ਰਿਸ਼ਵਤ ਪੂਰੇ ਪੰਜਾਬ 'ਚ ਰੋਕਣੀ ਹੈ ਤੁਸੀਂ ਤੇ ਜਿਹੜਾ ਤੁਹਾਡੇ ਅੰਡਰ ਕੰਮ ਕਰਦਾ ਪੀਏ ਤੁਹਾਡਾ ਪਰਸਨਲ ਅਸਿਸਟੈਂਟ ਸੈਕੰਡ ਬੰਦਾ ਤੁਹਾਡਾ ਜਿਹਨੂੰ ਸੱਜਾ ਜਾਂ ਖੱਬਾ ਹੱਥ ਕਹਿ ਸਕਦੇ ਹੋ ਉਹ ਬੰਦਾ ਰਿਸ਼ਵਤ ਲੈਂਦਾ ਪਿਆ ਇਹ ਅਸਲ 'ਚ ਘਟਨਾ ਜਿਹੜੀ ਹੈਗੀ ਘੁੱਦਾ ਪਿੰਡ ਹੈਗਾ ਬਠਿੰਡੇ ਜ਼ਿਲ੍ਹੇ ਦਾ ਉਹਦੇ ਵਿੱਚ ਜਿਹੜੀ ਸਰਪੰਚਣੀ ਆ ਉਹ ਲੇਡੀ ਸੀਗੀ ਸੋਮਾ ਦੇਵੀ ਔਰ ਉਹਦੇ ਹਸਬੈਂਡ ਪ੍ਰਿਤਪਾਲ ਸਿੰਘ ਸੀਗੇ ਪ੍ਰਿਤਪਾਲ ਕੁਮਾਰ ਔਰ ਉਹ ਜਦੋਂ ਇਹ ਮਸਲਾ ਹੋਇਆ ਪਹਿਲੋਂ ਵੀ ਪੈਸਾ ਜਦੋਂ ਆਇਆ ਗੌਰਮੈਂਟ ਕੋਲੋਂ ਤਾਂ ਉਹਨਾਂ ਨੂੰ ਵਿਚਾਰਿਆਂ ਨੂੰ ਥੋੜ੍ਹਾ ਬਹੁਤ ਦੇਣਾ ਪਿਆ ਔਰ ਉਦੋਂ ਬਾਅਦ ਉਹਨਾਂ ਨੂੰ ਬਾਕੀ ਰਿਲੀਜ਼ ਹੋ ਗਿਆ ਫੰਡ ਜਦੋਂ ਹੁਣ ਉਹਨਾਂ ਨੇ ਪੁੱਛਿਆ ਉਹ 'ਚ 25 ਲੱਖ ਸੀਗਾ 25 ਲੱਖ ਉਹਨਾਂ ਨੇ ਕਿਹਾ MLA ਨੂੰ ਕਿ ਹੁਣ ਤੁਹਾਡਾ ਪੈਸਾ ਰਿਲੀਜ਼ ਨਹੀਂ ਹੋ ਰਿਹਾ ਅਸੀਂ ਪੈਸਾ ਉਹ 'ਚ ਕਰਨਾ ਔਰ ਅਸੀਂ ਕੰਮ ਸ਼ੁਰੂ ਕਰ ਰਹੇ ਹਾਂ ਤਾਂ ਉਹਨਾਂ ਕਿਹਾ ਕੀ ਕੰਮ ਹੈ ਉਹਨਾਂ ਨੇ ਕਿਹਾ ਦੱਸੋ ਆਹ ਹੈਗਾ ਔਰ MLA ਸਾਹਿਬ ਨੇ ਕਹਿੰਦੇ ਨੇ ਇਹ ਕਿਹਾ ਉਹਨਾਂ ਨੂੰ ਕਿ 20% ਉਹਨਾਂ ਨੇ ਆਫਿਸਰ ਨੇ ਲੈਣਾ ਵਿੱਚੋਂ ਜਿਹੜੇ ਵਿੱਚ BDPO ਜਾਂ ਜਿਹੜੇ ਉਹ ਰਿਲੀਜ਼ ਕਰ ਰਹੇ ਸਾਰਾ ਕੁਝ ਹੈਗਾ ਉਹ ਕਹਿੰਦੇ ਜੀ ਅਸੀਂ ਤਾਂ ਦੇਣਾ ਨਹੀਂ ਆਉਂਦੇ ਫਿਰ ਰਹਿ ਜਾਣਾ ਉੱਥੇ ਅੱਗੇ ਤੁਹਾਨੂੰ ਦਵਾ ਦਿੱਤਾ ਗਾ ਉਹਦੇ 'ਚ ਤੁਸੀਂ ਪਹਿਲੋਂ ਅੱਗੇ ਰਿਲੀਜ਼ ਹੋ ਗਏ ਉਹ ਕਹਿੰਦੇ ਵੀ ਅਸੀਂ ਅੱਗੇ ਉਹਦਾ ਸਾਰਾ ਕੁਝ ਕੰਮ ਕਰ ਚੁੱਕੇ ਇੱਟਾਂ ਸਟਾਲੀਆਂ ਵਿੱਚ ਸੀਮੈਂਟ ਵੀ ਆ ਗਿਆ ਨਾਲੀਆਂ ਬਣ ਗਈਆਂ ਸਾਰਾ ਕੁਝ ਹੋ ਗਿਆ ਪੁੜੀਆਂ ਬਣਾਤੀਆਂ ਪਰ ਇਹਦੇ ਲਈ ਇਹ ਕਿਉਂ ਰੋਕਿਆ ਗਿਆ ਉਹ ਕਹਿੰਦੇ ਕੋਈ ਗੱਲ ਨਹੀਂ 'ਚ ਮਿਲ ਜੂਗਾ ਜਦੋਂ ਮਿਲ ਜੂਗਾ ਤਾਂ ਉਹ ਸੰਪਰਕ 'ਚ ਆ ਗਏ ਇੱਕ PA ਦੇ ਜਿਹੜਾ ਗਰਗ ਹੈ ਉੱਥੋਂ ਦੇ ਰੇਸ਼ਮ ਗਰਗ ਅਤੇ ਉਹਨਾਂ ਦੇ ਸੰਪਰਕ 'ਚ ਆ ਗਏ ਉਹ ਜਦੋਂ ਆਏ ਤਾਂ ਉਹਨਾਂ ਨੇ ਕਿਹਾ ਵੀ ਆ ਗਿਆ ਤੁਹਾਡਾ 25 ਚੋਂ ਮੈਨੂੰ 5 ਚਾਹੀਦਾ 5 ਚੋਂ 4 ਦੀ ਪੇਮੈਂਟ ਹੋਣੀ ਸੀ ਇਹਦੇ ਲੱਖ ਸ਼ਾਇਦ ਪਹਿਲੋਂ ਲੈ ਗਏ ਜਦੋਂ ਉਹਨਾਂ 4 ਦੀ ਪੇਮੈਂਟ ਕਰਨੀ ਉਹਨਾਂ ਨੇ ਤਾਂ ਉਹਨਾਂ ਨੇ ਵਿਜੀਲੈਂਸ ਨੂੰ ਦੱਸਤਾ ਅਧਿਕਾਰੀ ਨੂੰ ਪਤਾ ਲੱਗ ਗਿਆ ਉੱਥੇ ਨਾਲ ਹੀ ਉਹਨਾਂ ਦੇ ਨਾਲ ਹੋਰ ਮੀਟਿੰਗਾਂ ਵੀ ਹੈਗੀਆਂ ਸੀ ਅਤੇ MLA ਵੀ ਉੱਥੇ ਪਹੁੰਚੇ ਸੀਗੇ ਇਤਿਹਾਤੀ MLA ਸੀ ਉੱਧਰ ਅਮਤ ਜੀ ਅਤੇ ਉਹ ਜਦੋਂ ਰਤਨ ਇਹਨਾਂ ਦਾ ਨਾਂ ਤਾਂ ਉਹ ਜਦੋਂ ਉੱਥੇ ਪਹੁੰਚੇ ਆ ਸਾਰਾ ਕੁਝ ਹੋਇਆ ਅਤੇ ਜਦੋਂ ਉਹਨਾਂ ਪੈਸੇ ਫੜਾਏ ਉਹਨੂੰ ਤਾਂ ਨਾਲ ਹੀ ਵਿਜੀਲੈਂਸ ਨੇ ਨਾਲ ਹੀ ਉੱਥੋਂ ਨੂੰ ਕੈਪਚਰ ਕੀਤਾ ਉਹ ਭੱਜਿਆ ਉੱਥੋਂ PA ਭੱਜਣ ਤੋਂ ਬਾਅਦ ਦੂਜੀ ਸਾਈਡ 'ਤੇ ਚਲੇ ਗਿਆ ਪਰ ਉਹਨੂੰ ਉਹਨਾਂ ਨੇ ਫੜ ਲਿਆ ਪੈਸੇ ਉਹਦੇ ਹੱਥ 'ਚ ਹੀ ਹੈਗੇ ਜੇਬ 'ਚ ਹੀ ਆ ਜਦੋਂ ਜੇਬ 'ਚੋਂ 4 ਲੱਖ ਉਦੋਂ ਬਰਾਮਦ ਹੋ ਗਿਆ ਸਾਰਾ ਕੁਝ ਪੈਸਾ ਇਕੱਠਾ ਕਰਕੇ ਉਹਨਾਂ ਨੇ ਉਹਨੂੰ ਪੁੱਛਿਆ ਵੀ ਤੂੰ ਕਿੱਥੇ ਗਿਆ ਅਤੇ ਕੌਣ ਹੈਗਾ ਉਹਦਾ ਜੀ ਮੈਂ PA MLA ਦਾ MLA ਨੂੰ ਇਹਨਾਂ ਨੇ ਇਨਕੁਆਇਰੀ ਕੀਤੀ ਵਿਜੀਲੈਂਸ ਨੇ MLA ਆਂਦਾ ਮੇਰਾ ਇਹ ਕੋਈ MLA ਨਹੀਂ ਹੈਗਾ ਇਹ ਮੇਰਾ PA ਨਹੀਂ ਹੈਗਾ ਮੇਰੇ ਇਹ ਆਪਣੇ ਕੋਲ ਕਰ ਰਿਹਾ ਮੇਰੇ ਨਾਲ ਨਹੀਂ ਰਹੇਗਾ ਇਹ ਝੂਠ ਬੋਲ ਰਿਹਾ ਸਾਰਾ ਕੁਝ ਇਹ ਇਨਕੁਆਇਰੀ ਕਰਨ ਤੋਂ ਬਾਅਦ ਉਹਨੂੰ MLA ਸਾਹਿਬ ਨੂੰ ਪੁੱਛਿਆ ਸਾਰਾ ਕੁਝ ਪਰ ਇਹ ਪਤਾ ਲੱਗ ਗਿਆ ਕਿ ਪੈਸਾ ਜਿਹੜਾ ਸੀ ਸਰਪੰਚ ਦੇ ਕੋਲੋਂ ਉਹਨਾਂ ਨੇ ਲਿਆ 4 ਲੱਖ ਔਰ ਇਸ ਤਰ੍ਹਾਂ ਦੇ ਇੱਕ ਕੇਸ ਨਹੀਂ ਕਈ ਕੇਸ ਹੈਗੇ ਆ ਇਹ ਪਹਿਲਾ ਇੱਕ ਕੇਸ ਆ ਮਤਲਬ ਇਹ ਜਾਲੀ PA ਇਹ ਜਾਲੀ PA MLA ਨੇ ਤਾਂ ਕਹਿ ਦਿੱਤਾ ਜਾਲੀ PA ਉਹਨੇ ਕਿਹਾ ਮੇਰਾ ਉਹਨੇ ਆਪਣਾ ਨਾਂ ਲਿਆ ਮੇਰਾ PA ਆ ਹੈਗਾ ਉਹਦਾ ਨਾਂ ਲਿਆ ਉਹਨਾਂ ਨੇ ਪਰ ਆਂਦਾ ਮੇਰਾ PA ਜਾਲੀ ਹੈ ਇਹ ਕੋਈ ਨਹੀਂ ਗਾ ਮੇਰਾ PA ਪਰ ਹੁਣ ਇਹਨਾਂ ਨੇ ਕਿਹਾ ਜਿਹੜੀ ਆਪੋਜੀਸ਼ਨ ਕਿਹਾ ਆਂਦੇ MLA ਨੂੰ ਵੀ ਅੰਦਰ ਕਰੋ
ਉਹਦੀ ਇਨਕੁਆਇਰੀ ਕਰੋ। ਪ੍ਰਤਾਪ ਸਿੰਘ ਬਾਜਵਾ ਨੇ ਕਹਿਤਾ ਹੈ, ਉਹ ਰਾਜਾ ਵੜਿੰਗ ਨੇ ਕਿਹਾ ਵੀ MLA ਤੇ ਇਹੋ ਹੀ ਆ ਨਾ, PA ਝੂਠਾ ਹੋਵੇ ਸੱਚਾ ਹੋਵੇ ਬਾਅਦ 'ਚ ਪਤਾ ਲੱਗਦਾ, ਇਨਕੁਆਇਰੀ ਕਰੋ ਔਰ ਉਹ ਆਪੇ ਪੱਕੂਗਾ। ਜਦੋਂ ਕਿ ਉਹ ਬੰਦਾ ਕਹਿੰਦਾ ਮੈਂ PA ਦਾ ਵਾਂ, ਇਹ ਕਹਿੰਦੇ ਨਹੀਂ PA ਹੈਗਾ, ਰਿਕਾਰਡ ਤਾਂ ਹੋਊਗਾ ਜਦੋਂ ਹਾਜ਼ਰੀ ਲੱਗਦੀ ਹੋਊਗੀ, ਜਦੋਂ ਸੈਲਰੀ ਲੈਂਦਾ ਹੋਊਗਾ, ਉਹ ਸਾਰਾ ਕੁਝ ਹੈਗਾ। ਗਵਰਨਮੈਂਟ ਆਫਿਸ ਹੈ, ਹਾਂ ਆਫਿਸ ਐਵੇਂ ਤਾਂ ਨਹੀਂ ਵੀ PA ਚੱਲਦਾ ਸੜਕ ਤੇ ਬਣ ਜੂਗਾ, ਇਹ ਤਾਂ ਗਵਰਨਮੈਂਟ ਆਫੀਸ਼ੀਅਲ ਹੈ, ਬਕਾਇਦਾ ਆਰਡਰਸ ਹੁੰਦੇ ਨੇ ਹੈੱਡਕੁਆਟਰ ਵੱਲੋਂ ਕਿ ਜਿਹੜਾ PA ਉਹਦਾ ਬਣੇਗਾ ਕੁਆਲੀਫਾਈਡ ਬੰਦਾ ਹੈ, ਉਹਦੀ ਸਿਲੈਕਸ਼ਨ ਹੋਈ ਹੋਈ ਹੈ। ਹਾਂ PA ਬੜੇ ਸਰਕਾਰੀ ਆਫੀਸਰ ਹੈ ਜਿਹੜੇ PA ਲੈ ਜਾਂਦੇ ਵੀ ਆਫਿਸ ਬਾਕੀ ਦਫ਼ਤਰ ਉਹਨਾਂ 'ਚੋਂ ਲੈ ਜਾਂਦੇ ਆ, ਜਿਹੜੇ ਜੌਬ ਕਰ ਰਹੇ ਸਰਕਾਰੀ ਜੌਬ ਕਰਦੇ ਨੇ, ਉਹਨਾਂ ਦੀ ਡਿਊਟੀ ਹੁੰਦੀ ਆ। ਜਿਹੜਾ ਆਫਿਸਰ ਉਹਨਾਂ ਸਪੈਸ਼ਲ ਡਿਊਟੀ ਵੀ ਇਹਨਾਂ ਦੇ ਉਸੇ ਤਰ੍ਹਾਂ ਲੈ ਜਾਂਦੇ ਆ, ਔਨ ਡੈਪੂਟੇਸ਼ਨ 'ਤੇ ਆਉਂਦੇ ਇੱਧਰ। ਔਰ ਇਹ ਮਸਲਾ ਦੇਖ ਲਓ ਕਿੱਡਾ ਵੱਡਾ ਹੈਗਾ। ਇਹਦੋਂ ਪਹਿਲਾਂ ਵੀ ਹੋਇਆ ਸੀਗਾ ਸਿੰਗਲਾ ਜੀ, ਉਹ ਵੀ ਜਦੋਂ ਫੜੇ ਗਏ ਉਹਨਾਂ ਦਾ ਕੇਸ ਅਜੇ ਚੱਲ ਰਿਹਾ। ਕਿ ਇੱਕ ਕੇਸ ਹੋਰ ਸੀਗਾ ਜਿਹਦੇ 'ਚ ਆਡੀਓ ਸੀ, ਉਹਦਾ ਵਾਇਸ ਗਈ ਸੀਗੀ ਔਰ ਸ਼ਾਇਦ ਫੌਜਾ ਸਿੰਘ ਉਹਨਾਂ ਦਾ ਸੀਗਾ, ਔਰ ਉਹਦੇ 'ਚ ਵੀ ਇਹ ਰੌਲਾ ਪਿਆ ਕਿ ਵੀ ਪੈਸੇ ਮੰਗ ਰਹੇ ਆ। ਕਈ ਤਰ੍ਹਾਂ ਦੀਆਂ ਇਹ ਗੱਲਾਂ ਹੈਗੀਆਂ। ਭ੍ਰਿਸ਼ਟਾਚਾਰ ਕਿਸੇ ਵੀ ਪਾਰਟੀ 'ਚੋਂ ਜੇ ਕਹੋ ਤਾਂ ਨਹੀਂ ਬੰਦ ਹੋ ਸਕਦਾ, ਇਹ ਰਿਸ਼ਵਤ ਚੱਲਣੀ ਆ। ਔਰ ਜਿਸ ਤਰ੍ਹਾਂ ਇਹਨਾਂ ਨੇ ਕਹਿਤਾ ਸੀ, ਉਹ ਐਪ ਵੀ ਬਣਾਤੀ ਸੀ ਹੈ ਨਾ, ਉਹ 'ਚ ਨੰਬਰ ਵੀ ਦੇਤਾ ਸੀ, ਉਹ ਹੁਣ ਬੰਦ ਹੋ ਗਿਆ, ਉਹ 'ਚ ਹੈ ਹੀ ਨਹੀਂ ਕਿਤੇ ਵੀ। ਹੁਣ ਵੀਡੀਓ ਕਿੱਧਰ ਗਈ ਤੇ ਹੁਣ ਕਿੱਧਰ ਗਿਆ? ਜਦੋਂ ਆਪਣਾ ਹੀ MLA ਇਹਦੇ 'ਚ ਇਨਵੋਲਵ ਹੋ ਗਿਆ, ਚਾਹੇ ਸੱਚਾ ਚਾਹੇ ਝੂਠਾ, ਪਰ ਉਹਦੇ ਨਾਂ 'ਤੇ ਤਾਂ ਪੈਸਾ ਮੰਗਿਆ ਗਿਆ ਨਾ। ਉਹ ਜਿਹੜੀ ਸਭ ਤੋਂ ਪਹਿਲੀ ਉਹ ਲੇਡੀ ਫੜੀ ਗਈ ਸੀ ਜੋ ਪ੍ਰੈਗਨੈਂਟ ਵੀ ਸੀ, ਪਤਨੀ ਕਿਸੇ ਤਹਿਸੀਲ ਚੋਂ ਫੜੀ ਗਈ ਸੀ, ਕੋਈ ਪ੍ਰਾਪਰਟੀ ਦਾ ਕੇਸ ਸੀ ਸ਼ਾਇਦ, ਉਹ ਰਿਸ਼ਵਤ ਲੈਂਦੀ, ਸਭ ਤੋਂ ਪਹਿਲਾ ਕੇਸ ਸ਼ਾਇਦ ਉਹੀ ਰਜਿਸਟਰ ਹੋਇਆ ਸੀ। ਉਹਦਾ ਕੀ ਬਣਿਆ ਹਜੇ ਤੱਕ ਕੁਝ ਨਹੀਂ ਪਤਾ ਨਾ, ਮੁੜ ਕੇ ਕੌਣ ਕੀ ਵੇਂਦਾ, ਕੁਝ ਨਹੀਂ ਵੇਂਦਾ, ਸਾਰੇ ਮਾਮਲਿਆਂ ਦਾ ਕੁਝ ਨਹੀਂ ਪਤਾ। ਉਹ ਤਾਂ ਸਿਰਫ ਗਵਰਨਮੈਂਟ ਨਵੀਂ ਆਈ ਤਾਂ ਉਹਦੇ ਇਹਨਾਂ ਨੇ ਥੋੜ੍ਹਾ ਜਿਹਾ ਸੈਂਪਲ ਦੇ ਤੌਰ 'ਤੇ 2-4 ਇੱਦਾਂ ਦੇ ਕੇਸ ਅੱਗੇ ਲੋਕਾਂ ਦੇ ਲਿਆਉਣੇ ਪਿਆ। ਅਸੀਂ ਦੇਖ ਲਓ ਬਿਲਕੁਲ ਨਰੋਲ ਕਰ ਰਹੇ ਹਾਂ, ਕੋਈ ਵੱਡੀ ਨਹੀਂ ਲਊਗਾ, ਤਾਂ ਉਸੇ ਤਰ੍ਹਾਂ ਚੱਲ ਰਿਹਾ। ਔਰ ਜਿੱਥੇ ਜਾਂਦੇ ਨੇ ਲੋਕ ਅਧਿਕਾਰੀ ਤੇ ਲੈਣਗੇ, ਪੁਲਿਸ ਵਾਲੇ ਤੇ ਲੈਂਦੇ ਆ, ਕਰਦੇ ਵੀ ਆ, ਪਰ ਜਦੋਂ ਹੈਗੇ ਵਾਰਡ ਖੇਤ ਨੂੰ ਖਾਣ ਦਾ ਮਤਲਬ MLA, ਇਹ ਵਾਰਡ ਆ ਲੋਕਾਂ ਦੀ, ਇਹ ਕਵਰ ਆ ਬਿਲਕੁਲ ਹੈ। ਔਰ ਜਿੱਥੇ ਜਾਂਦੇ ਨੇ ਵੋਟਾਂ ਲੈਣ ਵਾਸਤੇ, ਭਾਵੇਂ ਦੂਜੀਆਂ ਸਟੇਟਸ ਵਿੱਚ ਵੀ ਜਾਣ, ਉੱਥੇ ਵੀ ਇਹੀ ਕਹਿਣਗੇ ਅਸੀਂ ਇੱਕ ਨੰਬਰ ਇਸ਼ੂ ਕਰ ਦਿੱਤਾ ਸੀ, ਉਹ ਫੋਨ ਨੰਬਰ ਹੈ, ਉਹ ਟੈਲੀਫੋਨ ਨੰਬਰ ਹੈ, WhatsApp ਨੰਬਰ ਹੈ, ਉਹਦੇ ਉੱਤੇ ਰਿਸ਼ਵਤ ਨੂੰ ਠੱਲ ਪਾਉਣ ਵਾਸਤੇ ਅਸੀਂ ਕਿਹਾ ਵੀਡੀਓਜ਼ ਭੇਜੋ, ਕੰਪਲੇਂਟਸ ਭੇਜੋ, ਅਸੀਂ ਨੰਬਰ ਇਸ਼ੂ ਕਰ ਦਿੱਤਾ। ਉਹ ਹਰ ਥਾਂ ਦੇ ਉੱਤੇ ਉਹਦੀ ਪਬਲਿਸਿਟੀ ਕੀਤੀ ਜਾਂਦੀ ਹੈ। ਸਾਡੇ ਬਜ਼ੁਰਗ ਜਿਵੇਂ ਕਹਿੰਦੇ ਨੇ ਨਾ, ਮਤਲਬ ਇਹ ਪਬਲਿਸਿਟੀ ਦਾ ਕੀ ਰਿਜ਼ਲਟ ਨਿਕਲਦਾ ਪਿਆ? ਰਿਜ਼ਲਟ ਤੇ ਕੁਝ ਵੀ ਨਹੀਂ, ਗੱਲ ਤਾਂ ਉੱਥੇ ਚੱਲਦੀ ਹੈ, ਕੰਮ ਤਾਂ ਉਹੀ ਚੱਲਦੇ ਪਏ, ਕੰਮ ਤਾਂ ਉਹੀ ਚੱਲ ਪਿਆ। ਸਾਡੇ ਬਜ਼ੁਰਗ ਜਿਵੇਂ ਕਹਿੰਦੇ ਨੇ ਨਾ, ਉਹੀ ਪੱਠੇ, ਉਹੀ ਟੋਕਾ, ਉਹੀ ਡੰਗਰ, ਉਹੀ ਸਾਰਾ ਕੁਝ ਹੈ ਨਾ, ਸਾਰਾ ਉਹੀ ਹੈ। ਜਿਹਨੂੰ ਆਪਾਂ ਕਹਿੰਦੇ ਵੀ ਨਾ ਬਦਲ ਗਏ ਨੇ, ਨਾ ਬਦਲ, ਲੋਕ ਬਦਲ ਗਏ ਨੇ। ਉਹ ਬਜ਼ੁਰਗ ਜਿਵੇਂ ਕਹਿੰਦੇ ਨੇ ਨਾ, ਇੱਕ ਨੂੰ ਕੀ ਰੋਨੀ ਆਵਾ ਹੀ ਉੱਤਿਆ ਪਿਆ, ਨਾ ਆਵਾ ਉੱਤਿਆ ਪਿਆ, ਅੱਗੇ ਚੱਲੋ ਜਿਹੜਾ ਆਵਾ ਉੱਤਿਆ ਪਿਆ, ਕੁਝ ਹਾਂਜੀ ਅੱਗੇ ਵੀ ਉੱਤਿਆ ਹੋਇਆ, ਤਾਣਾ ਨਹੀਂ ਉਲਝਿਆ, ਤਾਣੀ ਉਲਝੀ ਹੈ। ਪੋਸਟ ਮੈਟ੍ਰਿਕ ਵਜ਼ੀਫਾ ਘੁਟਾਲੇ 'ਚ 6 ਅਧਿਕਾਰੀ ਬਰਖਾਸਤ। ਹੁਣ ਦੱਸੋ, ਬੱਚਿਆਂ ਦਾ ਜਿਹੜਾ ਵਜ਼ੀਫਾ ਹੈ, ਸਕੂਲ ਪੜ੍ਹਨ ਵਾਲੇ ਬੱਚਿਆਂ ਦਾ ਜਿਹੜਾ ਵਜ਼ੀਫਾ ਹੈ, ਉਹਦੇ ਵਿੱਚ ਵੀ ਘੁਟਾਲਾ। ਇਹ ਗੱਲ ਪਤਾ ਕਦੋਂ ਦੀ ਹੈ? ਤੁਹਾਨੂੰ ਪਤਾ ਬੜੀ ਚਰਚਾ ਰਹੀ ਹੈ ਇਹ ਕਾਂਗਰਸ ਦੇ ਟਾਈਮ ਦੀ, ਜਦੋਂ ਕਾਂਗਰਸ ਜਦੋਂ ਮੁੱਖ ਮੰਤਰੀ ਕੈਪਟਨ ਸਾਹਿਬ ਸੀਗੇ ਔਰ ਸਾਧੂ ਸਿੰਘ ਧਰਮਸੋਤ ਉਦੋਂ ਮੰਤਰੀ ਸੀਗੇ, ਔਰ ਇਹਦੇ ਵਿੱਚ ਜਿੰਨਾ ਪੈਸਾ ਆਉਂਦਾ ਸੀ ਸਕੂਲਾਂ, ਕਾਲਜ, ਯੂਨੀਵਰਸਿਟੀਆਂ 'ਚ ਗੌਰਮੈਂਟ ਵੱਲੋਂ, ਉਹ ਪੈਸਾ ਇਹਨਾਂ ਦੀ ਜੇਬਾਂ ਚੱਲ ਜਾਂਦਾ ਸੀ। ਨਾ ਉਹਨਾਂ ਬੱਚਿਆਂ ਨੂੰ ਵਜ਼ੀਫਾ ਤਦ ਦਿੰਦੇ ਸੀ ਕਿ ਉਹ ਆਪਣੀ ਪੜ੍ਹਾਈ ਦਾ ਖਰਚਾ ਕਰ ਸਕਣ, ਜਿਹਦੇ ਵਿੱਚ ਉਹਨਾਂ ਨੂੰ ਕੱਪੜੇ ਵੀ ਲੈਂਦੇ ਆ, ਕਿਤਾਬਾਂ ਵੀ ਲੈਂਦੇ ਆ, ਔਰ ਆਉਣ ਜਾਣ ਦੇ ਲਈ ਵੀ ਸਾਰਾ ਸਾਧਨ ਹੁੰਦੇ ਉਹਨਾਂ ਦੇ। ਉਹ ਪੈਸਾ ਉਹਨਾਂ ਨੂੰ ਮਿਲਿਆ ਹੀ ਨਹੀਂ, ਔਰ ਇਹਦਾ ਬੜਾ ਰੌਲਾ ਪਿਆ। ਉਦੋਂ ਅਕਾਲੀ ਦਲ ਦੇ ਜਿਹੜੇ ਲੀਡਰ ਸੀ ਉਹਨਾਂ ਨੇ ਵੀ ਕਿਹਾ, ਔਰ ਇਹਦੇ 'ਤੇ ਕੇਸ ਵੀ ਚੱਲਦਾ ਰਿਹਾ, ਔਰ ਇਹਨਾਂ ਨੂੰ ਕਲੀਨ ਚਿੱਟ ਮਿਲ ਗਈ ਧਰਮਸੋਤ ਨੂੰ। ਹੁਣ ਚੱਕਰ ਇਹ ਹੁੰਦਾ ਕਿ ਜਦੋਂ ਕੋਈ ਕੇਸ ਚੱਲੇ ਨਾ, ਤਾਂ ਜਿਹੜਾ ਸਿਆਸਤਦਾਨ ਜਾਂ ਜਿਹੜਾ ਮੰਤਰੀ ਆ, ਉਹ ਤਾਂ ਬਾਅਦ 'ਚ ਜਿਹੜਾ ਆਉਂਦਾ ਕੇਸ ਦੇ ਵਿੱਚ ਇਨਵੋਲਵ ਹੁੰਦਾ, ਫੜੇ ਕੌਣ ਜਾਂਦੇ ਆ? ਜਿਹੜੇ ਆ ਉਸ ਵੇਲੇ ਦੇ ਆਫੀਸਰ ਹੁੰਦੇ ਆ, ਅਧਿਕਾਰੀ ਹੁੰਦੇ ਆ, ਉਹ ਫੜੇ ਜਾਂਦੇ ਆ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਲਾਲੂ ਯਾਦਵ 'ਤੇ ਚਾਰਾ ਘੁਟਾਲਾ ਸੀ ਇੱਕ ਬਹੁਤ ਵੱਡਾ ਬਿਹਾਰ ਦਾ, ਔਰ ਉਹਨਾਂ 'ਤੇ ਕੇਸ ਚੱਲਦਾ ਰਿਹਾ। ਉਹਦੇ ਪਹਿਲਾਂ ਇੱਕ ਮਿਸ਼ਰਾ ਜੀ ਸੀ ਔਰ ਹੋਰ ਅਧਿਕਾਰੀ ਸੀ, IAS ਆਫੀਸਰ ਸੀ, ਉਹ ਫੜ ਕੇ ਸਸਪੈਂਡ ਕਰਕੇ ਟਰਮੀਨੇਟ ਕਰਤੇ, ਔਰ ਲਾਲੂ ਜੀ 'ਤੇ ਬਾਅਦ ਕੇਸ ਚੱਲਿਆ। ਹੁਣ ਜਿਹੜਾ ਇਹ ਆ ਕੇਸ, ਇਹਦੇ ਵਿੱਚ ਵੀ ਇਹੀ ਹੈ, ਧਰਮਸੋਤ ਜੀ 'ਤੇ ਤਾਂ ਹੋਰ ਵੀ ਨਾਲ ਚੱਲ ਰਿਹਾ ਨਾ, ਜਿਹਦੇ 'ਚ ਉਹਨਾਂ ਨੇ ਰੁੱਖ ਵੇਚੇ, ਜਿਹਦੇ 'ਚ ਜੰਗਲਾਤ ਦੇ ਮੰਤਰੀ ਸੀਗੇ, ਉਹ ਉਹਨਾਂ ਨੇ ਰੁੱਖ ਵੇਚੇ ਸੀਗੇ। ਤਾਂ ਆਹ ਘੁਟਾਲਾ ਜਿਹੜਾ ਇਹ ਬੜੀ ਦੇਰ ਦਾ ਚੱਲਦਾ ਸੀਗਾ। ਹੁਣ ਇਹਦੇ 'ਚ ਇਹਨਾਂ ਨੇ ਅਫਸਰ ਫੜ ਲਿਆ, ਧਰਮਸੋਤ ਜੀ ਦੇ ਵੀ ਕੇਸ ਚੱਲਦਾ ਹੋਊਗਾ ਸਾਰਾ ਕੁਛ, ਉਹ ਜੁਡੀਸ਼ਰੀ ਨੇ ਵੇਖਣਾ ਕੀ ਕਰਦੀ ਹੈ। ਪਰ ਇਸ ਵੇਲੇ ਜਿਹੜਾ ਇਹ ਬੱਚਿਆਂ ਦੀ ਪੜ੍ਹਾਈ 'ਚੋਂ ਪੈਸਾ ਲੈਣਾ ਕਿੰਨਾ ਵੱਡਾ ਪਾਪ ਆ, ਜਿੱਥੇ ਕੁੜੀਆਂ ਵੀ ਆ, ਮੁੰਡੇ ਵੀ ਆ। ਬੱਚੇ ਕੌਣ? ਗਰੀਬ ਮਾਪਿਆਂ ਦੇ, ਦਲਿਤ ਬੱਚੇ ਆ, ਉਹ ਬੱਚੇ ਆ ਨਹੀਂ ਸਕਦੇ, ਉਹਨਾਂ ਕੋਲ ਪੈਸੇ ਨਹੀਂ ਹੈ, ਉਹਨਾਂ ਨੂੰ ਫੈਸਿਲਿਟੀ ਦਿੱਤੀ ਹੋਈ ਹੈ, ਉਹ ਫੈਸਿਲਿਟੀਆਂ ਵੀ ਖਾ ਜਾਓ। ਪ੍ਰਿੰਸੀਪਲ ਨੇ ਉਦੋਂ ਕੱਢ ਦਿੰਦੇ ਆ, ਤੁਹਾਡੀ ਫੀਸ ਨਹੀਂ ਆਈ, ਚਲੋ ਆਊਟ, ਠੀਕ ਆ। ਪ੍ਰਿੰਸੀਪਲ, ਹੈਡਮਾਸਟਰ, ਸਾਰੇ ਜਿਹੜੇ ਕਲਾਸ ਇੰਚਾਰਜ, ਉਹ ਨਹੀਂ ਬਹਿਣ ਦਿੰਦੇ ਬੱਚਿਆਂ ਨੂੰ। ਚਲੋ
ਇੱਕ ਜਾਂਦੇ ਜਾਂਦੇ ਕਿਉਂਕਿ ਸਮਾਂ ਘੱਟ ਹੈ ਅੱਜ ਦਾ ਚਾਨਣਾ ਇੱਥੇ ਵੀ ਪਾ ਦਿਓ ਜੀ। 2-3 ਲਾਈਨਾਂ 'ਚ ਕਿ ਪੰਜਾਬ ਦੇ ਵਿੱਚ 140 ਕਾਲਜਾਂ ਤੇ ਨਿੱਜੀ ਯੂਨੀਵਰਸਿਟੀਆਂ ਨੂੰ ਜਿੰਦਰੇ ਲੱਗ ਗਏ ਨੇ। ਇਹ ਗੱਲ ਵੈਸੇ ਸਹੀ ਆ। ਇਹਦੇ ਵਿੱਚ ਜਿੰਨੀਆਂ ਯੂਨੀਵਰਸਿਟੀਆਂ ਕਾਲਜ ਨੇ ਇਸ ਵੇਲੇ ਬੰਦ ਹੋ ਚੁੱਕੇ ਆ ਔਰ ਇਹਦੇ ਵਿੱਚ 50% ਐਡਮਿਸ਼ਨ ਰਹਿ ਗਿਆ। ਪਿਛਲੇ ਆ 2022-23 ਦਾ ਜਿਹੜਾ ਹੈਗਾ ਐਡਮਿਸ਼ਨ, ਇਹ ਡਾਟਾ ਦੱਸ ਰਿਹਾ 48%। ਬਾਕੀ ਸੀਟਾਂ ਖਾਲੀ। ਔਰ ਉਹਦੇ ਵਿੱਚ ਕਿਹੜੀਆਂ ਹੈਗੀਆਂ ਸੀਟਾਂ? ITI ਦੀਆਂ ਜਿਹੜੀਆਂ ਯੂਨੀਵਰਸਿਟੀਆਂ ਬਣਾਈਆਂ ਨੇ ਪ੍ਰੋਫੈਸ਼ਨਲ, ਉਹਨਾਂ ਦੀਆਂ। ਬਾਕੀ ਜਿਹੜੀਆਂ ਹੋਰ ਜਿਹੜੇ ਪ੍ਰੋਫੈਸ਼ਨਲ ਹੈਗੇ ਉਹ ਸਾਰੇ ਕਾਲਜ ਬੰਦ ਹੋ ਗਏ। ਪਰ ਕਾਰਨ ਇਹਦੇ ਪਿੱਛੇ ਖੰਨਾ ਜੀ ਹੈਗਾ ਕਿ ਬੱਚੇ ਤਾਂ ਬਾਹਰ ਜਾ ਰਹੇ +2 ਤੋਂ ਬਾਅਦ। ਜਿਹੜੇ ਬੱਚਿਆਂ ਨੇ ਇਹਨਾਂ 'ਚ ਐਡਮਿਸ਼ਨ ਲੈਣਾ ਉਹ ਤਾਂ ਚਲੇ ਜਾਂਦੇ ਟੋਰਾਂਟੋ, ਉਹ ਚਲੇ ਜਾਂਦੇ ਉੱਥੇ ਮਿਸ਼ੀਗਨ, ਉਹ ਚਲੇ ਜਾਂਦੇ ਅਮਰੀਕਾ ਤਾਂ ਕੈਨੇਡਾ, ਉਹ ਦੂਜੇ ਦੇਸ਼ਾਂ 'ਚ ਜਾ ਕੇ ਪੜ੍ਹਦੇ ਆ। ਪਰ ਇੱਥੇ ਵੀ ਫੀਸ ਹੋਣੀ ਆ, ਇੱਥੇ ਵੀ ਸਾਰਾ ਕੁਝ, ਉੱਥੇ ਕੈਰੀਅਰ ਬਣਦਾ ਬੱਚਿਆਂ ਦਾ। ਇਹ 4-5 ਕਾਰਨ ਹੈਗੇ ਆ ਜਿਹੜੇ ਕਾਰਨ ਜਿਹੜੇ ਆ ਇਸ ਵੇਲੇ ਕਾਲਜਾਂ ਸਾਰਿਆਂ ਨੂੰ ਤਾਲਾ ਲੱਗ ਗਿਆ। ਤਕਰੀਬਨ ਹੁਣ 140 ਹੋ ਗਏ ਅਤੇ ਉਦੋਂ ਬਾਅਦ ਬਾਕੀ ਜਿਹੜੇ ਸਕੂਲ ਇਹ ਵੀ ਬੰਦ ਹੋ ਜਾਣੇ ਆ। ਇਹ ਤਾਂ ਕਹਿੰਦੇ ਐਮੀਨੈਂਸ ਸਕੂਲ ਤਾਂ ਉਹ ਖੋਲ੍ਹ ਦਿੱਤੇ, ਪਰ ਉਹਦਾ ਕੋਈ ਇਹ ਨਹੀਂ, ਬੱਚੇ ਪੜ੍ਹਨਾ ਨਹੀਂ ਚਾਹ ਰਹੇ ਪੰਜਾਬ 'ਚ। ਇੱਕ ਪਾਸੇ ਵਜ਼ੀਫੇ ਖਾਈ ਜਾਂਦੇ ਨੇ ਆਫਿਸਰਸ, ਸਹੀ ਗੱਲ। ਦੂਜੇ ਪਾਸੇ ਯੂਨੀਵਰਸਿਟੀਆਂ ਕਾਲਜ ਬੰਦ ਹੋਈ ਜਾਂਦੇ ਨੇ, ਤੀਜੇ ਪਾਸੇ ਬੱਚੇ ਪੰਜਾਬ ਛੱਡ ਕੇ ਬਾਹਰ ਜਾਈ ਜਾਂਦੇ ਨੇ। ਇਹ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਣੀ ਹੈ ਆਮ ਆਦਮੀ ਪਾਰਟੀ ਨੂੰ, ਆਪ ਦੇ ਵਿਧਾਇਕਾਂ ਨੂੰ ਬਹੁਤ ਮਿਹਨਤ ਕਰਨੀ ਪੈਣੀ ਹੈ। ਇਹ ਰੰਗਲਾ ਪੰਜਾਬ ਗੱਲਾਂ ਨਾਲ ਨਹੀਂ ਬਣ ਜਾਣਾ। ਇਹ ਬ੍ਰਸ਼ ਨਾਲ ਨਹੀਂ ਬਣਨਾ ਗਾ, ਬ੍ਰਸ਼ ਤੇ ਰੰਗਲਾ ਪੰਜਾਬ ਲਿਖ ਦੋਗੇ, ਲਿਖਿਆ ਨਹੀਂ ਕੁਝ ਬਣ ਜਾਂਦਾ। ਬੱਚੇ ਤਦੇ ਤਾਂ ਦੌੜ ਗਏ ਆ। ਉਹ ਡਿਸੀਜਨ ਠੀਕ ਲਿਆ ਬੱਚਿਆਂ ਨੇ, ਜਿੰਨੇ ਲੈ ਰਹੇ ਆ ਚੰਗਾ। +2 ਤੋਂ ਬਾਅਦ ਗਏ ਬੱਚੇ, ਆਪਣਾ ਉੱਥੇ ਵਰਕ ਪਰਮਿਟ ਮਿਲਦਾ, PR ਮਿਲ ਜਾਂਦੀ ਆ, ਬਾਹਰ ਉੱਥੋਂ ਦੇ ਵਸਨੀਕ ਬਣ ਜਾਂਦੇ ਆ। ਚੰਗੀ ਆਬ ਹਵਾ, ਚੰਗਾ ਖਾਣ ਪੀਣ, ਪੋਸ਼ਾਕ ਸੋਹਣੀ ਔਰ ਚੰਗੇ। ਕਿੰਨੇ ਕੁ ਲੋਕ ਚਲੇ ਜਾਣਗੇ ਜਿਹਨਾਂ ਕੋਲ ਪੈਸਾ ਤਾਂ ਜਾਣਗੇ, ਬਾਕੀ ਜਿਹੜੇ ਇੱਥੇ ਰਹਿ ਗਏ ਉਹ ਕੀ ਕਰਨ? ਪੈਸੇ ਵਾਲੇ ਉਹਨਾਂ ਵਾਸਤੇ ਤਾਂ ਕੁਝ ਨਾ ਕੁਝ ਹੋਣਾ ਚਾਹੀਦਾ। ਉਹ ਤਾਂ ਹੈ, ਇਹ ਤਾਂ ਗੱਲ ਸਹੀ ਆ। ਸੋ ਜੋ ਇੱਥੇ ਰਹਿੰਦੇ ਨੇ ਉਹਨਾਂ ਬਾਰੇ ਵੀ ਸੋਚਿਆ ਜਾਵੇ, ਉਹਨਾਂ ਦੀ ਜ਼ਿੰਦਗੀ ਵੀ ਵਧੀਆ ਬਣੇ। ਹਾਂ, ਬਿਲਕੁਲ ਸਹੀ। ਤੁਸੀਂ ਆਪਣੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਚਲਿਏ ਬਲਕਾਰ ਜੀ, ਜ਼ਰੂਰ। ਸਤਿ ਸ੍ਰੀ ਅਕਾਲ ਜੀ।